ਸਕੱਤਰ ਜਨਰਲ ਵਿਦਿਆਰਥੀ ਵਿੰਗ। ਜਦੋਂ ਡਾਕਟਰ ਚਰਨ ਕਮਲ ਸਿੰਘ ਵਿਦਿਆਰਥੀ ਵਿੰਗ ਦੇ ਪ੍ਰਧਾਨ ਸਨ ਤਾਂ ਦਾਸ ਨੂੰ ਇਹਦੇ ਸਕੱਤਰ ਜਨਰਲ ਵਜੋਂ ਡਾਕਟਰ ਸਾਹਿਬ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਵਿਸਮਾਦ ਨਾਦ ਦੀ ਗੋਸ਼ਟੀ। ਕਹਿੰਦੇ ਹਨ ਕਿ ਇਨਸਾਨ ਜੰਮਣ ਤੋਂ ਲੈ ਕੇ ਮਰਨ ਤੱਕ ਸਿੱਖਦਾ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਿੱਚ ਆ ਕੇ ਮੈਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਨਾਸਤਕ ਤਾਕਤਾਂ ਦੀ ਕੈਡਰ ਵਿਉਂਤ ਸਾਨੂੰ ਕੋਰਸਾਂ ਵਿੱਚ ਜਥੇਬੰਦੀ ਨੇ ਸਮਝਾਈ ਹੋਈ ਸੀ। ਜਦੋਂ ਸੋਵੀਅਤ ਸੰਘ ਢਹਿ ਗਿਆ, ਨਾਸਤਿਕਤਾ ਜਾਂ ਅਖੌਤੀ ਸਮਾਜਵਾਦ ਨੂੰ ਦੁਨੀਆ ਨੇ ਚੀਰ ਫਾੜ ਕਰਕੇ ਰੱਦੀ ਦੀ ਟੋਕਰੀ 'ਚ ਸੁੱਟ ਦਿੱਤਾ ਤਾਂ ਸੋਵੀਅਤ ਸੰਘ ਦੇ ਟੁੱਕ 'ਤੇ ਚੱਲਣ ਵਾਲੀਆਂ ਹਿੰਦੁਸਤਾਨੀ ਨਾਸਤਿਕ ਪਾਰਟੀਆਂ ਲੜਖੜਾਈਆਂ ਤਾਂ ਇਹਨਾਂ ਕਮਿਊਨਿਸਟ ਪਾਰਟੀਆਂ ਨੇ ਹੈਦਰਾਬਾਦ ਤੇ ਮਦਰਾਸ ਵਿਖੇ ਆਪਣੀ ਸਾਲਾਨਾ ਕਾਨਫਰੰਸਾਂ ਵਿੱਚ ਇਹ ਮਤੇ ਪਾਏ ਕਿ ਕਮਿਊਨਿਸਟ ਪਾਰਟੀਆਂ ਹੁਣ ਧਰਮ ਵਿਰੋਧੀ ਨਹੀਂ ਰਹੀਆਂ। ਇਹ ਇਹਨਾਂ ਡਿੱਗਦਿਆਂ ਢਹਿੰਦਿਆਂ ਦਾ ਨੀਤੀ ਪੈਂਤੜਾ ਸੀ ਕਿ ਹੁਣ ਜਦੋਂ ਦੁਨੀਆ ਨਾਸਤਿਕ ਵਿਚਾਰਧਾਰਾ ਨੂੰ ਰੱਦ ਕਰ ਰਹੀ ਹੈ ਤੇ ਅਸੀਂ ਧਰਮ ਦਾ ਬੁਰਕਾ ਪਾ ਕੇ ਇਹਨਾਂ ਵਿੱਚ ਘੁਸਪੈਠ ਕਰਕੇ ਹੀ ਮਰ ਰਹੀ ਨਾਸਤਿਕਤਾ ਨੂੰ ਬਚਾ ਸਕਦੇ ਹਾਂ। ਇਸ ਫੈਸਲੇ ਤਹਿਤ ਕਮਿਊਨਿਸਟ ਪਾਰਟੀਆਂ ਦੇ ਵਿਦਵਾਨਾਂ ਨੇ ਪੰਜਾਬ ਵਿੱਚ ਧਰਮ ਦਾ ਬੁਰਕਾ ਪਾ ਕੇ ਧਾਰਮਿਕ ਸੰਸਥਾਵਾਂ ਵਿੱਚ ਘੁਸਪੈਠ ਕਰਨੀ ਸ਼ੁਰੂ ਕੀਤੀ। ਜਵੱਦੀ ਟਕਸਾਲ ਵਿਖੇ ਸੰਤ ਬਾਬਾ ਸੁੱਚਾ ਸਿੰਘ ਜੀ ਦੀ ਅਗਵਾਈ 'ਚ 31 ਰਾਗਾਂ ਵਿੱਚ ਅਦੁੱਤੀ ਕੀਰਤਨ ਦਰਬਾਰਾਂ ਰਾਹੀਂ ਗੁਰਬਾਣੀ ਰਾਗਾਂ ਦੀ ਸੰਭਾਲ ਲਈ ਪ੍ਰਸ਼ੰਸਾਯੋਗ ਕਾਰਜ ਆਰੰਭਿਆ ਗਿਆ। ਪਰ ਨਾਸਤਕ ਲੋਕਾਂ ਨੇ ਧਰਮ ਦਾ ਬੁਰਕਾ ਪਾ ਕੇ ਇਸ ਟਕਸਾਲ ਵਿੱਚ ਇਕੱਤਰ ਹੋਣਾ ਸ਼ੁਰੂ ਕੀਤਾ ਤੇ ਸੈਮੀਨਾਰਾਂ ਦੇ ਏਜੰਡੇ ਵਿੱਚ ਆਪਣਾ ਲੁਕਵਾਂ ਉਦੇਸ਼ ਸ਼ਾਮਲ ਕਰਨ ਦਾ ਸਿਲਸਿਲਾ ਆਰੰਭ ਕਰ ਲਿਆ। ਜਿਹੜੇ ਲੋਕ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜਿਓਂ ਨਹੀਂ ਸੀ ਲੰਘੇ, ਉਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰਥਿਕਤਾ ਤੇ ਸੈਮੀਨਾਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰਥਿਕਤਾ ਬਾਰੇ ਭਰਮ ਭੁਲੇਖੇ ਖੜੇ ਕੀਤੇ। ਇਹਨਾਂ ਲੋਕਾਂ ਨੇ ਐਸੀ ਘੁਸਪੈਠ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਤੇ ਸੰਤ ਬਾਬਾ ਸੁੱਚਾ ਸਿੰਘ ਦੀ ਅਗਵਾਈ ਵੀ ਹਾਸਲ ਕਰ ਲਈ ਤੇ ਇਸ ਸਥਾਨ ਤੇ ਵਿਸ਼ਵ ਸਿੱਖ ਸੰਮੇਲਨ ਕਰਵਾਉਣ ਦਾ ਐਲਾਨ ਕਰ ਦਿੱਤਾ। ਵਿਸ਼ਵ ਸਿੱਖ ਸੰਮੇਲਨ ਕਰਵਾਉਣਾ ਚੰਗੀ ਗੱਲ ਸੀ ਜੇ ਇਹ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਹੁੰਦਾ, ਪਰ ਇਹ ਫੈਸਲਾ ਉਹਨਾਂ ਲੋਕਾਂ ਵੱਲੋਂ ਲਿਆ ਗਿਆ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ, ਸਿੱਖ ਪਰੰਪਰਾਵਾਂ ਬਾਰੇ, ਸਿੱਖ ਸਿਧਾਂਤਾਂ ਬਾਰੇ, ਗੁਰੂ ਦੇ ਬਖਸ਼ੇ 5 ਕਕਾਰਾਂ ਬਾਰੇ ਭੰਬਲ ਭੂਸੇ ਖੜੇ ਕਰਨੇ ਚਾਹੁੰਦੇ ਸਨ। ਜਵੱਦੀ ਟਕਸਾਲ ਤੋਂ ਛਪਦੇ ਵਿਸਮਾਦ ਨਾਦ ਵਿੱਚ ਲੇਖਕ ਨੇ ਸਿੱਧਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਧ ਯੁੱਗ ਦਾ ਗ੍ਰੰਥ ਕਹਿ ਕੇ ਇਸ ਦੀ ਸਾਰਥਿਕਤਾ ਤੇ ਕਈ ਸਵਾਲੀਆ ਚਿੰਨ੍ਹ ਖੜੇ ਕਰ ਦਿੱਤੇ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਇਹ ਕੇਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੇਸ਼ ਕੀਤਾ। ਅਖਬਾਰਾਂ ਵਿੱਚ ਇਹਦੀ ਖੂਬ ਚਰਚਾ ਹੋਈ, ਜਿਸ ਤੇ ਸੰਤ ਬਾਬਾ ਸੁੱਚਾ ਸਿੰਘ ਹੋਰਾਂ ਨੂੰ ਵਿਸ਼ਵ ਸਿੱਖ ਸੰਮੇਲਨ ਰੱਦ ਕਰਨਾ ਪਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸੰਮੇਲਨ ਕਰਵਾਉਣ ਦਾ ਐਲਾਨ ਕਰ ਦਿੱਤਾ। ਉੱਧਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਗੁਰਦਾਸ ਹਾਲ ਅੰਮ੍ਰਿਤਸਰ ਵਿਖੇ ਦੋਨੋਂ ਧਿਰਾਂ ਦੇ ਵਿਦਵਾਨਾਂ ਨੂੰ ਵਿਸਮਾਦ ਨਾਦ ਦੇ ਮੁੱਦੇ ਤੇ ਪਹੁੰਚ ਕੇ ਬਹਿਸ ਕਰਨ ਨੂੰ ਕਿਹਾ। ਪੂਰਾ ਦਿਨ ਚੱਲੀ ਇਸ ਬੰਦ ਕਮਰਾ ਬਹਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਵਿਸਮਾਦ ਨਾਦ ਪੁਸਤਕ ਤੇ ਪਾਬੰਦੀ ਲਗਾ ਦਿੱਤੀ। ਜਥੇਬੰਦੀ ਨਾਲ ਵਿਚਰਨ ਕਰਕੇ ਸਾਰਾ ਕੁਝ ਮੈਨੂੰ ਨਾਲ ਹੋ ਕੇ ਦੇਖਣ ਦਾ ਮੌਕਾ ਮਿਲਿਆ ਤੇ ਅਜਿਹੀਆਂ ਗੱਲਾਂ ਵਿੱਚੋਂ ਮੇਰਾ ਬੌਧਿਕ ਵਿਕਾਸ ਹੋਇਆ, ਮਾਨਸਿਕ ਪੱਧਰ ਵਿਕਸਿਤ ਹੋਇਆ। ਇਸ ਮੋਰਚੇ ਦੀ ਅਗਵਾਈ ਸਰਦਾਰ ਗੁਰਮੀਤ ਸਿੰਘ, ਸਰਦਾਰ ਜਤਿੰਦਰਪਾਲ ਸਿੰਘ ਤੇ ਪ੍ਰਿੰਸੀਪਲ ਰਾਮ ਸਿੰਘ ਹੋਰਾਂ ਸੁਚੱਜੇ ਤਰੀਕੇ ਨਾਲ ਕੀਤੀ। ਵਿਸ਼ਵ ਸਿੱਖ ਸੰਮੇਲਨ ਅੰਮ੍ਰਿਤਸਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1996 ਵਿੱਚ ਵਿਸ਼ਵ ਸਿੱਖ ਸੰਮੇਲਨ ਅੰਮ੍ਰਿਤਸਰ ਵਿਖੇ ਕੀਤਾ ਗਿਆ, ਜਿਸ ਵਿੱਚ ਯੁਵਕ ਸਿੱਖ ਕਾਨਫਰੰਸ ਕਰਵਾਉਣ ਦੀ ਸੇਵਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਲਗਾਈ ਗਈ। ਇਸ ਅੰਤਰਰਾਸ਼ਟਰੀ ਪੱਧਰ ਦੀ ਕਾਨਫਰੰਸ ਵਿੱਚ ਵਰਤਮਾਨ ਯੁਵਕ ਸਮਕਾਲੀ ਜਥੇਬੰਦੀਆਂ ਤੇ ਯੁਵਕ ਸਿੱਖ ਜਥੇਬੰਦੀਆਂ ਦੀ ਕੈਡਰ ਵਿਉਂਤ ਸੰਬੰਧੀ ਦਾਸ ਨੂੰ ਪਰਚਾ ਪੜ੍ਹਨ ਦਾ ਮਾਣ ਹਾਸਲ ਹੋਇਆ। ਜਥੇਬੰਦੀ ਦੇ ਸਿਲਵਰ ਜੁਬਲੀ ਸਮਾਗਮਾਂ ਦੌਰਾਨ ਵਿਦਿਆਰਥੀ ਕਾਨਫਰੰਸ ਜਥੇਬੰਦੀ ਦੇ 25 ਸਾਲ ਪੂਰੇ ਹੋਣ ਤੇ 1997 ਵਿੱਚ ਸਿਲਵਰ ਜੁਬਲੀ ਸਮਾਗਮ ਕੀਤੇ ਗਏ, ਜਿਸ ਵਿੱਚ ਇੱਕ ਵਿਦਿਆਰਥੀ ਕਾਨਫਰੰਸ ਕਰਨ ਦਾ ਜਥੇਬੰਦੀ ਦੀ ਸੁਪਰੀਮ ਕੌਂਸਲ ਨੇ ਫੈਸਲਾ ਕੀਤਾ। ਵਿਦਿਆਰਥੀਆਂ ਦਾ ਭਰਵਾਂ ਇਕੱਠ ਕਰਨ ਦੀ ਜ਼ਿੰਮੇਵਾਰੀ ਦਾਸ ਨੂੰ ਸੌਂਪੀ ਗਈ। ਇਸ ਸਮਾਗਮ ਵਿੱਚ ਵੀ 10,000 ਵਿਦਿਆਰਥੀ ਇਕੱਤਰ ਹੋਏ।
ਇਸ ਸਮਾਗਮ ਵਿੱਚ ਜਥੇਬੰਦੀ ਦੇ ਸਕੂਲ, ਕਾਲਜ, ਯੂਨਿਟਾਂ ਦੇ ਸਰਪ੍ਰਸਤ, ਪ੍ਰਿੰਸੀਪਲ ਸਾਹਿਬਾਨ ਤੇ ਪ੍ਰੋਫੈਸਰ, ਅਧਿਆਪਕ ਇੰਚਾਰਜ ਸਾਹਿਬਾਨ ਦਾ ਸਨਮਾਨ ਕੀਤਾ ਗਿਆ। ਸਨਮਾਨਿਤ ਕੀਤੇ ਗਏ ਪ੍ਰਿੰਸੀਪਲ, ਪ੍ਰੋਫੈਸਰ, ਅਧਿਆਪਕ ਸਾਹਿਬਾਨ ਦੀ ਗਿਣਤੀ 500 ਸੀ। ਜਥੇਦਾਰ ਗੁਰਚਰਨ ਸਿੰਘ ਟੌੜਾ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਮਨਜੀਤ ਸਿੰਘ ਕਲਕੱਤਾ, ਸਕੱਤਰ ਸ਼੍ਰੋਮਣੀ ਕਮੇਟੀ ਨੂੰ ਕਹਿਣ ਲੱਗੇ, ਕਲਕੱਤਾ ਸਾਹਿਬ, ਅਸੀਂ ਵੀ ਸ਼੍ਰੋਮਣੀ ਕਮੇਟੀ ਚਲਾਉਂਦੇ ਹਾਂ, ਸਾਡੇ ਕੋਲ 100 ਪ੍ਰੋਫੈਸਰਾਂ ਦੀ ਲਿਸਟ ਨਹੀਂ ਹੋਏਗੀ। ਦੇਖ, ਇਹਨਾਂ ਨੇ 500 ਪ੍ਰਿੰਸੀਪਲ ਅਧਿਆਪਕਾਂ ਨੂੰ ਉਹਨਾਂ ਦੇ ਨਾਮ ਬੋਲ ਕੇ ਬਾਏ ਨੇਮ ਸਟੇਜ ਤੇ ਬੁਲਾ ਕੇ ਸਨਮਾਨਿਤ ਕੀਤਾ। ਮੇਰਾ ਅਨੁਭਵ ਇਸ ਸਮਾਗਮ ਨਾਲ ਬਹੁਤ ਵਧਿਆ। ਸੀਨੀਅਰ ਵੀਰਾਂ ਦੀ ਅਗਵਾਈ ਤੇ ਸੋਚ ਕਮਾਲ ਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਵਿਖੇ 4420 ਨੌਜਵਾਨਾਂ ਨੇ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਪਣੀ ਸਥਾਪਨਾ ਦੇ 25 ਵਰ੍ਹੇ ਪੂਰੇ ਕਰਦਿਆਂ 2 ਤੋਂ 5 ਅਕਤੂਬਰ 1997 ਤੱਕ ਲੁਧਿਆਣਾ ਵਿਖੇ ਸਿਲਵਰ ਜੁਬਲੀ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਇਹਨਾਂ ਸਿਲਵਰ ਜੁਬਲੀ ਸਮਾਗਮਾਂ ਦੀ ਆਰੰਭਤਾ 28 ਸਤੰਬਰ 1997 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ 4420 ਨੌਜਵਾਨਾਂ ਵੱਲੋਂ ਅੰਮ੍ਰਿਤ ਛਕਣ ਨਾਲ ਹੋਈ। 28 ਸਤੰਬਰ ਸਵੇਰੇ ਅੰਮ੍ਰਿਤ ਅਭਿਲਾਖੀ ਨੌਜਵਾਨਾਂ ਦਾ ਕਾਫਲਾ ਲੁਧਿਆਣਾ ਤੋਂ ਚੱਲਿਆ, ਜਿਸ ਵਿੱਚ ਸੰਗਰੂਰ, ਪਟਿਆਲਾ ਤੇ ਲੁਧਿਆਣਾ ਤੋਂ ਨੌਜਵਾਨ ਸ਼ਾਮਲ ਹੋਏ। ਫਗਵਾੜਾ ਵਿਖੇ ਚੰਡੀਗੜ੍ਹ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੋਪੜ, ਮੋਹਾਲੀ, ਹੁਸ਼ਿਆਰਪੁਰ, ਨਵਾਂ ਸ਼ਹਿਰ ਦੇ ਨੌਜਵਾਨ ਇਸ ਕਾਫਲੇ ਨਾਲ ਰਲੇ। ਜਲੰਧਰ ਵਿਖੇ ਇਸ ਕਾਫਲੇ ਵਿੱਚ ਜਲੰਧਰ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਤਸਰ ਦੇ ਅੰਮ੍ਰਿਤ ਅਭਿਲਾਖੀ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਅੰਮ੍ਰਿਤਸਰ, ਗੁਰਦਾਸਪੁਰ ਦੇ ਨੌਜਵਾਨ ਬੁਰਜ ਅਕਾਲੀ ਫੂਲਾ ਸਿੰਘ, ਸ਼ੇਰਾਂ ਵਾਲੇ ਗੇਟ, ਅੰਮ੍ਰਿਤਸਰ ਵਿਖੇ ਇਸ ਕਾਫਲੇ 'ਚ ਆ ਰਲੇ। ਪੀਵੋ, ਪਹੌਲ, ਖੰਡੇ ਧਾਰ ਹੋਏ ਜਨਮ ਸੁਹੇਲਾ ਸ਼ਬਦ ਦੀ ਮਿੱਠੀ ਧੁਨ ਨਾਲ ਕੀਰਤਨ ਕਰਦਾ ਹੋਇਆ ਇਹ ਮਾਰਚ ਸ਼ਰਧਾ ਤੇ ਸਤਿਕਾਰ ਸਹਿਤ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚਿਆ। ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਇੰਨੇ ਵੱਡੇ ਇਕੱਠ ਦੇ ਰੂਪ ਵਿੱਚ ਨੌਜਵਾਨਾਂ ਨੇ ਇੱਕ ਹੀ ਦਿਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤਪਾਨ ਕੀਤਾ। ਇਸ ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਿੰਗ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਦੇ ਸਮੂਹ ਅਹੁਦੇਦਾਰਾਂ ਨੇ ਜੀ ਆਇਆਂ ਨੂੰ ਕਿਹਾ। ਉਪਰੋਕਤ ਤੋਂ ਇਲਾਵਾ ਇਸ ਵਰ੍ਹੇ ਖਾਲਸੇ ਦੀ ਸਾਜਨਾ ਦੇ 300 ਵਰ੍ਹੇ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਸਮਾਗਮ ਤੇ ਅੰਮ੍ਰਿਤ ਅਭਿਲਾਖੀ ਮਾਰਚ ਕੱਢੇ ਗਏ। ਇਹਨਾਂ ਸਮਾਗਮਾਂ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਅੰਮ੍ਰਿਤਪਾਨ ਕੀਤਾ। ਸਟੱਡੀ ਸਰਕਲ ਦੇ ਚੀਫ ਆਰਗੇਨਾਈਜ਼ਰ ਪ੍ਰਿੰਸੀਪਲ ਰਾਮ ਸਿੰਘ, ਚੀਫ ਸਕੱਤਰ ਸਰਦਾਰ ਗੁਰਮੀਤ ਸਿੰਘ ਦੀ ਅਗਵਾਈ 'ਚ ਸਟੱਡੀ ਸਰਕਲ ਦੀ ਸਮੁੱਚੀ ਸੁਪਰੀਮ ਕੌਂਸਲ, ਜ਼ੋਨਲ ਸਟੇਟ ਕੌਂਸਲਾਂ ਨੇ ਇਹਨਾਂ ਕਾਰਜਾਂ ਵਿੱਚ ਆਪਣੀ ਅਗਵਾਈ ਪ੍ਰਦਾਨ ਕੀਤੀ। ਕੇਂਦਰੀ ਦਫ਼ਤਰ ਤੋਂ ਸਿੰਘ ਸਜੋ ਲਹਿਰ ਨੂੰ ਕੋਆਰਡੀਨੇਟ ਕਰਨ ਦੀ ਸੇਵਾ ਦਾਸ ਨੂੰ ਸੌਂਪੀ ਗਈ ਸੀ। 1998 ਵਿੱਚ ਦਾਸ ਨੂੰ ਵਿਦਿਆਰਥੀ ਵਿੰਗ ਦੇ ਪ੍ਰਧਾਨ ਵਜੋਂ ਸੇਵਾ ਮਿਲੀ ਤੇ 2000 ਵਿੱਚ ਦਾਸ ਨੂੰ ਯੁਵਕ ਸੇਵਾਵਾਂ ਦੇ ਡਾਇਰੈਕਟਰ ਵਜੋਂ ਸੇਵਾ ਮਿਲੀ। ਜਦੋਂ ਜੀਵਨ ਸਾਥਣ ਦੇ ਦੇਹਾਂਤ ਦੀ ਖਬਰ ਵਿਜੇਵਾੜਾ, ਆਂਧਰਾ ਪ੍ਰਦੇਸ਼ ਵਿਖੇ ਲੁਧਿਆਣਾ ਤੋਂ 5 ਸਾਲ ਦੇ ਬੇਟੇ ਨੇ ਫੋਨ ਰਾਹੀਂ ਦਿੱਤੀ। ਮਈ 1999 ਵਿੱਚ ਮੈਂ 2 ਹਫ਼ਤੇ ਦੇ ਟੂਰ ਤੇ ਗੁਜਰਾਤ ਤੇ ਆਂਧਰਾ ਪ੍ਰਦੇਸ਼ ਲਈ ਰਵਾਨਾ ਹੋਇਆ। 5 ਰੋਜ਼ਾ ਗੁਰਮਤ ਟ੍ਰੇਨਿੰਗ ਕੈਂਪ ਅਹਿਮਦਾਬਾਦ, ਗੁਜਰਾਤ ਤੇ 3 ਰੋਜ਼ਾ ਗੁਰਮਤ ਟ੍ਰੇਨਿੰਗ ਕੈਂਪ ਵਿਜੇਵਾੜਾ, ਆਂਧਰਾ ਪ੍ਰਦੇਸ਼ ਵਿਖੇ ਲੱਗਣਾ ਸੀ। ਅਹਿਮਦਾਬਾਦ ਦਾ ਕੈਂਪ ਸਫਲ ਰਿਹਾ। ਵਿਜੇਵਾੜਾ ਕੈਂਪ ਦਾ ਪਹਿਲਾ ਦਿਨ ਚੜ੍ਹਦੀ ਕਲਾ 'ਚ ਸੰਪੂਰਨ ਹੋਇਆ। ਸ਼ਰਨਜੀਤ ਕੌਰ ਦਿਲ ਦੀ ਮਰੀਜ਼ ਹੋਣ ਕਰਕੇ ਮੈਂ ਟੂਰ ਸਮੇਂ ਰੋਜ਼ਾਨਾ ਸਵੇਰ ਸ਼ਾਮ ਟੈਲੀਫੋਨ ਤੇ ਆਪਣੇ ਘਰ ਨਾਲ ਸੰਪਰਕ ਰੱਖਦਾ ਸੀ। ਵਿਜੇਵਾੜਾ ਤੋਂ ਰਾਤ ਨੂੰ ਘਰ ਫੋਨ ਕੀਤਾ ਤਾਂ ਪਤਾ ਲੱਗਾ ਕਿ ਬੇਟਾ ਢਿੱਲਾ ਹੈ, ਉਸਨੂੰ ਦਸਤ ਲੱਗੇ ਹੋਏ ਹਨ। ਡਾਕਟਰ ਸੁਖਮੀਤ ਸਿੰਘ ਹੋਰਾਂ ਕਿਹਾ ਕਿ ਜੇਕਰ ਰਾਤ ਨੂੰ ਦਵਾਈ ਨਾਲ ਦਸਤ ਨਾ ਰੁਕੇ ਤਾਂ ਸਵੇਰ ਹੋਣ ਤੱਕ ਉਡੀਕ ਨਾ ਕਰਿਓ ਤੇ ਰਾਤ ਹੀ ਮੇਰੇ ਘਰ ਆ ਜਾਣਾ। ਰਿਸਕ ਲੈਣ ਨਾਲ ਬੇਟੇ ਅੰਦਰ ਪਾਣੀ ਘੱਟ ਸਕਦਾ ਹੈ, ਇਸ ਲਈ ਮਿਸਿਜ਼ ਨੇ ਸਟੱਡੀ ਸਰਕਲ ਦੇ ਡਰਾਈਵਰ ਨੂੰ ਵੀ ਸੂਚਿਤ ਕਰ ਦਿੱਤਾ ਕਿ ਹੋ ਸਕਦਾ ਹੈ ਸਾਨੂੰ ਰਾਤ ਨੂੰ ਡਾਕਟਰ ਸਾਹਿਬ ਦੇ ਘਰ ਜਾਣਾ ਪਵੇ। ਦੂਰ ਬੈਠਿਆਂ ਇਸ ਗੱਲ ਦੀ ਮੈਨੂੰ ਵੀ ਚਿੰਤਾ ਸੀ। ਕੈਂਪ ਦੇ ਦੂਸਰੇ ਦਿਨ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਬਾਅਦ ਮੈਂ PCO ਤੋਂ ਬੇਟੇ ਦਾ ਹਾਲ ਪੁੱਛਣ ਲਈ ਘਰ ਫੋਨ ਕੀਤਾ, ਪਰ ਜਵਾਬ ਨੋ ਆਨਸਰ ਸੀ। 2-3 ਵਾਰ ਅਜਿਹਾ ਹੀ ਵਾਪਰਿਆ। ਮਨ 'ਚ ਬੇਟੇ ਦਾ ਫਿਕਰ ਬੇਟੇ ਦਾ ਸੀ ਕਿ ਕਿਧਰੇ ਹਸਪਤਾਲ ਤਾਂ ਨਹੀਂ ਪਹੁੰਚ ਗਏ, ਪਰ ਚੌਥੀ ਵਾਰ ਫੋਨ ਬੇਟੇ ਨੇ ਚੁੱਕਿਆ। ਮੈਂ ਹਾਲ ਚਾਲ ਪੁੱਛਿਆ ਤੇ ਕਿਹਾ, ਬੇਟਾ ਜੀ ਮੰਮਾ ਕਿੱਥੇ ਹਨ? ਬੇਟਾ, ਪਾਪਾ ਮੰਮਾ ਸੁੱਤੇ ਪਏ ਹਨ। ਦੱਸ ਬੇਟਾ, ਮੈਂ ਦੁਬਾਰਾ ਫੋਨ ਕਰਦਾ, ਮੰਮਾ ਨੂੰ ਉਠਾ ਕੇ ਰੱਖੋ।
ਜਦ ਹੁਣ ਘੰਟੀ ਵੱਜੇ ਤਾਂ ਫੋਨ ਮੰਮਾ ਹੀ ਚੁੱਕਣ। 2-4 ਮਿੰਟ ਬਾਅਦ ਮੈਂ ਦੁਬਾਰਾ ਫੋਨ ਕਰਦਾ ਤਾਂ ਫੋਨ ਫਿਰ ਬੇਟਾ ਚੁੱਕਦਾ ਹੈ। ਦਾਸ, ਬੇਟਾ ਫੋਨ ਮੰਮਾ ਨੇ ਕਿਉਂ ਨਹੀਂ ਚੁੱਕਿਆ? ਬੇਟਾ, ਪਾਪਾ ਜੀ ਮੰਮਾ ਨਹੀਂ ਉੱਠ ਰਹੇ। ਦਾਸ, ਬੇਟਾ ਮੰਮਾ ਨੂੰ ਜ਼ੋਰ ਦੀ ਹਿਲਾ ਕੇ ਉਠਾਉਣਾ ਸੀ। ਬੇਟਾ ਤੋਤਲੀ ਜ਼ਬਾਨ 'ਚ ਕਹਿੰਦਾ, ਪਾਪਾ ਮੰਮਾ ਮਰ ਗਏ ਹਨ। ਦਾਸ, ਬੇਟਾ ਤੂੰ ਕੀ ਕਹਿ ਰਿਹਾ ਵਾ? ਤੈਨੂੰ ਐਵੇਂ ਹੀ ਲੱਗਦਾ, ਮੰਮਾ ਨੂੰ ਦੁਬਾਰਾ ਉਠਾ। 5 ਸਾਲ ਤੇ 1 ਮਹੀਨੇ ਦਾ ਬੇਟਾ ਬੋਲਦਾ, ਪਾਪਾ ਮੈਂ ਚੰਗੀ ਤਰ੍ਹਾਂ ਉਠਾ ਕੇ ਦੇਖਿਆ, ਮੂੰਹ ਤੇ ਹੱਥ ਲਾ ਕੇ ਦੇਖਿਆ, ਮੰਮਾ ਮਰ ਗਏ ਹਨ। ਦਾਸ, ਬੇਟਾ ਤੂੰ ਅੰਦਰ ਕੀ ਕਰਦਾ ਹੈ? ਸਰਦਾਰ ਹਰਮੀਤ ਸਿੰਘ ਅੰਕਲ ਨੂੰ ਜਾ ਕੇ ਦੱਸ, ਮੈਂ ਦੁਬਾਰਾ ਫੋਨ ਕਰਦਾ। ਫਿਰ ਮੈਂ ਹਰਮੀਤ ਸਿੰਘ ਦੇ ਘਰ ਫੋਨ ਕੀਤਾ ਤੇ ਕਿਹਾ ਮੇਰੇ ਘਰ ਜਾ ਕੇ ਦੇਖੋ ਮੇਰਾ ਬੇਟਾ ਕੀ ਕਹਿ ਰਿਹਾ। ਉਹ ਕਹਿਣ ਲੱਗੇ, ਮਾਸਟਰ ਜੀ ਅਜਿਹਾ ਕਿਵੇਂ ਹੋ ਸਕਦਾ, ਅਸੀਂ ਜਾ ਕੇ ਵੇਖਦੇ ਹਾਂ। ਉਹ ਤਾਂ ਰਾਤ ਗੁਰਦੁਆਰੇ ਗਏ ਸਨ। ਬੇਟਾ ਢਿੱਲਾ ਸੀ ਤੇ ਉਹਨਾਂ ਨੇ ਕੁੱਛੜ ਚੁੱਕਿਆ ਹੋਇਆ ਸੀ, ਉਹ ਤਾਂ ਠੀਕ ਠਾਕ ਸੀ। ਅਜੇ ਮੈਂ ਸਰਦਾਰ ਹਰਮੀਤ ਸਿੰਘ ਨਾਲ ਫੋਨ ਤੇ ਗੱਲਾਂ ਹੀ ਕਰ ਰਿਹਾ ਸੀ ਕਿ ਮੇਰੇ 5 ਸਾਲ ਦੇ ਬੇਟੇ ਨੇ ਘਰ ਦੇ ਦਰਵਾਜ਼ੇ ਦੀ ਅੰਦਰੋਂ ਕੁੰਡੀ ਖੋਲ੍ਹਣ ਲਈ ਦਿਮਾਗ ਲੜਾਇਆ। ਅੰਦਰ ਪਈ ਵਾਸ਼ਿੰਗ ਮਸ਼ੀਨ ਖਿੱਚ ਕੇ ਦਰਵਾਜ਼ੇ ਕੋਲ ਕੀਤੀ, ਉਹਦੇ ਉੱਪਰ ਚੜ੍ਹਿਆ ਤੇ ਕੁੰਡੀ ਖੋਲ੍ਹ ਕੇ ਸਰਦਾਰ ਹਰਮੀਤ ਸਿੰਘ ਦੇ ਘਰ ਪਹੁੰਚ ਗਿਆ। ਮੈਂ ਸਰਦਾਰ ਹਰਮੀਤ ਸਿੰਘ ਦਾ ਫੋਨ ਬੰਦ ਕਰਕੇ ਆਪਣੇ ਘਰ ਵਾਲਾ ਫੋਨ ਲਗਾਇਆ। ਤਦ ਤੱਕ ਸਰਦਾਰ ਹਰਮੀਤ ਸਿੰਘ ਹੋਰੀ ਮੇਰੇ ਘਰ ਸਨ। ਉਹਨਾਂ ਨੇ ਫੋਨ ਚੁੱਕਿਆ ਤੇ ਉਹਨਾਂ ਦੀ ਪਤਨੀ ਬੀਬੀ ਚਰਨਜੀਤ ਕੌਰ ਸਰਦਾਰ ਹਰਮੀਤ ਸਿੰਘ ਨੂੰ ਸੰਬੋਧਨ ਹੋ ਕੇ ਕਹਿ ਰਹੀ ਸੀ, ਹਾਂ ਇਹ ਤਾਂ ਆਕੜੇ ਪਏ ਹਨ। ਇਹ ਲਾਈਨ ਮੈਨੂੰ ਫੋਨ ਤੇ ਸੁਣ ਗਈ ਤੇ ਮੈਂ ਸਮਝ ਗਿਆ ਕਿ ਭਾਣਾ ਵਾਪਰ ਚੁੱਕਾ ਹੈ। ਬੀਬੀ ਸ਼ਰਨਜੀਤ ਕੌਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਮੇਰੋ ਸਭੈ ਕਹਿਤ ਹੈ, ਹਿਤ ਸਿਉ ਬਾਧਿਓ ਜੀ। ਅੰਤ ਕਾਲ ਸੰਗੀ ਨਹਿ ਕੋਈ, ਕਉ ਇਹ ਅਚਰਜ ਹੈ ਰੀਤ। ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰ ਮਾਨ। ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਜੀਵਨ ਸਾਥ ਨਿਭਾਉਣ ਦਾ ਪ੍ਰਣ ਕਰਨ ਵਾਲੀ ਵਿਚਾਲੇ ਛੱਡ ਤੁਰ ਗਈ ਤੇ ਫਿਰ ਆਪਣਾ ਕੌਣ ਹੈ? ਵਾਹਿਗੁਰੂ। ਗੁਰੂ ਅਰਜਨ ਦੇਵ ਜੀ ਦੇ ਮੁਖਾਰ ਬਿੰਦ 'ਚ ਉਚਰਿਆ ਸ਼ਬਦ ਮੈਂ ਯਾਦ ਕਰਨ ਲੱਗਿਆ। ਹਰ ਇੱਕ ਸੇ ਨਾਲ ਮੈਂ ਦੋਸਤੀ, ਹਰ ਇੱਕ ਸੇ ਨਾਲ ਮੈਂ ਰੰਗ, ਹਰ ਇੱਕੋ ਮੇਰਾ ਸੱਜਣੋ, ਹਰ ਇੱਕ ਸੇ ਨਾਲ ਮੈਂ ਸੰਗ। ਇਸ ਸਮੇਂ ਮੇਰੇ ਨਾਲ ਸਰਦਾਰ ਗੁਰਦੀਪ ਸਿੰਘ ਦੁਗਰੀ ਤੇ ਸਰਦਾਰ ਜਸਵੰਤ ਸਿੰਘ ਪਟਵਾਰੀ ਡੇਰਾ ਬਾਬਾ ਨਾਨਕ ਕੈਂਪ ਲਗਾਉਣ ਗਏ ਹੋਏ ਸਨ। ਇਸ ਖਬਰ ਨੇ ਕੈਂਪਰ ਬੱਚਿਆਂ ਤੇ ਵਿਜੇਵਾੜਾ ਦੀਆਂ ਸੰਗਤਾਂ 'ਚ ਵੈਰਾਗ ਪੈਦਾ ਕਰ ਦਿੱਤਾ। ਫੈਸਲਾ ਹੋਇਆ ਕਿ ਕੈਂਪ ਜਾਰੀ ਰਹੇਗਾ। ਸਰਦਾਰ ਜਸਵੰਤ ਸਿੰਘ ਪਟਵਾਰੀ ਇਕੱਲੇ ਹੀ ਕੈਂਪ ਲਗਾਉਣਗੇ ਤੇ ਸਰਦਾਰ ਗੁਰਦੀਪ ਸਿੰਘ ਦੁਗਰੀ ਮੇਰੇ ਨਾਲ ਲੁਧਿਆਣੇ ਪਰਤਣਗੇ। ਵਿਜੇਵਾੜਾ ਦੀਆਂ ਬੀਬੀਆਂ ਨੇ ਇਕੱਤਰ ਹੋ ਕੇ ਬੀਬੀ ਸ਼ਰਨਜੀਤ ਕੌਰ ਦੀ ਯਾਦ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰ ਦਿੱਤੇ। ਇੱਧਰੋਂ ਲੁਧਿਆਣੇ ਤੋਂ ਵੀ ਖਬਰ ਵਿਜੇਵਾੜਾ ਪਹੁੰਚ ਗਈ ਕਿ ਭਾਣਾ ਵਾਪਰ ਗਿਆ। ਬਾਹਰ ਟੈਂਟ ਲੱਗ ਗਿਆ ਤੇ ਮਾਲ ਟਾਊਨ ਐਕਸਟੈਂਸ਼ਨ ਦੀਆਂ ਇਸਤਰੀ ਸਤਸੰਗ ਸਭਾ ਦੀਆਂ ਬੀਬੀਆਂ ਨੇ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਕਰ ਦਿੱਤੇ ਹਨ ਤੇ ਜਥੇਬੰਦੀ ਨੇ ਮੇਰੇ ਰਿਸ਼ਤੇਦਾਰਾਂ ਤੱਕ ਵੀ ਖਬਰ ਪਹੁੰਚਾ ਦਿੱਤੀ ਹੈ। ਇਸ ਔਖੀ ਘੜੀ ਸਮੇਂ ਵਿਜੇਵਾੜਾ ਦੇ ਪ੍ਰਬੰਧਕਾਂ ਨੇ ਘੁੱਟ ਕੇ ਗਲੇ ਲਾਇਆ ਤੇ ਹਰ ਤਰ੍ਹਾਂ ਦਾ ਸਹਿਯੋਗ ਕੀਤਾ। ਉਹਨਾਂ ਹੈਦਰਾਬਾਦ ਵਿਖੇ ਕਿਸੇ ਏਜੰਟ ਨੂੰ ਫੋਨ ਕਰ ਦਿੱਤਾ ਕਿ ਇਸ ਹੁਲੀਏ ਦੇ 2 ਵਿਅਕਤੀ ਹੈਦਰਾਬਾਦ ਬੱਸ ਸਟੈਂਡ ਤੇ ਉਤਰਨਗੇ। ਉਹਨਾਂ ਨੂੰ ਦਿੱਲੀ ਤੱਕ ਦੀਆਂ ਹਵਾਈ ਜਹਾਜ਼ ਦੀਆਂ 2 ਟਿਕਟਾਂ ਦੇ ਦਿਓ। 6 ਘੰਟੇ ਦਾ ਸਫ਼ਰ ਕਰਕੇ ਸੋਚਾਂ 'ਚ ਡੁੱਬਿਆ ਮੈਂ ਹੈਦਰਾਬਾਦ ਪਹੁੰਚ ਗਿਆ। ਏਜੰਟ ਨੇ ਸਾਨੂੰ ਪਹਿਚਾਣ 2 ਟਿਕਟਾਂ ਜਹਾਜ਼ ਦੀਆਂ ਪਕੜਾ ਦਿੱਤੀਆਂ। ਉੱਥੋਂ ਟੈਕਸੀ ਕਰਕੇ ਏਅਰਪੋਰਟ ਤੇ ਪਹੁੰਚੇ ਤਾਂ ਅੱਗੋਂ ਸਟੱਡੀ ਸਰਕਲ ਆਂਧਰਾ ਪ੍ਰਦੇਸ਼ ਦੇ ਪ੍ਰਧਾਨ ਸਰਦਾਰ ਹਜੂਰ ਸਿੰਘ ਹੋਰਾਂ ਦਾ ਡਰਾਈਵਰ ਜਹਾਜ਼ ਦੀਆਂ 2 ਟਿਕਟਾਂ ਲਈ ਖੜਾ ਸੀ। ਧੰਨਵਾਦ ਕਹਿ ਕੇ ਉਹ ਟਿਕਟਾਂ ਵਾਪਸ ਕਰ ਦਿੱਤੀਆਂ, ਕਿਉਂਕਿ ਟਿਕਟਾਂ ਸਾਨੂੰ ਪਹਿਲਾਂ ਹੀ ਮਿਲ ਚੁੱਕੀਆਂ ਸਨ। ਪਰ ਜਥੇਬੰਦੀ ਦਾ ਪਿਆਰ ਤੇ ਨੈਟਵਰਕਿੰਗ ਦਾ ਕਮਾਲ ਦਾ ਸਿਸਟਮ ਔਖੀ ਘੜੀ ਤੇ ਲੰਬੇ ਪੈਂਡਿਆਂ ਵਿੱਚ ਮੈਨੂੰ ਹੌਸਲਾ ਬਖਸ਼ ਰਿਹਾ ਸੀ। 2.5 ਘੰਟੇ ਵਿੱਚ ਅਸੀਂ ਜਹਾਜ਼ ਰਾਹੀਂ ਦਿੱਲੀ ਪਹੁੰਚ ਗਏ। ਅੱਗੋਂ ਦਿੱਲੀ ਦੇ ਵੀਰ ਹੌਸਲਾ ਦੇਣ ਲਈ ਪਹੁੰਚੇ ਸਨ। ਉੱਥੋਂ ਰਾਤ ਟੈਕਸੀ ਕੀਤੀ ਤੇ ਸਵੇਰੇ 4 ਵਜੇ ਘਰ ਪਹੁੰਚ ਗਏ। ਮੇਰੇ ਭੈਣ ਭਰਾ ਤੇ ਸਾਰੇ ਰਿਸ਼ਤੇਦਾਰ ਵੀ ਪਹੁੰਚੇ ਹੋਏ ਸਨ, ਪਰ ਮੇਰਾ ਬੇਟਾ ਨਜ਼ਰ ਨਹੀਂ ਆ ਰਿਹਾ ਸੀ। ਪਤਾ ਲੱਗਿਆ ਕਿ ਉਸਨੂੰ ਕਿਸੇ ਹੋਰ ਵੀਰ ਦੇ ਘਰ ਇਹ ਕਹਿ ਕੇ ਭੇਜਿਆ ਹੋਇਆ ਕਿ ਤੇਰੀ ਮੰਮਾ ਬੇਹੋਸ਼ ਹੋ ਗਏ ਹਨ।
ਹਸਪਤਾਲ ਦਾਖਲ ਕਰਾਏ ਹਨ। ਤੇਰੇ ਪਾਪਾ ਆ ਜਾਣਗੇ ਤਾਂ ਫਿਰ ਆਪਾਂ ਲੈਣ ਚੱਲਾਂਗੇ। ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਹੋਈਆਂ। ਦਿਨ ਦੇ 12 ਵਜੇ ਤੱਕ ਸੰਸਕਾਰ ਹੋ ਗਿਆ। ਸੰਸਕਾਰ ਸਮੇਂ ਬੇਟਾ ਵੀ ਉੱਥੇ ਲੈ ਆਉਂਦਾ ਸੀ, ਪਰ ਉਹ ਮੇਰੇ ਨਾਲੋਂ ਜ਼ਿਆਦਾ ਮਜ਼ਬੂਤ ਤੇ ਹੌਸਲੇ ਵਾਲਾ ਨਜ਼ਰ ਆ ਰਿਹਾ ਸੀ। ਉਹਨੇ ਅੰਤਿਮ ਰਸਮਾਂ ਦੀ ਇੱਕ ਚੀਜ਼ ਗੌਰ ਨਾਲ ਦੇਖੀ ਤੇ ਹਰ ਇੱਕ ਚੀਜ਼ ਬਾਰੇ ਸਵਾਲਾਂ ਦੀ ਝੜੀ ਲਾਤੀ। ਪਾਪਾ, ਮੰਮਾ ਹੁਣ ਕਿੱਥੇ ਗਏ ਹਨ? ਮੰਮਾ ਨੇ ਹੁਣ ਕਦੇ ਨਹੀਂ ਆਉਣਾ। ਮੰਮਾ ਮਰ ਕੇ ਕਿੱਥੇ ਜਾਣਗੇ? ਮੰਮਾ ਦੀ ਸੁਆਹ ਨੂੰ ਆਪਾਂ ਕੀ ਕਰਾਂਗੇ? ਮੰਮਾ ਦੀ ਸੁਆਹ ਨੂੰ ਪਾਣੀ 'ਚ ਕਿਉਂ ਰੋੜਿਆ? ਆਦਿ। ਫੈਸਲਾ ਹੋਇਆ ਕਿ ਅਗਲੇ ਦਿਨ ਅਖੰਡ ਪਾਠ ਰੱਖ ਲਿਆ ਜਾਵੇ। ਸਾਰੇ ਮੈਂਬਰ ਰਲ ਕੇ ਪਾਠ ਕਰੀਏ, ਪਰ ਸਪੀਡ ਘੱਟ ਹੋਏਗੀ, ਇਸ ਕਰਕੇ ਭਰਮਾਂ 'ਚ ਨਾ ਪੈ ਕੇ ਪਾਠ ਸਵੇਰੇ 4 ਵਜੇ ਆਰੰਭ ਕਰ ਲਿਆ ਜਾਏ ਤਾਂ ਕਿ ਸਮੇਂ ਸਿਰ ਭੋਗ ਪੈ ਸਕੇ। ਅਗਲੇ ਦਿਨ ਸਵੇਰੇ 4 ਵਜੇ ਪਾਠ ਰੱਖਿਆ ਗਿਆ। ਸਵੇਰੇ 8 ਵਜੇ ਅੰਗੀਠਾ ਸਾਂਭਣ ਦੀ ਰਸਮ ਅਦਾ ਕੀਤੀ। 12 ਵਜੇ ਤੱਕ ਕਟਾਣਾ ਸਾਹਿਬ ਅਸਥੀਆਂ ਜਲ ਪ੍ਰਵਾਹ ਕਰਕੇ ਵਾਪਸ ਮੁੜੇ। ਤੀਜੇ ਦਿਨ ਭੋਗ ਪਿਆ। ਇਸ ਤਰ੍ਹਾਂ 4-5 ਦਿਨਾਂ ਵਿੱਚ ਰੰਗਲੇ ਸੱਜਣਾ ਨੂੰ ਵਿਦਾ ਕਰ ਵਿਹਲੇ ਹੋ ਗਏ ਤੇ ਰਹਿ ਗਏ ਮੈਂ ਤੇ ਮੇਰਾ ਪੁੱਤ ਸਰਦਾਰ ਹਰਜੋਤ ਸਿੰਘ। ਮੇਰੀ ਭੈਣ ਅਜੀਤ ਕੌਰ ਦਾ ਸਹਿਯੋਗ ਸਦੀਵੀ ਯਾਦ ਰਹੇਗਾ। ਅਜਿਹੇ ਔਖੇ ਸਮੇਂ 'ਚ ਕੁਝ ਸਮਾਂ ਮੇਰੇ ਸਭ ਤੋਂ ਵੱਡੇ ਭਾਬੀ ਪ੍ਰੀਤਮ ਕੌਰ ਜੀ ਇੱਥੇ ਰੋਟੀ ਪਾਣੀ ਬਣਾਉਣ ਲਈ ਰੁਕੇ। ਕੁਝ ਸਮਾਂ ਮੇਰਾ ਭਤੀਜਾ ਤੇ ਭਤੀਜ ਨੂੰ ਰੁਕੇ। ਕਦੇ ਕਦੇ ਮੇਰੇ ਸੱਸ ਸਾਹਿਬਾ ਆ ਜਾਂਦੇ ਸਨ, ਪਰ ਹੌਲੀ ਹੌਲੀ ਸਾਰੇ ਆਪਣੇ ਰੁਝੇਵਿਆਂ 'ਚ ਰੁੱਝ ਗਏ ਤੇ ਰੋਟੀ ਪਾਣੀ ਅਸੀਂ ਪਿਓ ਪੁੱਤਰਾਂ ਨੇ ਹੋਟਲ ਤੋਂ ਖਾਣਾ ਸ਼ੁਰੂ ਕੀਤਾ। ਬਹੁਤ ਵਾਰੀ ਮੇਰੇ ਦੋਸਤ ਸਰਦਾਰ ਜਸਵੰਤ ਸਿੰਘ ਦੇ ਘਰ ਰਾਤ ਚਲੇ ਜਾਂਦੇ ਸੀ ਤੇ ਉੱਥੇ ਸਵੇਰ ਦੇ ਨਾਸ਼ਤੇ ਦੇ ਨਾਲ ਬੇਟੇ ਦਾ ਤੇ ਮੇਰਾ ਦੁਪਹਿਰ ਦਾ ਖਾਣਾ ਵੀ ਪੈਕ ਕਰ ਦਿੰਦੇ ਸਨ। ਮੇਰੀ ਭੈਣ ਅਜੀਤ ਕੌਰ ਗੁਰਦਾਸਪੁਰ ਰਹਿੰਦੇ ਸਨ। ਹਰ ਹਫ਼ਤੇ ਸ਼ਨਿਚਰਵਾਰ ਲੁਧਿਆਣੇ ਆ ਜਾਂਦੇ ਸਨ। ਗੁਰਦਾਸਪੁਰ ਤੋਂ ਲੁਧਿਆਣੇ ਬੱਸ ਰਾਹੀਂ ਆਉਂਦਿਆਂ ਘੱਟੋ ਘੱਟ 6 ਘੰਟੇ ਲੱਗ ਜਾਂਦੇ ਸਨ ਤੇ ਭੈਣ ਨੇ ਕਹਿਣਾ, ਮੈਂ ਸੋਚਿਆ ਵੀਰ ਦੀ ਰਸੋਈ ਸਾਫ਼ ਕਰ ਆਵਾਂ। ਸ਼ਰਨਜੀਤ ਕੌਰ ਦੀਆਂ ਅੱਖਾਂ ਲੋੜਵੰਦਾਂ ਨੂੰ। ਜਦ ਮੈਨੂੰ ਵਿਜੇਵਾੜਾ ਬੈਠਿਆਂ ਧਰਮ ਪਤਨੀ ਦੀ ਮੌਤ ਦੀ ਖਬਰ ਮਿਲੀ ਤਾਂ ਮੈਂ ਸਭ ਤੋਂ ਪਹਿਲਾਂ ਉਸ ਸਮੇਂ ਦੇ ਐਡੀਸ਼ਨਲ ਚੀਫ ਸਕੱਤਰ ਡਾਕਟਰ ਚਰਨ ਕਮਲ ਸਿੰਘ ਤੇ ਡਾਕਟਰ ਪੁਸ਼ਪਿੰਦਰ ਸਿੰਘ ਹੋਰਾਂ ਨੂੰ ਫੋਨ ਕੀਤਾ ਕਿ ਉਹ ਡਾਕਟਰਾਂ ਦੀ ਟੀਮ ਬੁਲਾ ਕੇ ਮਿਸਿਸ ਦੀਆਂ ਅੱਖਾਂ ਕਿਸੇ ਲੋੜਵੰਦ ਲਈ ਕਢਵਾ ਲੈਣ। ਜਦ ਮੈਂ ਹੈਦਰਾਬਾਦ ਏਅਰਪੋਰਟ ਤੋਂ ਫੋਨ ਕੀਤਾ ਤਾਂ ਮੈਨੂੰ ਪਤਾ ਲੱਗਿਆ ਕਿ ਡਾਕਟਰਾਂ ਦੀ ਟੀਮ ਅੱਖਾਂ ਲੈਣ ਪਹੁੰਚ ਚੁੱਕੀ ਹੈ ਤੇ ਕਮਰੇ ਦੇ ਅੰਦਰ ਅੱਖਾਂ ਲੈਣ ਦੀ ਪ੍ਰਕਿਰਿਆ ਚੱਲ ਰਹੀ ਹੈ। ਜਦ ਰਾਤ 1 ਵਜੇ ਪਾਣੀਪਤ ਰੁਕੇ, ਉੱਥੇ PCO ਤੋਂ ਫੋਨ ਕੀਤਾ, ਪਤਾ ਲੱਗਿਆ ਕਿ ਡਾਕਟਰ ਅੱਖਾਂ ਲੈ ਕੇ ਜਾ ਚੁੱਕੇ ਹਨ। ਅੱਖਾਂ ਦਾਨ ਕਰਨ ਦੀ ਗੱਲ ਮੈਂ ਬਹੁਤ ਹਾਈਲਾਈਟ ਕਰਨਾ ਚਾਹੁੰਦਾ ਸੀ। ਪਰ ਇਹ ਸੋਚ ਕੇ ਨਹੀਂ ਕਰ ਸਕਿਆ ਕਿ ਲੋਕ ਕਹਿਣਗੇ ਕਿ ਘਰਵਾਲੀ ਦੀਆਂ ਅੱਖਾਂ ਦੇ ਕੇ ਉਹਦੀ ਵਾਹਵਾ ਖੱਟਣੀ ਚਾਹੁੰਦਾ ਹੈ। ਦਰਅਸਲ ਮੈਂ ਸੋਚਦਾ ਕਿ ਅੱਖਾਂ ਦਾਨ ਕਰਨ ਦੀ ਗੱਲ ਸਾਰੇ ਕਰਦੇ ਹਨ, ਪਰ ਅੱਖਾਂ ਦਿੰਦਾ ਕੋਈ ਨਹੀਂ। ਆਪਣੀ ਉਮਰ 'ਚ ਪਤਾ ਨਹੀਂ ਕਿੰਨੇ ਸੰਸਕਾਰ ਤੇ ਮ੍ਰਿਤਕ ਭੋਗਾਂ ਵਿੱਚ ਸ਼ਾਮਲ ਹੋਇਆ ਹੋਵਾਂਗਾ, ਪਰ ਮੈਂ ਕਿਤੇ ਵੀ ਅੱਖਾਂ ਦੇਣ ਦੀ ਗੱਲ ਨਹੀਂ ਸੁਣੀ। ਜਿੰਨੇ ਲੋਕ ਮਰਦੇ ਹਨ ਉਹਨਾਂ ਦੀਆਂ ਅੱਖਾਂ ਸੜ ਕੇ ਸੁਆਹ ਹੋ ਜਾਂਦੀਆਂ ਹਨ। ਉਹ ਮ੍ਰਿਤਕ ਪ੍ਰਾਣੀ ਜਾਂ ਪਰਿਵਾਰ ਦੇ ਕਿਸੇ ਕੰਮ ਨਹੀਂ ਆਉਂਦੀਆਂ। ਜਿੰਨੇ ਲੋਕ ਮਰਦੇ ਹਨ ਓਨੇ ਲੋਕ ਅੰਨੇ ਨਹੀਂ ਹਨ। ਜੇ ਹਰੇਕ ਪ੍ਰਾਣੀ ਮਰਨ ਤੋਂ ਬਾਅਦ ਅੱਖਾਂ ਦੇ ਦੇਵੇ ਤਾਂ ਅੰਨੇ ਲੋਕਾਂ ਨੂੰ ਵੀ ਸੰਸਾਰ ਦਿਖ ਸਕਦਾ ਹੈ। ਮੈਂ ਅਕਸਰ ਆਪਣੇ ਲੈਕਚਰਾਂ 'ਚ ਇੱਕ ਨਾਅਰਾ ਦਿੰਦਾ ਹਾਂ, ਬਿਫੋਰ ਡੈਥ ਇਹਨਾਂ ਅੱਖਾਂ ਨਾਲ ਚੰਗਾ ਦੇਖੋ, ਆਫਟਰ ਡੈਥ ਇਹ ਅੱਖਾਂ ਦਾਨ ਕਰ ਦਿਓ। ਕੋਈ ਨਹੀਂ ਜਾਣਦਾ ਕਿ ਉਹਨੇ ਕਦੋਂ ਮਰਨਾ ਹੈ। ਹਰੇਕ ਵਿਅਕਤੀ ਪਰਿਵਾਰ 'ਚ ਬੈਠ ਕੇ ਇਹ ਗੱਲ ਸਾਂਝੀ ਕਰੇ ਕਿ ਰੱਬ ਨਾ ਕਰੇ ਜੇ ਮੈਨੂੰ ਕੁਝ ਹੋ ਗਿਆ ਤਾਂ ਰਿਸ਼ਤੇਦਾਰ ਬੁਲਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਫੋਨ ਆਈ ਬੈਂਕ ਨੂੰ ਕਰਕੇ ਡਾਕਟਰਾਂ ਦੀ ਟੀਮ ਬੁਲਾ ਕੇ ਮੇਰੀਆਂ ਅੱਖਾਂ ਦੇ ਦਿਓ ਤਾਂ ਕਿ ਕੋਈ ਹੋਰ ਸੰਸਾਰ ਦੇਖ ਸਕੇ। ਸਵਰਗਵਾਸੀ ਪਤਨੀ ਦੀ ਯਾਦ ਵਿੱਚ ਕਵਿਤਾ। ਮੈਂ ਤੇ ਮੇਰਾ ਬੇਟਾ ਭਾਣੇ ਅੰਦਰ ਸਮਾਂ ਬਤੀਤ ਕਰਦੇ ਗਏ। ਕਈ ਵਾਰ ਸਰਦਾਰ ਹਰਮੀਤ ਸਿੰਘ ਦੇ ਮਿਸਿਸ ਬੇਟੇ ਦਾ ਜੂੜਾ ਕਰ ਦਿੰਦੇ। ਕਈ ਵਾਰ ਉਹ ਸਾਹਮਣੇ ਗੁਰਦੁਆਰੇ ਰਹਿੰਦੇ ਸੇਵਾਦਾਰਾਂ ਦੀਆਂ ਘਰ ਦੀਆਂ ਕੋਲੋਂ ਜੂੜਾ ਕਰਵਾ ਆਉਂਦਾ ਤੇ ਕਈ ਵਾਰ ਉਹਨੂੰ ਜਵਾਬ ਵੀ ਮਿਲ ਜਾਂਦਾ ਕਿ ਸਾਡੇ ਕੋਲ ਟਾਈਮ ਨਹੀਂ ਹੈ, ਆਪਣੇ ਬੱਚੇ ਸਕੂਲ ਭੇਜਣੇ ਹਨ। ਫਿਰ ਮੈਂ ਖੁਦ ਬੇਟੇ ਦੇ ਸਿਰ ਤੇ ਜੂੜਾ ਕਰਨਾ ਸਿੱਖਿਆ। ਇਹ ਵੀ ਜ਼ਿੰਦਗੀ ਦੇ ਪਲ ਸਨ। ਅਜਿਹੇ ਹਾਲਾਤਾਂ ਵਿੱਚ ਮਿਸਿਸ ਦੀ ਯਾਦ ਆ ਜਾਂਦੀ ਤੇ ਇੱਕ ਕਵਿਤਾ ਜੋ ਉਹਨਾਂ ਦੀ ਯਾਦ 'ਚ ਲਿਖੀ ਹੇਠਾਂ ਹਾਜ਼ਰ ਹੈ। ਖਾਲਕ ਦੀ ਖਲਕਤ ਨੂੰ ਪਿਆਰ ਕਰਨ ਵਾਲੀਏ ਨੀ, ਕਿਹੜੀ ਗੱਲੋਂ ਤੂੰ ਸਾਂਝਾਂ ਤੋੜੀਆਂ ਨੀ, ਮੈਨੂੰ ਬੁਲੰਦੀਆਂ ਦੀ ਸਿਖਰ ਪਹੁੰਚਾ ਕੇ ਤੇ ਆਪ ਜਿਰਾਨ ਵੱਲ ਮੁਹਾਰਾ ਮੋੜੀਆਂ ਨੀ। ਤੂੰ ਤਾਂ ਕਹਿੰਦੀ ਸੀ ਹਰਜੋਤ ਪੁੱਤਰ ਦਾ ਵਿਆਹ ਕਰਨਾ, ਨੀ ਤੇਰੀਆਂ ਸੱਧਰਾਂ ਤੇ ਚਾਅ ਕੁਝ ਵੱਖਰੇ ਸਨ। ਜਿੱਥੇ ਜਿੱਥੇ ਵੀ ਤੇਰੇ ਨਾਲ ਟੂਰ ਕੀਤਾ, ਨੀ ਤੇਰੀਆਂ ਰੌਣਕਾਂ ਤੇ ਹਾਸੇ ਕੁਝ ਵੱਖਰੇ ਸਨ। ਚਲੇ ਗਏ ਹੋ ਭਾਵੇਂ ਦਿਲ ਤੋੜ ਸੱਜਣੋ, ਯਾਦਾਂ ਤੇਰੀਆਂ ਕਦੇ ਨਾ ਭੁੱਲ ਜਾਵਣ। ਰੱਬ ਦੇਵੇ ਪਨਾਹ ਤੈਨੂੰ ਗੋਦਰੀ 'ਚ, ਸਾਰੇ ਦੇਵਤੇ ਅਰਸ਼ਾਂ ਤੋਂ ਫੁੱਲ ਪਾਵਣ।
ਬੇਟੇ ਨੂੰ ਬੜੂ ਸਾਹਿਬ ਪੜ੍ਹਨ ਭੇਜਣ ਲਈ ਵਿਚਾਰਾਂ। ਸਮਾਂ ਆਪਣੀ ਚਾਲੇ ਅੱਗੇ ਵੱਧਦਾ ਗਿਆ। ਜਥੇਬੰਦੀ ਦੇ ਵੀਰ ਮੁੜ ਵਿਆਹ ਕਰਵਾਉਣ ਲਈ ਮਨਾਉਣ ਲੱਗੇ। ਅਕਸਰ ਬੇਟੇ ਦਾ ਵਾਸਤਾ ਦੇ ਕੇ ਮੈਨੂੰ ਕਹਿੰਦੇ ਕਿ ਅਜੇ ਜ਼ਿੰਦਗੀ ਬਹੁਤ ਲੰਬੀ ਹੈ ਤੇ ਬੇਟੇ ਨੂੰ ਵੀ ਮਾਂ ਮਿਲ ਜਾਏਗੀ। ਬੇਟੇ ਬਾਰੇ ਮੈਂ ਸੋਚਦਾ ਸੀ ਇਹਨੂੰ ਅਕਾਲ ਅਕੈਡਮੀ ਬੜੂ ਸਾਹਿਬ ਦਾਖਲ ਕਰਵਾ ਦਿਆਂ। ਡਾਕਟਰ ਪੁਸ਼ਪਿੰਦਰ ਸਿੰਘ ਹੋਰੀ ਇਹਦੇ ਖਰਚੇ ਦੇ ਪ੍ਰਬੰਧ ਦੀ ਹਾਮੀ ਭਰਦੇ ਸਨ। ਫਿਰ ਮਨ 'ਚ ਇੱਕ ਚੀਜ਼ ਉੱਠਦੀ ਸੀ ਕਿ ਪੁੱਤਰ ਮਾਂ ਪਿਆਰ ਤੋਂ ਵਾਂਝਾ ਹੋ ਗਿਆ ਤੇ ਕੀ ਮੈਂ ਇਹਨੂੰ ਬੜੂ ਸਾਹਿਬ ਭੇਜ ਕੇ ਪਿਤਾ ਪਿਆਰ ਤੋਂ ਵੀ ਵਾਂਝਾ ਕਰ ਦੇਵਾਂ। ਫਿਰ ਮੈਂ ਪੁੱਤਰ ਨੂੰ ਛਾਤੀ ਨਾਲ ਘੁੱਟ ਲੈਂਦਾ ਤੇ ਪੁਕਾਰ ਉੱਠਦਾ, ਨਹੀਂ, ਮੈਂ ਇੰਜ ਨਹੀਂ ਕਰਾਂਗਾ, ਮੈਂ ਤੈਨੂੰ ਬੜੂ ਸਾਹਿਬ ਨਹੀਂ ਭੇਜਾਂਗਾ। 26 ਦਸੰਬਰ 1999 ਨੂੰ ਮੁੜ ਆਨੰਦ ਕਾਰਜ ਹੋਇਆ। ਸਰਦਾਰ ਇੰਦਰਪਾਲ ਸਿੰਘ ਡਿਪਟੀ ਚੀਫ ਆਰਗੇਨਾਈਜ਼ਰ ਤੇ ਸਰਦਾਰ ਪ੍ਰਿਥੀ ਸਿੰਘ ਸਟੇਟ ਸਕੱਤਰ ਪੰਜਾਬ ਆ ਕੇ ਕਹਿਣ ਲੱਗੇ, ਮਾਸਟਰ ਜੀ, ਸਰਦਾਰ ਹਰਚਰਨਜੀਤ ਸਿੰਘ ਬੱਬ ਸਟੱਡੀ ਸਰਕਲ ਦੀ ਸੁਪਰੀਮ ਕਾਉਂਸਲ ਦੇ ਮੈਂਬਰ ਹੋਰਾਂ ਦੀ ਭੈਣ ਕਵਲਜੀਤ ਕੌਰ ਸਰਕਾਰੀ B.Ed ਅਧਿਆਪਕਾ ਹਨ ਤੇ ਉਹਨਾਂ ਦਾ ਇੱਕ ਬੇਟਾ ਹੈ। ਤੁਸੀਂ ਉਹਨਾਂ ਨਾਲ ਆਨੰਦ ਕਾਰਜ ਕਰਵਾ ਲਓ। ਤੁਹਾਡਾ ਵੀ ਜ਼ਿੰਦਗੀ ਦਾ ਸਫ਼ਰ ਲੰਬਾ ਹੈ ਤੇ ਬੇਟੇ ਨੂੰ ਵੀ ਮਾਂ ਦੀ ਲੋੜ ਹੈ। ਚੰਡੀਗੜ੍ਹ ਜਾ ਕੇ ਕਵਲਜੀਤ ਕੌਰ ਨੂੰ ਦੇਖਿਆ ਤੇ ਰਿਸ਼ਤਾ ਤੈਅ ਹੋ ਗਿਆ। 26 ਦਸੰਬਰ 1999 ਨੂੰ ਮੁੜ ਆਨੰਦ ਕਾਰਜ ਹੋ ਗਿਆ। ਇਸ ਤਰ੍ਹਾਂ ਬੇਟੇ ਨੂੰ ਮਾਂ ਮਿਲ ਗਈ ਤੇ ਮੈਂ ਪੁਰਾਣੀਆਂ ਯਾਦਾਂ ਨੂੰ ਨਵੇਂ ਰਿਸ਼ਤਿਆਂ ਨਾਲ ਜੋੜ ਕੇ ਇੱਕ ਕਵਿਤਾ ਲਿਖੀ। ਐ ਸ਼ਰਨਜੀਤ ਤੇਰੇ ਤੁਰ ਜਾਣ ਪਿੱਛੋਂ। ਐ ਸ਼ਰਨਜੀਤ ਤੇਰੇ ਤੁਰ ਜਾਣ ਪਿੱਛੋਂ ਜੀਵਨ ਤੁਰਦਾ ਕਰਨ ਲਈ ਮੈਂ ਇੱਕ ਰਿਸ਼ਤਾ ਬਣਾਇਆ ਹੰਝੂ ਆਉਂਦਾ ਆਪਣੇ ਨਾਲ, ਕਿਉਂਕਿ ਮੈਂ ਸੋਚਿਆ ਵਿਚਾਲੇ ਛੱਡ ਤੁਰ ਗਏ ਕਦੇ ਮੁੜਦੇ ਨਹੀਂ। ਪਰ ਹੰਝੂ ਝੱਟ ਆ ਜਾਂਦੇ ਨੇ ਜਦ ਵੀ ਮੈਂ ਤੈਨੂੰ ਯਾਦ ਕਰਦਾ ਹਾਂ, ਤੇ ਹੰਝੂ ਜਦ ਵੀ ਆਉਂਦੇ ਨੇ ਪਹਿਲਾਂ ਤੇਰੀ ਯਾਦ ਦਿਵਾਉਂਦੇ ਨੇ। ਇਹ ਵੀ ਮੈਨੂੰ ਓਨਾ ਹੀ ਸਤਾਉਂਦੇ ਨੇ ਜਿੰਨਾ ਤੂੰ ਕਦੇ ਮੈਨੂੰ ਪਿਆਰ ਕਰਦਿਆਂ ਸਤਾਉਂਦੀ ਸੀ। ਇਹ ਜਦ ਵੀ ਆਉਂਦੇ ਨੇ ਮੈਨੂੰ ਰੱਜ ਕੇ ਤੜਫਾਉਂਦੇ ਨੇ। ਤੇਰਾ ਬੇਟਾ ਹਰਜੋਤ ਜੀ ਮੈਨੂੰ ਦੇਖ ਘਬਰਾਉਂਦੇ ਨੇ। ਪਾਪਾ ਜੀ, ਕੀ ਹੋਇਆ ਤੁਹਾਨੂੰ? ਦੁਖੀ ਹੋ ਫਰਮਾਉਂਦੇ ਨੇ। ਨਾ ਹੰਝੂ ਮੁੱਕਦੇ ਸੀ ਨਾ ਤੇਰੀਆਂ ਯਾਦਾਂ ਮੁੱਕਦੀਆਂ। ਪਿਆਰ ਦੀਆਂ ਯਾਦਾਂ ਨੂੰ ਬਾਰ-ਬਾਰ ਦੁਹਰਾਉਂਦੇ ਨੇ। ਕਦੇ ਹੰਝੂ ਦਫ਼ਤਰ ਬੈਠੀ ਆ ਜਾਂਦੇ ਨੇ। ਸਟਾਫ ਮੈਂਬਰਾਂ ਤੋਂ ਵੀ ਨਾ ਸ਼ਰਮਾਉਂਦੇ ਨੇ। ਫਿਰ ਰੋਕਿਆਂ ਰੁਕਦੇ ਨਾ, ਮੁਕਾਇਆ ਮੁੱਕਦੇ ਨਾ, ਸੁਕਾਇਆ ਸੁੱਕਦੇ ਨਾ, ਬਸ ਆਈ ਜਾਂਦੇ ਨੇ। ਪਾਣੀ ਦੀ ਛੈਬਰ ਲਾਈ ਜਾਂਦੇ ਨੇ। ਲੋਕ ਕਹਿੰਦੇ ਹੋਣਗੇ ਸਤਨਾਮ ਸਿੰਘ ਡੋਲ ਗਿਆ, ਪਰ ਮੇਰੇ ਲਈ ਇਹ ਹੰਝੂ ਸਤਿਕਾਰੇ ਜਾਂਦੇ ਨੇ, ਕਿਉਂਕਿ ਜਦ ਵੀ ਆਉਂਦੇ ਨੇ ਤੇਰੀ ਯਾਦ ਤਾਂ ਨਾਲ ਲਿਆਉਂਦੇ ਨੇ। ਇੱਕ ਦਿਨ ਇੰਨੇ ਆਏ, ਮਾਵਾਂ ਹੁੰਦੀਆਂ ਠੰਡੀਆਂ ਛਾਵਾਂ ਕੌਣ ਕਰੇ। ਮਾਂ ਬਿਨ ਹਰਜੋਤ ਪੁੱਤ ਦੀ ਹਾਮੀ ਕੌਣ ਭਰੇ ਦੀ ਸੋਚ ਲਿਆਏ। ਮੈਂ ਕਿਹਾ ਹਰਜੋਤ ਨੂੰ ਬੜੂ ਸਾਹਿਬ ਪਾ ਦਿਆਂ ਤੇ ਆਪਣਾ ਫਰਜ਼ ਨਿਭਾ ਦਿਆਂ। ਇੱਕਦਮ ਹੰਝੂ ਬੋਲ ਉੱਠੇ, ਕਹਿੰਦੇ ਪਹਿਲਾਂ ਉਹ ਮਾਂ ਦਾ ਪਿਆਰ ਗਵਾ ਬੈਠਾ, ਹੁਣ ਤੂੰ ਬਾਪ ਦੇ ਪਿਆਰ ਤੋਂ ਵਾਂਝਾ ਕਰਨ ਦਾ ਮਨ ਬਣਾ ਬੈਠਾ। ਇੱਕ ਚੀਸ ਫਿਰ ਐਸੀ ਉੱਠੀ, ਪੁੱਤ ਨੂੰ ਪਾ ਲਈ ਘੁੱਟ ਕੇ ਜੱਫੀ। ਬੜੂ ਸਾਹਿਬ ਤੈਨੂੰ ਤੋਰਾਂਗਾ ਨਹੀਂ, ਤੇਰੇ ਗਲ ਪਾਈਆਂ ਬਾਹਾਂ ਛੋੜਾਂਗਾ ਨਹੀਂ। ਹੇ ਸ਼ਰਨਜੀਤ ਦੇ ਲਾਏ ਬੂਟੇ, ਤੂੰ ਹੀ ਮੇਰਾ ਬਾਗ ਹੈ ਸੋਹਣਾ, ਤੂੰ ਹੀ ਮੇਰਾ ਪਿਆਰ ਹੈ ਸੋਹਣਾ, ਤੂੰ ਹੀ ਮੇਰਾ ਸੰਸਾਰ ਹੈ ਸੋਹਣਾ। ਸਮਾਂ ਬੀਤਿਆ ਤਾਂ ਸਾਰੇ ਆਖਣ, ਰੀਮੈਰਿਜ ਕਰਵਾਓ ਸਿੰਘਾ, ਜ਼ਿੰਦਗੀ ਤੇ ਝੱਟ ਕਿੱਦਾਂ ਕੱਢੇਗਾ, ਸੰਜੋਗ ਕੋਈ ਬਣਾਓ ਸਿੰਘਾ। ਕਹਿੰਦੇ ਮਾਵਾਂ ਠੰਡੀਆਂ ਛਾਵਾਂ, ਪੁੱਤ ਦੀ ਛਾਂ ਬਣਾਓ ਏ ਸਿੰਘਾ। ਮੈਂ ਸੋਚਿਆ ਮੇਰਾ ਤਾਂ ਝੱਟ ਲੰਘ ਹੀ ਜਾਣਾ, ਕੱਚੀ ਪੱਕੀ ਖਾਓ ਸਿੰਘਾ। ਮਾਂ ਦਾ ਪਿਆਰ ਕਿਵੇਂ ਦਿਆਂਗਾ, ਇਸ ਗੱਲ ਕੀਤਾ ਪਰੇਸ਼ਾਨ ਹੋਏ ਸਿੰਘਾ। ਵੀਰ ਪ੍ਰਿਥੀ ਸਿੰਘ ਤੇ ਇੰਦਰਪਾਲ ਜੀ ਆ ਗਏ, ਰਿਸ਼ਤਾ ਤੇਰਾ ਕਰਾ ਦਿਆਂਗੇ। ਪੁੱਤਰ ਆਪਣੇ ਤੇ ਤਰਸ ਕਮਾ ਲੈ, ਇਹਨੂੰ ਮਾਂ ਦਿਵਾ ਦਿਆਂਗੇ। ਬਸ ਫਿਰ ਰਿਸ਼ਤਾ ਤੈਅ ਹੋ ਗਿਆ। ਬੱਬ ਜੀ ਦੀ ਭੈਣ ਨਾਲ ਵਿਆਹ ਹੋ ਗਿਆ। ਪਗਲੀਏ ਇੱਕ ਹੋਰ ਸ਼ਰਨਜੀਤ ਆ ਗਈ, ਪੁੱਤ ਨੂੰ ਘੁੱਟ ਕੇ ਠੰਡ ਉਸ ਪਾ ਲਈ। ਉਹ ਵੀ ਤੇਰੇ ਵਰਗੀ ਲੱਗਦੀ, ਤੇਰੇ ਜਿੰਨਾ ਪਿਆਰ ਹੈ ਕਰਦੀ, ਤੇਰੇ ਵਾਂਗੂ ਚੱਲਦੀ ਫਿਰਦੀ, ਤੇਰੇ ਵਾਂਗ ਸਤਿਕਾਰ ਹੈ ਕਰਦੀ, ਤੇਰੇ ਜਿੰਨਾ ਕੱਦ ਹੈ ਉਸਦਾ, ਤੇਰੇ ਵਰਗਾ ਕਿਰਦਾਰ ਹੈ ਉਸਦਾ। ਪਰ 8 ਸਾਲ ਤੇਰੇ ਨਾਲ ਨੇ ਕੱਟੇ, ਤੈਨੂੰ ਵੀ ਨਹੀਂ ਭੁਲਾ ਸਕਦਾ ਮੈਂ। ਅਮਾਨਤ ਤੇਰੀ ਸੰਭਾਲ ਕੇ ਰੱਖੂੰ, ਧੁਰ ਅੰਦਰੋਂ ਯਕੀਨ ਦਿਵਾ ਸਕਦਾ ਮੈਂ। ਤੈਨੂੰ ਵੀ ਨਹੀਂ ਕਦੇ ਭੁਲਾ ਸਕਦਾ ਮੈਂ, ਤੈਨੂੰ ਵੀ ਨਹੀਂ ਕਦੇ ਭੁਲਾ ਸਕਦਾ ਮੈਂ।
ਅੰਤਰਰਾਸ਼ਟਰੀ ਯੁਵਕ ਕਾਨਫਰੰਸ PAU ਲੁਧਿਆਣਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ 6 ਤੋਂ 9 ਫਰਵਰੀ 2003 ਨੂੰ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਅੰਤਰਰਾਸ਼ਟਰੀ ਵਿਦਿਆਰਥੀ ਕਾਨਫਰੰਸ ਕੀਤੀ ਗਈ, ਜਿਸ ਦਾ ਮੁੱਦਾ ਸ਼ਾਂਤੀ, ਸੱਭਿਆਚਾਰ ਤੇ ਨਸ਼ਿਆਂ ਰਹਿਤ ਸਮਾਜ ਦੀ ਸਿਰਜਣਾ ਸੀ। ਇਸ ਕਾਨਫਰੰਸ ਵਿੱਚ 11 ਦੇਸ਼ਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਮੇਂ ਵਿਦਿਆਰਥੀ ਵਿੰਗ ਦੇ ਪ੍ਰਧਾਨ ਡਾਕਟਰ ਗੁਰਸੰਗਤਪਾਲ ਸਿੰਘ ਤੇ ਜਨਰਲ ਸਕੱਤਰ ਡਾਕਟਰ ਮਨਮੋਹਨਜੀਤ ਸਿੰਘ ਸਨ। ਯੁਵਕ ਸੇਵਾਵਾਂ ਡਾਇਰੈਕਟਰ ਵਜੋਂ ਇਸ ਕਾਨਫਰੰਸ ਲਈ ਕੰਮ ਕਰਦਿਆਂ ਕਾਫੀ ਨਵੇਂ ਤਜਰਬੇ ਹਾਸਲ ਕੀਤੇ। ਕਾਨਫਰੰਸ ਦੀ ਸਫਲਤਾ ਲਈ ਪ੍ਰਿੰਸੀਪਲ ਰਾਮ ਸਿੰਘ, ਸਰਦਾਰ ਗੁਰਮੀਤ ਸਿੰਘ, ਸਰਦਾਰ ਜਤਿੰਦਰਪਾਲ ਸਿੰਘ, ਡਾਕਟਰ ਚਰਨ ਕਮਲ ਸਿੰਘ, ਸਰਦਾਰ ਇੰਦਰਪਾਲ ਸਿੰਘ ਤੇ ਸਰਦਾਰ ਰਣਜੀਤ ਸਿੰਘ ਜੀ ਦੀ ਯੋਗ ਅਗਵਾਈ ਪ੍ਰਾਪਤ ਸੀ। ਨਸ਼ਾ ਛੱਡੋ ਮੁਹਿੰਮ ਪ੍ਰਾਥਮਿਕਤਾ 2002-3 ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ 2003-4 ਦੀ ਪ੍ਰਾਥਮਿਕਤਾ ਨਸ਼ਾ ਛੱਡੋ ਮੁਹਿੰਮ ਨੂੰ ਬਣਾਇਆ, ਜਿਸ ਦੇ ਕਨਵੀਨਰ ਸਰਦਾਰ ਸਰਬਜੀਤ ਸਿੰਘ ਸਨ। ਇਸ ਮੁਹਿੰਮ ਵਿੱਚ ਦਾਸ ਨੂੰ ਉਸ ਇੱਕ ਵਰ੍ਹੇ ਵਿੱਚ ਘੱਟੋ ਘੱਟ 200 ਸਕੂਲਾਂ ਕਾਲਜਾਂ 'ਚ ਜਾ ਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੈਕਚਰ ਦੇਣ ਤੇ ਹਜ਼ਾਰਾਂ ਵਿਦਿਆਰਥੀਆਂ ਕੋਲੋਂ ਨਸ਼ੇ ਨਾ ਕਰਨ ਦੇ ਪ੍ਰਣ ਲੈਣ ਦਾ ਸੁਭਾਗ ਪ੍ਰਾਪਤ ਹੋਇਆ। ਡਾਕਟਰ ਚਰਨ ਕਮਲ ਸਿੰਘ ਹੋਰਾਂ ਚੀਫ ਸਕੱਤਰ ਵਜੋਂ ਸੇਵਾ ਸੰਭਾਲੀ। ਸਤੰਬਰ 2003 ਵਿੱਚ ਡਾਕਟਰ ਚਰਨ ਕਮਲ ਸਿੰਘ ਹੋਰਾਂ ਚੀਫ ਸਕੱਤਰ ਵਜੋਂ ਸੇਵਾ ਸੰਭਾਲੀ ਤੇ ਉਹਨਾਂ ਮਲਟੀਮੀਡੀਆ ਟੈਕਨੋਲੋਜੀ ਦੇ ਜ਼ਮਾਨੇ ਵਿੱਚ ਜਥੇਬੰਦਕ ਕੈਡਰ ਨੂੰ ਆਧੁਨਿਕ ਤਕਨੀਕਾਂ ਨਾਲ ਲੈਸ ਕਰਨਾ ਸ਼ੁਰੂ ਕੀਤਾ। ਡਾਕਟਰ ਸਾਹਿਬ ਮਹਿਸੂਸ ਕਰਨ ਲੱਗੇ ਕਿ ਵਿਚਾਰ, ਪ੍ਰਚਾਰ ਤੇ ਪ੍ਰਸਾਰ ਲਈ ਉਹ ਪ੍ਰਕਾਸ਼ਨਾਵਾਂ ਵਧੇਰੇ ਮਹੱਤਵਪੂਰਨ ਹਨ, ਜਿਨ੍ਹਾਂ ਦਾ ਆਮ ਲੋਕਾਂ ਤੇ ਵਧੇਰੇ ਛੇਤੀ ਅਸਰ ਪੈਂਦਾ ਹੈ। ਇਸ ਲਈ ਪ੍ਰਭਾਵਸ਼ਾਲੀ ਵੀਡੀਓ, CDs ਤੇ ਨਾਟਕਾਂ ਲਈ ਖਰੜੇ ਤਿਆਰ ਕੀਤੇ ਜਾਣੇ ਚਾਹੀਦੇ ਹਨ। ਪਿੰਡਾਂ, ਸ਼ਹਿਰਾਂ, ਸਕੂਲਾਂ, ਕਾਲਜਾਂ ਵਿੱਚ ਭਰਪੂਰ ਸਲਾਈਡ ਸ਼ੋਅ ਪ੍ਰਦਰਸ਼ਿਤ ਹੋਣੇ ਚਾਹੀਦੇ ਹਨ। ਡਾਕਟਰ ਸਾਹਿਬ ਨੇ ਸੇਵਾ ਸੰਭਾਲਦਿਆਂ ਹੀ ਇੱਕ LCD ਪ੍ਰੋਜੈਕਟਰ ਖਰੀਦ ਕੇ ਦਾਸ ਦੇ ਹਵਾਲੇ ਕੀਤਾ। ਇੱਕ ਓਮਨੀ ਵੈਨ ਤੇ ਇੱਕ ਡਰਾਈਵਰ ਦਾਸ ਦੇ ਡਿਸਪੋਜ਼ਲ ਤੇ ਕੀਤੇ। ਹੌਲੀ ਹੌਲੀ ਅਜਿਹਾ ਇਨਕਲਾਬ ਆਇਆ ਕਿ ਜਥੇਬੰਦੀ ਦੇ ਕੈਡਰ ਕੋਲ ਜ਼ੋਨਾਂ ਵਿੱਚ LCD ਪ੍ਰੋਜੈਕਟਰਾਂ ਦੀ ਵਰਤੋਂ ਹੋਣ ਲੱਗੀ। ਇਸ ਵੇਲੇ 11/1/8 ਨੂੰ ਜਥੇਬੰਦੀ ਕੋਲ 7 LCD ਪ੍ਰੋਜੈਕਟਰ, 13 ਸਲਾਈਡ ਪ੍ਰੋਜੈਕਟਰ, 3 ਓਵਰਹੈਡ ਪ੍ਰੋਜੈਕਟਰ ਤੇ 10 ਲੈਪਟਾਪ ਹਨ। ਜਥੇਬੰਦੀ ਦਾ ਚਿੱਠੀ ਪੱਤਰ ਈਮੇਲ ਤੇ ਹੋਣ ਲੱਗਾ। ਆਪਣੀ ਵੈਬਸਾਈਟ ਦੀ ਪੁਨਰ ਸਥਾਪਨਾ ਹੋਈ। ਡਾਕਟਰ ਸਾਹਿਬ ਦੀ ਟੀਮ ਨਾਲ ਕੰਮ ਕਰਨ ਦੀ ਭਾਵਨਾ ਤੇ ਉਤਸ਼ਾਹ ਹੋਰ ਵਧਿਆ। ਡਾਕਟਰ ਸਾਹਿਬ ਖੁਦ ਮਿਹਨਤੀ ਸੁਭਾਅ ਦੇ ਇਨਸਾਨ ਹਨ। ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਮੈਨੂੰ ਕਦੇ ਵੀ ਇਹ ਨਹੀਂ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ, ਕਿੱਥੇ ਜਾ ਰਹੇ ਹੋ ਜਾਂ ਫਲਾਣਾ ਪ੍ਰੋਗਰਾਮ ਬਣਾ ਰਹੇ ਹੋ, ਬਣਾ ਲਵੋ, ਕਿਉਂਕਿ ਉਹ ਸਮਝਦੇ ਸਨ ਕਿ ਮੈਂ ਵਿਹਲਾ ਰਹਿਣ ਵਾਲਾ ਨਹੀਂ, ਸਗੋਂ ਭਵਿੱਖ ਪ੍ਰੋਗਰਾਮ ਆਪਣੇ ਆਪ ਉਲੀਕਦਾ ਰਹਿਣਾ। ਭਾਵੇਂ ਮੇਰੀ ਗੱਡੀ ਦੀ ਲੌਗ ਬੁੱਕ ਅਪ ਟੂ ਡੇਟ ਰਹਿੰਦੀ ਹੈ, ਤੇਲ ਤੇ ਹੋਰ ਹਰ ਤਰ੍ਹਾਂ ਅਕਾਊਂਟ ਵਿਭਾਗ ਜਾਂ ਕੋਈ ਵੀ ਮੇਰੇ ਵੱਲ ਉਂਗਲ ਨਹੀਂ ਕਰ ਸਕਦਾ, ਪਰ ਫਿਰ ਵੀ ਡਾਕਟਰ ਸਾਹਿਬ ਨੇ ਇੰਨਾ ਵਿਸ਼ਵਾਸ ਕੀਤਾ ਕਿ ਕਦੇ ਵੀ ਗੱਡੀ ਦੀ ਲੌਗ ਬੁੱਕ ਚੈੱਕ ਨਹੀਂ ਕੀਤੀ। ਸਾਨੂੰ ਜਥੇਬੰਦੀ 'ਚ ਇਹ ਸਿਖਾਇਆ ਗਿਆ ਕਿ ਸਟੱਡੀ ਸਰਕਲ ਵੱਲੋਂ ਸਥਾਪਿਤ ਲੀਹਾਂ ਅਨੁਸਾਰ ਇੱਥੇ ਸੇਵਾਦਾਰ ਤੋਂ ਲੈ ਕੇ ਚੀਫ ਆਰਗੇਨਾਈਜ਼ਰ ਤੱਕ ਸਭ ਦਾ ਬਰਾਬਰ ਸਤਿਕਾਰ ਹੈ। ਅਹੁਦੇਦਾਰੀਆਂ ਸ਼ਕਤੀਆਂ ਪ੍ਰਦਾਨ ਨਹੀਂ ਕਰਦੀਆਂ, ਇਹ ਜ਼ਿੰਮੇਵਾਰੀਆਂ ਨਿਭਾਉਣ ਲਈ ਇੱਕ ਪ੍ਰਣ ਹਨ। ਡਾਕਟਰ ਸਾਹਿਬ ਨੇ ਦਾਸ ਨੂੰ ਮਾਣ ਸਨਮਾਨ ਤੇ ਪਿਆਰ ਦਿੱਤਾ। ਸੁਪਰੀਮ ਕੌਂਸਲ ਇਕੱਤਰਤਾਵਾਂ ਵਿੱਚ ਬੈਠਣ ਦਾ ਮਾਣ ਬਖਸ਼ਿਆ। ਡਾਕਟਰ ਚਰਨ ਕਮਲ ਸਿੰਘ, ਸਰਦਾਰ ਰਣਜੀਤ ਸਿੰਘ ਮੋਗਾ ਤੇ ਸਰਦਾਰ ਇੰਦਰਪਾਲ ਸਿੰਘ ਰੋਪੜ, ਪ੍ਰਿੰਸੀਪਲ ਰਾਮ ਸਿੰਘ ਹੋਰਾਂ ਮਹਿਸੂਸ ਕੀਤਾ ਕਿ ਭਾਵੇਂ ਮੈਂ ਹੋਲ ਟਾਈਮਰ ਹਾਂ, ਪਰ ਜਥੇਬੰਦੀ ਨਾਲ ਮੋਢਾ ਢਾਹ ਕੇ ਡਟਿਆ ਤੇ ਖੜਿਆ ਹਾਂ। ਯੂਨਿਟ ਪੱਧਰ ਤੱਕ ਟੂਰਿੰਗ ਤੇ ਸੰਪਰਕ ਕਰਕੇ ਜੋ ਸਤਹੀ ਜਾਣਕਾਰੀਆਂ ਮੇਰੇ ਕੋਲ ਹਨ, ਮੈਨੂੰ ਸੁਪਰੀਮ ਕੌਂਸਲ ਡਿਸੀਜ਼ਨ ਮੇਕਿੰਗ ਬੋਡੀ 'ਚ ਬਿਠਾਉਣਾ ਚਾਹੀਦਾ ਹੈ ਤੇ ਇਸ ਟੀਮ ਨੇ ਜਥੇਬੰਦੀ ਦੀ ਕਾਰਜ ਯੋਜਨਾ ਫੀਲਡ ਵਿੱਚ ਲਾਗੂ ਕਰਵਾਉਣ ਲਈ ਸਕੱਤਰ ਕਾਰਜ ਯੋਜਨਾ ਦੀ ਸੇਵਾ ਦਾਸ ਨੂੰ ਸੌਂਪੀ ਤੇ ਸਕੱਤਰ ਕਾਰਜ ਯੋਜਨਾ ਦਾ ਸੁਪਰੀਮ ਕੌਂਸਲ ਦੀ ਹਰੇਕ ਇਕੱਤਰਤਾ ਵਿੱਚ ਬੈਠਣ ਦਾ ਮਤਾ ਪਾਸ ਕਰਵਾਇਆ। ਇਸ ਮਾਣ ਲਈ ਮੈਂ ਡਾਕਟਰ ਸਾਹਿਬ ਤੇ ਸਮੁੱਚੀ ਟੀਮ ਦਾ ਧੰਨਵਾਦੀ ਹਾਂ। ਜਥੇਬੰਦੀ ਲਈ ਇਹ ਮਾਣ ਦੀ ਗੱਲ ਹੈ ਕਿ ਜਥੇਬੰਦੀ ਨੂੰ ਪ੍ਰਿੰਸੀਪਲ ਰਾਮ ਸਿੰਘ ਜੀ ਵਰਗੇ ਸਿਧਾਂਤਾਂ, ਗੁਰਬਾਣੀ, ਇਤਿਹਾਸ ਦੇ ਗਿਆਤਾ ਵਿਦਵਾਨ ਮੁਖੀ ਮਿਲੇ। ਸਹਿਜ ਪਾਠ ਮੁਹਿੰਮ ਪ੍ਰਾਥਮਿਕਤਾ 2003-4 ਜਥੇਬੰਦੀ ਦੀ 2004-5 ਦੀ ਪ੍ਰਾਥਮਿਕਤਾ ਸਹਿਜ ਪਾਠ ਮੁਹਿੰਮ ਸੀ। ਇਸ ਮੁਹਿੰਮ ਦੇ ਕਨਵੀਨਰ ਵੀ ਸਰਦਾਰ ਸਰਬਜੀਤ ਸਿੰਘ ਰੇਣੂਕਾ ਸਨ।
ਇਸ ਮੁਹਿੰਮ ਦੌਰਾਨ 14,000 ਦੇ ਕਰੀਬ ਵਿਦਿਆਰਥੀਆਂ ਨੇ ਸਹਿਜ ਪਾਠ ਆਪਣੇ ਘਰਾਂ ਵਿੱਚ ਬੈਠ ਕੇ ਕੀਤੇ। ਇਸ ਮੁਹਿੰਮ ਦੌਰਾਨ ਦਾਸ ਨੂੰ ਸਹਿਜ ਪਾਠ ਮੁਹਿੰਮ ਸੰਬੰਧੀ 200 ਤੋਂ ਵੱਧ ਸਕੂਲਾਂ ਕਾਲਜਾਂ 'ਚ ਜਾ ਕੇ ਵਿਦਿਆਰਥੀਆਂ ਨੂੰ ਸਹਿਜ ਪਾਠ ਕਰਨ ਲਈ ਪ੍ਰੇਰਿਤ ਕਰਨ ਤੇ ਚਰਨੀ ਲਾਉਣ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਕੇਸ ਪਿਆਰ ਮੁਹਿੰਮ ਪ੍ਰਾਥਮਿਕਤਾ 2004-5। ਇਸ ਮੁਹਿੰਮ ਦੇ ਕਨਵੀਨਰ ਸਰਦਾਰ ਸੁਰਜੀਤ ਸਿੰਘ ਤੇ ਸਕੱਤਰ ਦੀ ਸੇਵਾ ਦਾਸ ਨੂੰ ਸੌਂਪੀ ਗਈ। ਇਸ ਮੁਹਿੰਮ ਤਹਿਤ 365 ਦਿਨਾਂ ਵਿੱਚੋਂ 250 ਰਾਤਾਂ ਦਾਸ ਨੇ ਪੰਜਾਬ ਦੇ 17 ਜ਼ਿਲ੍ਹਿਆਂ ਦੇ 250 ਪਿੰਡਾਂ, ਸ਼ਹਿਰਾਂ ਤੇ ਗੁਰਦੁਆਰਾ ਸਾਹਿਬਾਨ ਦੇ ਖੁੱਲ੍ਹੇ ਮੈਦਾਨਾਂ 'ਚ ਕੇਸ ਪਿਆਰ ਸੰਬੰਧੀ ਸਲਾਈਡ ਸ਼ੋਅ ਕੀਤੇ। ਵੱਖ-ਵੱਖ ਪਿੰਡਾਂ ਵਿੱਚ ਰਾਤ 8 ਤੋਂ 10:30 ਵਜੇ ਤੱਕ ਸਮਾਗਮ ਕਰਨਾ, ਉਪਰੰਤ ਕਿਸੇ ਘਰ ਲੰਗਰ ਛਕਣਾ, ਰਾਤ 11 ਤੋਂ 11:30 ਵਜੇ ਦੇ ਕਰੀਬ ਵਾਪਸੀ ਲਈ ਚੱਲਣਾ ਤੇ ਰਾਤ 1 ਵਜੇ ਤੇ ਕਦੇ 3 ਵਜੇ ਵਾਪਸ ਘਰ ਪਰਤਣਾ। ਇਸ ਤੋਂ ਇਲਾਵਾ 100 ਸਕੂਲਾਂ ਕਾਲਜਾਂ 'ਚ ਜਾ ਕੇ ਕੇਸ ਪਿਆਰ ਸੰਬੰਧੀ ਸੈਮੀਨਾਰ ਕੀਤੇ। ਵੱਖ-ਵੱਖ ਜ਼ੋਨਲ ਟੀਮਾਂ ਨੇ ਵੀ ਸਲਾਈਡ ਸ਼ੋਅ ਤੇ ਕੇਸ ਪਿਆਰ ਸੈਮੀਨਾਰਾਂ ਦੀ ਲੜੀ ਤੇਜ਼ ਕੀਤੀ, ਜਿਸ ਤਹਿਤ 5,000 ਪਤਿਤ ਨੌਜਵਾਨਾਂ ਨੇ ਕੇਸ ਰੱਖਣ ਲਈ ਪ੍ਰਣ ਫਾਰਮ ਭਰੇ, ਜਿਨ੍ਹਾਂ ਵਿੱਚੋਂ 4,000 ਨੌਜਵਾਨ ਸਾਬਤ ਸੂਰਤ ਹੋਏ, ਜਿਨ੍ਹਾਂ ਦੇ ਸਿਰ ਜੂੜੇ ਤੇ ਦਸਤਾਰ ਨਾਲ ਸਜਣ ਲੱਗੇ। ਜਥੇਬੰਦੀ ਵੱਲੋਂ 10 ਥਾਵਾਂ ਤੇ ਪੰਜਾਬ ਵਿੱਚ ਤੇ ਹਰਿਆਣਾ ਵਿੱਚ 1 ਥਾਂ ਤੇ ਭਾਈ ਤਾਰੂ ਸਿੰਘ ਦਿਵਸ ਸਮਾਗਮ ਕਰਕੇ ਇਹਨਾਂ 4,000 ਨੌਜਵਾਨਾਂ ਦੇ ਗਲਾਂ 'ਚ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਹਰੇਕ ਸਮਾਗਮ ਲਈ 4 ਤੋਂ 5,000 ਦੇ ਕਰੀਬ ਸੰਗਤਾਂ ਹਾਜ਼ਰ ਹੋਈਆਂ। ਮੈਂ ਮਹਿਸੂਸ ਕੀਤਾ ਕਿ ਗੁਰਸਿੱਖੀ ਦੇ ਗੌਰਵ ਦੀਆਂ ਇਹਨਾਂ ਗੱਲਾਂ ਨਾਲ ਮੇਰਾ ਜੀਵਨ ਹੋਰ ਅਮੀਰ ਹੁੰਦਾ ਗਿਆ। ਪੰਜਾਬ ਨੂੰ ਨਸ਼ਿਆਂ ਦੇ ਐਟਮ ਬੰਬ ਤੋਂ ਭਾਰੀ ਖਤਰਾ। ਜਿਵੇਂ ਕਿ ਉੱਪਰ ਜ਼ਿਕਰ ਕੀਤਾ ਹੈ ਕਿ ਕੇਸ ਪਿਆਰ ਮੁਹਿੰਮ ਤਹਿਤ ਪੰਜਾਬ ਦੇ ਪਿੰਡਾਂ ਵਿੱਚ ਜਾਣ ਦਾ ਮੌਕਾ ਮਿਲਿਆ। ਮੈਂ ਸਰਹੱਦੀ ਇਲਾਕਿਆਂ, ਮੰਡ ਇਲਾਕਿਆਂ, ਪਛੜੇ ਪਿੰਡਾਂ, ਆਮ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਸਲਾਈਡ ਸ਼ੋਅ ਕਰਨ ਤੋਂ ਪਹਿਲਾਂ ਉੱਥੋਂ ਦੇ ਚੋਣਵੇਂ ਪਤਵੰਤਿਆਂ ਤੇ ਉਤਸ਼ਾਹੀ ਨੌਜਵਾਨਾਂ ਨਾਲ ਇਕੱਤਰਤਾਵਾਂ ਕੀਤੀਆਂ। ਹਰੇਕ ਪਿੰਡ ਬਾਰੇ ਜਾਣਕਾਰੀ ਹਾਸਲ ਕਰਨ ਦਾ ਯਤਨ ਕੀਤਾ ਕਿ ਇਸ ਪਿੰਡ ਵਿੱਚ ਕਿੰਨੀ ਆਬਾਦੀ ਹੈ, ਸਿੱਖ ਕਿੰਨੇ ਹਨ, ਪਤਿਤ ਕਿੰਨੇ ਹਨ, ਨਸ਼ੇ ਕਰਨ ਵਾਲੇ ਕਿੰਨੇ ਹਨ, ਪੜ੍ਹੇ ਲਿਖੇ ਕਿੰਨੇ ਹਨ, ਨਸ਼ੇ ਕਿੱਥੋਂ ਆਉਂਦੇ ਹਨ, ਪਿੰਡ ਵਿੱਚ ਕੈਮਿਸਟ ਸ਼ਾਪ ਕਿੰਨੀਆਂ ਹਨ, ਹੇਅਰ ਡਰੈਸਰ ਕਿੰਨੇ ਹਨ, ਪਿੰਡ ਦੇ ਲੋਕਾਂ ਦਾ ਝੁਕਾਅ ਕਿਸ ਪਾਸੇ ਵੱਲ ਹੈ। ਪਿੰਡਾਂ ਬਾਰੇ ਜੋ ਨਤੀਜਾ ਮੈਂ ਕੱਢ ਸਕਿਆ ਉਹ ਇਹ ਹੈ ਕਿ ਪੰਜਾਬ ਵਿੱਚ ਸ਼ਰਾਬ ਦਾ 6ਵਾਂ ਦਰਿਆ ਵਗ ਰਿਹਾ ਹੈ। ਨੌਜਵਾਨ ਨਸ਼ਿਆਂ 'ਚ ਗੁੜੂੰਦ ਹੋ ਰਹੇ ਹਨ। ਮੰਡ ਇਲਾਕਿਆਂ 'ਚ ਦਰਿਆਵਾਂ ਦੇ ਕੰਢਿਆਂ ਤੇ ਦੇਸੀ ਸ਼ਰਾਬ ਦੀਆਂ ਭੱਠੀਆਂ ਚੱਲਦੀਆਂ ਹਨ। ਆਮ ਘਰਾਂ ਵਿੱਚ ਵੀ ਲੋਕ ਦੇਸੀ ਸ਼ਰਾਬ ਬਣਾਉਂਦੇ ਹਨ। ਛੋਟੇ-ਛੋਟੇ ਪਿੰਡਾਂ ਵਿੱਚ 3-3, 4-4 ਕੈਮਿਸਟ ਸ਼ਾਪ ਹਨ। ਪਿੰਡ ਇੰਨਾ ਛੋਟਾ ਤੇ ਦਵਾਈਆਂ ਦੀਆਂ ਦੁਕਾਨਾਂ ਇੰਨੀਆਂ ਜ਼ਿਆਦਾ ਕਿ ਲੋਕ ਜ਼ਿਆਦਾ ਬਿਮਾਰ ਰਹਿੰਦੇ ਹਨ। ਸਵਾਲ ਦਾ ਜਵਾਬ ਇਹ ਮਿਲਦਾ ਕਿ ਲੋਕ ਬਿਮਾਰ ਨਹੀਂ ਰਹਿੰਦੇ। ਪਿੰਡ ਦੇ ਪਾੜੂ ਮੁੰਡੇ ਨਸ਼ਿਆਂ ਦੀਆਂ ਗੋਲੀਆਂ ਲੈ ਕੇ ਖਾਂਦੇ ਹਨ। ਜੇ ਪੁੱਛੋ ਕਿ ਤੁਹਾਡਾ ਪਿੰਡ ਗਰਕ ਹੋ ਰਿਹਾ ਹੈ, ਨੌਜਵਾਨ ਗਰਕ ਹੋ ਰਹੇ ਹਨ, ਕਿ ਤੁਸੀਂ ਲੋਕ ਪਿੰਡ ਦੇ ਮੁੰਡੇ ਸੰਭਾਲ ਨਹੀਂ ਸਕਦੇ, ਤਾਂ ਜਵਾਬ ਮਿਲਦਾ ਕਿ ਅੱਜ ਕੱਲ੍ਹ ਇਹ ਕੰਮ ਮੁਸ਼ਕਿਲ ਹੈ, ਕਿਉਂਕਿ ਜੇ ਉਹਨਾਂ ਨੂੰ ਮਾਪੇ ਜਾਂ ਕੋਈ ਰੋਕਦਾ ਤਾਂ ਉਹ ਆਤਮ ਹੱਤਿਆ ਕਰਨ ਦੀਆਂ ਧਮਕੀਆਂ ਦੇ ਦਿੰਦੇ ਹਨ। ਨਸ਼ੇ ਕਿੱਥੋਂ ਆਉਂਦੇ ਹਨ ਦਾ ਜਵਾਬ ਮਿਲਦਾ ਹੈ, ਸਕੂਟਰਾਂ ਤੇ 3-4 ਬੰਦੇ ਆਉਂਦੇ ਹਨ, ਪਿੰਡ ਦੇ ਚੁਰਾਹੇ ਤੇ ਖੜ੍ਹਦੇ ਹਨ। ਉਹਨਾਂ ਕੋਲ ਕਿਰਪਾਨਾਂ ਤੇ ਹੋਰ ਹਥਿਆਰ ਵੀ ਹੁੰਦੇ ਹਨ। ਗਾਹਕ ਨੂੰ ਟਾਈਮ ਦਾ ਪਤਾ ਹੁੰਦਾ ਤੇ ਉਹ ਆਪਣੇ ਆਪ ਉੱਤੇ ਪਹੁੰਚ ਜਾਂਦੇ ਹਨ ਤੇ ਕੜਛੀਆਂ ਨਾਲ ਬੋਰੀ ਵਿੱਚੋਂ ਕੱਢ ਕੇ ਨਸ਼ੇ ਵੰਡਦੇ ਹਨ। ਨਸ਼ੇੜੀ ਕਹਿੰਦੇ ਹਨ ਕਿ ਸਾਡਾ ਜਹਾਜ਼ ਉਤਰ ਆਇਆ, ਚਲੋ ਚੱਲੀਏ। ਜਦੋਂ ਮੈਂ ਪਿੰਡਾਂ 'ਚ ਪੁੱਛਦਾ ਸੀ ਕਿ ਤੁਸੀਂ ਪੁਲਿਸ ਨੂੰ ਇਹਦੀ ਰਿਪੋਰਟ ਨਹੀਂ ਕਰਦੇ ਜਾਂ ਪਿੰਡ ਦੀ ਪੰਚਾਇਤ ਕੁਝ ਨਹੀਂ ਕਰਦੀ, ਤਾਂ ਜਵਾਬ ਇਹ ਮਿਲਦਾ ਕਿ ਪੁਲਿਸ ਵਾਲਿਆਂ ਦੇ ਮਹੀਨੇ ਵੱਜੇ ਹੋਏ ਹਨ। ਜੇ ਇਹ ਸਵਾਲ ਪੁੱਛਿਆ ਜਾਂਦਾ ਕਿ ਇਸ ਪਿੰਡ ਦੇ ਕਿੰਨੇ ਮੁੰਡੇ ਪਤਿਤ ਹਨ ਤੇ ਕਿੰਨੇ ਨਸ਼ੇ ਕਰਦੇ ਹਨ, ਤਾਂ ਪਿੰਡਾਂ ਵਾਲੇ ਝੱਟ ਬੋਲਦੇ, ਸਰਦਾਰ ਸਾਹਿਬ ਤੁਸੀਂ ਸਵਾਲ ਗਲਤ ਪੁੱਛ ਲਿਆ, ਇਹ ਪੁੱਛੋ ਕਿੰਨੇ ਬਚੇ ਹਨ, 2 ਜਾਂ 4। ਕਈ ਪਿੰਡਾਂ ਵਿੱਚ ਤਾਂ ਇਹ ਵੀ ਸੁਣਨ ਨੂੰ ਮਿਲਦਾ ਕਿ ਸਰਦਾਰ ਜੀ ਇੱਥੇ ਤਾਂ ਗੁਰਪੁਰਬ ਤੇ ਨਗਰ ਕੀਰਤਨ ਕੱਢਣ ਸਮੇਂ 5 ਪਿਆਰਿਆਂ ਲਈ 5 ਸਾਬਤ ਸੂਰਤ ਬੰਦੇ ਨਹੀਂ ਮਿਲਦੇ, ਜੋ ਦੂਜੇ ਥਾਵਾਂ ਤੋਂ ਲੈ ਕੇ ਆਉਣੇ ਪੈਂਦੇ ਹਨ। ਪਹਿਲੇ ਪਿੰਡ ਦੇ ਲੋਕ ਗੱਲ ਕਰਦੇ ਸੀ ਕਿ ਫਲਾਣਿਆਂ ਦਾ ਮੁੰਡਾ ਨਸ਼ੇ ਕਰਨ ਲੱਗ ਪਿਆ। ਫਿਰ ਲੋਕ ਗੱਲਾਂ ਕਰਨ ਲੱਗੇ ਕਿ ਪਿੰਡ ਦੇ ਪਾੜੂ ਨਸ਼ੇ ਕਰਦੇ ਹਨ। ਫਿਰ ਗੱਲਾਂ ਕਰਨ ਲੱਗੇ ਸਿਰਫ ਫਲਾਣੇ ਘਰ ਦਾ ਮੁੰਡਾ ਹੀ ਬਚਿਆ। ਫਿਰ ਗੱਲਾਂ ਸ਼ੁਰੂ ਹੋਈਆਂ, ਯਾਰ ਫਲਾਣਿਆਂ ਦੀ ਕੁੜੀ ਨਸ਼ੇ ਕਰਨ ਲੱਗ ਪਈ ਹੈ। ਪਰ ਹੁਣ ਤਾਂ ਲੋਕਾਂ ਨੂੰ ਇਹ ਗੱਲਾਂ ਕਰਦੇ ਸੁਣਦੇ ਹਾਂ ਕਿ ਪਿੰਡ ਦੇ ਮੁੰਡੇ ਤਾਂ ਗਰਕ ਹੋ ਹੀ ਰਹੇ ਹਨ, ਹੁਣ ਤਾਂ ਪੜ੍ਹਨ ਜਾਂਦੀਆਂ ਪਿੰਡਾਂ ਦੀਆਂ ਕੁੜੀਆਂ ਵੀ ਨਸ਼ੇ ਕਰਦੀਆਂ ਹਨ। ਸਰਕਾਰ, ਜਥੇਬੰਦੀਆਂ ਤੇ ਸੰਸਥਾਵਾਂ ਨਸ਼ਿਆਂ ਦੀ ਰੋਕਥਾਮ ਲਈ ਬਿਆਨ ਤਾਂ ਬਹੁਤ ਦਾਗਦੀਆਂ ਹਨ,
ਪਰ ਨਸ਼ੇ ਰੋਕਣ ਲਈ ਕੋਈ ਸਾਰਥਕ ਨੀਤੀ ਜਾਂ ਪ੍ਰੋਗਰਾਮ ਸਾਹਮਣੇ ਨਹੀਂ ਆਇਆ। ਹਰ ਘਰ ਦਾ ਮੁਖੀਆ ਉਸ ਘਰ ਦੀ ਛੱਤ ਹੇਠ ਰਹਿਣ ਵਾਲੇ ਮੈਂਬਰਾਂ ਲਈ ਜਵਾਬਦੇਹ ਤੇ ਜ਼ਿੰਮੇਵਾਰ ਬਣੇ ਤਾਂ ਹੀ ਸਮਾਜ ਨੂੰ ਬਚਾਇਆ ਜਾ ਸਕੇਗਾ, ਨਹੀਂ ਤਾਂ ਇਸ ਜਗਤ ਤਮਾਸ਼ੇ ਦਾ ਅੰਤ ਨਸ਼ਿਆਂ ਦੇ ਐਟਮ ਬੰਬ ਦੀ ਤਬਾਹੀ ਨਾਲ ਹੋਏਗਾ। ਅਰਦਾਸ ਸੰਬੰਧੀ VCD ਰਿਲੀਜ਼। ਹਰ ਪਿੰਡ, ਸ਼ਹਿਰ ਤੇ ਹਰ ਸਕੂਲ ਕਾਲਜ ਪਹੁੰਚ ਕੇ ਸਲਾਈਡ ਸ਼ੋਅ ਕਰਨਾ ਸੰਭਵ ਨਹੀਂ। ਡਾਕਟਰ ਚਰਨ ਕਮਲ ਸਿੰਘ ਹੋਰੀ ਅਰਦਾਸ ਸੰਬੰਧੀ ਕੀਤੇ ਜਾਂਦੇ ਸਲਾਈਡ ਸ਼ੋਅ ਦੀ ਰਿਕਾਰਡਿੰਗ ਕਰਨ ਲਈ ਅਕਸਰ ਪ੍ਰੇਰਨਾ ਕਰਦੇ। ਪ੍ਰਿੰਸੀਪਲ ਰਾਮ ਸਿੰਘ ਹੋਰੀ ਸਲਾਈਡ ਸ਼ੋਅ ਵਿੱਚ ਦਾਸ ਵੱਲੋਂ ਕੀਤੀ ਜਾਂਦੀ ਕਮੈਂਟਰੀ ਦੀ ਅਕਸਰ ਪ੍ਰਸ਼ੰਸਾ ਕਰਦੇ। ਦਾਸ ਨੇ ਅਰਦਾਸ ਦੀ ਰਿਕਾਰਡਿੰਗ ਆਪਣੀ ਆਵਾਜ਼ 'ਚ ਕੀਤੀ। ਡਾਕਟਰ ਪੁਸ਼ਪਿੰਦਰ ਸਿੰਘ ਹੋਰਾਂ ਸਾਰੀ ਫੋਟੋ ਕਲੈਕਸ਼ਨ ਕੀਤੀ। ਸਰਦਾਰ ਗੁਰਜਿੰਦਰ ਸਿੰਘ ਡਿਜ਼ਾਈਨਰ ਸਟੱਡੀ ਸਰਕਲ ਹੋਰਾਂ ਇਸ ਦੇ ਕਵਰ ਦਾ ਟਾਈਟਲ ਡਿਜ਼ਾਈਨ ਤਿਆਰ ਕੀਤਾ ਤੇ ਜਥੇਬੰਦੀ ਦੇ ਨਾਮ ਥੱਲੇ ਅਰਦਾਸ ਦੀ VCD ਤਿਆਰ ਹੋਈ। ਜਥੇਬੰਦੀ ਦੇ 34ਵੇਂ ਸਾਲਾਨਾ ਕੇਂਦਰੀ ਸਮਾਗਮ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹੋਰਾਂ ਇਸ ਨੂੰ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ, ਜਿਸ ਨਾਲ ਮੇਰਾ ਉਤਸ਼ਾਹ ਹੋਰ ਵਧਿਆ। ਮੈਂ ਇਸ ਵਿੱਚ ਸਹਿਯੋਗੀ ਸਮੂਹ ਮੈਂਬਰਾਂ ਦਾ ਧੰਨਵਾਦੀ ਹਾਂ। ਕੇਸ ਤੇ ਦਸਤਾਰ ਸੰਬੰਧੀ VCD ਰਿਲੀਜ਼। ਕੇਸ ਗੁਰੂ ਦੀ ਮੋਹਰ ਹਨ। ਜਦ ਤੱਕ ਸਿੱਖ ਦੇ ਸਵਾਸ ਚੱਲਦੇ ਹਨ, ਨਬਜ਼ ਚੱਲਦੀ ਹੈ, ਦਿਲ ਧੜਕਦਾ ਹੈ। ਉਹਦੇ ਕੇਸ ਪੈਰਾਂ ਦੇ ਅੰਗੂਠੇ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਉਸਦੇ ਧੜ ਦੇ ਨਾਲ ਰਹਿੰਦੇ ਹਨ। ਜਿਉਂਦੇ ਜੀ ਸਿੱਖ ਆਪਣੇ ਕੇਸ ਰੋਮ ਧੜ ਤੋਂ ਅੱਡ ਨਹੀਂ ਹੋਣ ਦਿੰਦਾ। ਇਸ ਲਈ ਕੇਸ ਪਿਆਰ ਮੁਹਿੰਮ ਦੀ ਦੂਜੇ ਵਰ੍ਹੇ ਦੀ ਪ੍ਰਾਥਮਿਕਤਾ ਵਿੱਚ ਇਹ ਸੁਝਾਅ ਬੜੇ ਜ਼ੋਰ ਨਾਲ ਆਇਆ ਕਿ ਕੇਸ ਤੇ ਦਸਤਾਰ ਸੰਬੰਧੀ VCD ਤਿਆਰ ਹੋਵੇ। ਇਹ ਸੇਵਾ ਵੀ ਵਾਹਿਗੁਰੂ ਨੇ ਦਾਸ ਤੋਂ ਲਈ ਤੇ ਕੇਸ ਤੇ ਦਸਤਾਰ ਵਿਸ਼ੇ ਤੇ ਮੇਰੀ ਰਿਕਾਰਡਿੰਗ ਹੋਈ। ਇਸੇ ਤਰ੍ਹਾਂ ਡਾਕਟਰ ਪੁਸ਼ਪਿੰਦਰ ਸਿੰਘ ਹੋਰਾਂ ਫੋਟੋ ਇਕੱਤਰਤ ਕਰਕੇ ਦਿੱਤੀਆਂ। ਜਥੇਬੰਦੀ ਦੇ 35ਵੇਂ ਸਾਲਾਨਾ ਕੇਂਦਰੀ ਸਮਾਗਮ ਸਮੇਂ ਇਹ CD ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹੋਰਾਂ ਰਿਲੀਜ਼ ਕੀਤੀ। ਗੁਰਮਤ ਪ੍ਰਸ਼ਨੋਤਰੀ ਪੁਸਤਕ ਰਿਲੀਜ਼। ਵੱਖ-ਵੱਖ ਕੈਂਪਾਂ ਸੈਮੀਨਾਰਾਂ ਦੌਰਾਨ ਮੈਂ ਨੌਜਵਾਨਾਂ ਨੂੰ ਸਵਾਲ ਪੁੱਛਣ ਲਈ ਉਤਸ਼ਾਹਿਤ ਕਰਦਾ ਤੇ ਜੇ ਮੈਨੂੰ 100 ਸਵਾਲ ਵੀ ਪੁੱਛਿਆ ਜਾਂਦਾ ਤਾਂ ਮੈਂ ਕਦੇ ਮੱਥੇ ਤਿਉੜੀ ਨਾ ਪਾਉਂਦਾ, ਸਗੋਂ ਪ੍ਰਸੰਨ ਹੁੰਦਾ। ਮੈਂ ਹਰ ਸਵਾਲ ਨੂੰ ਇਟਸ ਵੈਰੀ ਗੁੱਡ ਕੁਐਸਚਨ ਕਹਿ ਕੇ ਜਾਂ ਜੇ ਇਹ ਸਵਾਲ ਨਾ ਪੁੱਛਦੇ ਤਾਂ ਇਹ ਗੱਲ ਰਹਿ ਜਾਣੀ ਸੀ ਕਹਿ ਕੇ ਹਰ ਸਵਾਲ ਨੂੰ ਵੈਲਕਮ ਕਰਦਾ। ਕਈ ਵਾਰ ਸਵਾਲਾਂ ਦੀਆਂ ਪਰਚੀਆਂ ਦੇ ਢੇਰ ਲੱਗ ਜਾਂਦੇ। ਸਾਰੇ ਜਵਾਬ ਦੇਣ ਲਈ ਸਮਾਂ ਨਾ ਹੁੰਦਾ ਤਾਂ ਮੈਂ ਇਹ ਪਰਚੀਆਂ ਇਕੱਠੀਆਂ ਕਰ ਲਿਆਉਂਦਾ। ਇਹਨਾਂ ਸਵਾਲਾਂ ਦੇ ਜਵਾਬ ਮੈਂ ਲਿਖਣੇ ਸ਼ੁਰੂ ਕੀਤੇ। ਮੇਰੇ ਕੋਲ ਲਿਖਣ ਦੀ ਕਲਾ ਹੁਨਰ ਨਹੀਂ ਸੀ, ਪਰ ਵੀਰਾਂ ਦੀ ਪ੍ਰੇਰਨਾ ਕਿ ਜਦ ਕਲਮ ਚੁੱਕ ਕੇ ਪਲੇਨ ਪੇਪਰ ਤੇ ਗੱਤਾ ਲੈ ਕੇ ਬੈਠਾਂਗਾ ਤਾਂ ਵਾਹਿਗੁਰੂ ਆਪਣੇ ਆਪ ਲਿਖਵਾਏਗਾ, ਅਜਿਹਾ ਹੀ ਹੋਇਆ। ਜਦ ਲਿਖਣਾ ਸ਼ੁਰੂ ਕੀਤਾ ਤਾਂ ਵਾਹਿਗੁਰੂ ਨੇ ਮੇਰੀ ਰੀਝ ਪੂਰੀ ਕੀਤੀ ਤੇ ਮੇਰੇ ਕੋਲੋਂ ਇਹ ਪੁਸਤਕ ਤਿਆਰ ਕਰਵਾਈ। ਮੇਰੀ ਰੀਝ ਸੀ ਕਿ ਪੁਸਤਕ ਵੱਧ ਤੋਂ ਵੱਧ ਵਿਦਿਆਰਥੀ ਪੜ੍ਹਨ ਤਾਂ ਕਿ ਉਹ ਵੀ ਇਹਨਾਂ ਸਵਾਲਾਂ ਦੇ ਜਵਾਬ ਪੜ੍ਹ ਕੇ ਗਿਆਨ ਵਿੱਚ ਵਾਧਾ ਤੇ ਸ਼ੰਕੇ ਨਿਵਰਤ ਕਰ ਸਕਣ। ਮੇਰੀ ਇਹ ਰੀਝ ਵੀ ਪੂਰੀ ਹੋਈ ਜਦੋਂ ਨੈਤਿਕ ਸਿੱਖਿਆ ਇਮਤਿਹਾਨ ਦੇ ਸਿਲੇਬਸ ਵਿੱਚ ਇਸ ਪੁਸਤਕ ਨੂੰ ਸ਼ਾਮਲ ਕਰ ਲਿਆ ਗਿਆ। ਡਾਕਟਰ ਚਰਨ ਕਮਲ ਸਿੰਘ ਉਸ ਸਮੇਂ ਦੇ ਡਾਇਰੈਕਟਰ ਪ੍ਰਕਾਸ਼ਨ ਤੇ ਪ੍ਰਸਾਰ ਡਾਇਰੈਕਟੋਰੇਟ ਪ੍ਰੋਫੈਸਰ ਬਲਵਿੰਦਰਪਾਲ ਸਿੰਘ, ਸਰਦਾਰ ਜਤਿੰਦਰਪਾਲ ਸਿੰਘ, ਸਰਦਾਰ ਪਿਰਥੀ ਸਿੰਘ ਤੇ ਡਾਕਟਰ ਮਨਮੋਹਨਜੀਤ ਸਿੰਘ ਨੇ ਇਸ ਪੁਸਤਕ ਨੂੰ ਸਵਾਰਨ ਸ਼ਿੰਗਾਰਨ 'ਚ ਮੇਰੀ ਅਗਵਾਈ ਕੀਤੀ। ਇਹ ਪੁਸਤਕ ਪਹਿਲੀ ਵਾਰੀ ਜੁਲਾਈ 1997 'ਚ ਛਪੀ ਤੇ ਜੁਲਾਈ 1999 ਤੱਕ 7 ਵਾਰ ਛਪ ਚੁੱਕੀ। ਧਰਮ ਅਧਿਐਨ ਤੇ ਗੁਰਮਤ ਬੋਧ ਦੀ ਸੰਪਾਦਨਾ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲਏ ਜਾਂਦੇ ਨੈਤਿਕ ਸਿੱਖਿਆ ਇਮਤਿਹਾਨ ਦੀ ਪੁਸਤਕ ਧਰਮ ਅਧਿਐਨ ਤੇ ਗੁਰਮਤ ਬੋਧ, ਜਿਸ ਦਾ ਸਿਲੇਬਸ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਹੋਰਾਂ ਤਿਆਰ ਕੀਤਾ ਤੇ ਉਸ ਦਾ ਮੈਟਰ ਵੱਖ-ਵੱਖ ਵਿਦਵਾਨਾਂ ਕੋਲੋਂ ਲਿਖਵਾਉਣ, ਕੁਝ ਮੈਟਰ ਆਪ ਲਿਖਣ ਤੇ ਇਸ ਦੀ ਐਡੀਟਿੰਗ ਕਰਨ ਦੀ ਸੇਵਾ ਵਾਹਿਗੁਰੂ ਨੇ ਦਾਸ ਤੇ ਸਰਦਾਰ ਪ੍ਰਿਥੀ ਸਿੰਘ ਖਾਲਸਾ ਸਟੇਟ ਸਕੱਤਰ ਪੰਜਾਬ ਕੋਲੋਂ ਲਈ। ਨੈਤਿਕ ਸਿੱਖਿਆ ਪੁਸਤਕ ਦੀ ਸੰਪਾਦਨਾ। ਇਹ ਪੁਸਤਕ ਵੀ ਨੈਤਿਕ ਸਿੱਖਿਆ ਇਮਤਿਹਾਨ ਲਈ ਤਿਆਰ ਕੀਤੀ ਗਈ। ਇਸ ਦੀ ਸੰਪਾਦਨਾ ਵੀ ਦਾਸ ਤੇ ਸਰਦਾਰ ਪ੍ਰਿਥੀ ਸਿੰਘ ਹੋਰਾਂ ਨੇ ਕੀਤੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ। ਸੰਨ 2006 ਵਿੱਚ ਜਥੇਬੰਦੀ ਵੱਲੋਂ ਉਪਰੋਕਤ ਸ਼ਤਾਬਦੀ ਮਨਾਉਂਦਿਆਂ ਅੰਮ੍ਰਿਤਸਰ, ਜਲੰਧਰ, ਮੋਹਾਲੀ, ਲੁਧਿਆਣਾ, ਪਟਿਆਲਾ, ਦੇਹਰਾਦੂਨ, ਮੁੰਬਈ, ਚੇਨਈ ਤੇ ਇੰਗਲੈਂਡ ਵਿਖੇ ਭਰਵੇਂ 9 ਸੈਮੀਨਾਰ ਹੋਏ। ਸਕੱਤਰ ਕਾਰਜ ਯੋਜਨਾ ਵਜੋਂ ਇਹਨਾਂ ਸਾਰੇ ਸਮਾਗਮਾਂ ਦੀ ਕੋਆਰਡੀਨੇਸ਼ਨ ਦੀ ਸੇਵਾ ਵੀ ਦਾਸ ਦੇ ਭਾਗਾਂ 'ਚ ਆਈ। ਪ੍ਰਿੰਸੀਪਲ ਰਾਮ ਸਿੰਘ ਤੇ ਡਾਕਟਰ ਚਰਨ ਕਮਲ ਸਿੰਘ ਦੀ ਯੋਗ ਅਗਵਾਈ ਸਦਕਾ ਸਮਾਗਮ ਸਫਲ ਰਹੇ। ਵਿਸ਼ਵ ਸ਼ਾਂਤੀ ਮਾਰਚ।
ਮਈ 2006 ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ਵ ਸ਼ਾਂਤੀ ਮਾਰਚ ਲੁਧਿਆਣਾ ਤੋਂ ਚੱਲ ਕੇ ਸਰਦਾਰ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਿਆ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ। ਇਸ ਕਾਫਲੇ 'ਚ 500 ਸਾਬਤ ਸੂਰਤ ਨੌਜਵਾਨਾਂ ਦਾ ਮੋਟਰਸਾਈਕਲਾਂ ਤੇ ਕਾਫਲਾ ਗੁਰਬਾਣੀ ਤੇ ਸ਼ਾਂਤੀ ਸੱਭਿਆਚਾਰ ਦਾ ਸੁਨੇਹਾ ਦਿੰਦਾ ਹੋਇਆ ਅੰਮ੍ਰਿਤਸਰ ਪਹੁੰਚਿਆ ਸੀ। ਇਹ ਅਲੌਕਿਕ ਨਜ਼ਾਰਾ ਇੱਕ ਇਤਿਹਾਸਿਕ ਯਾਦਗਾਰ ਹੈ। ਇਸ ਪ੍ਰੋਗਰਾਮ ਦੀ ਕੋਆਰਡੀਨੇਸ਼ਨ ਦੀ ਸੇਵਾ ਸੁਪਰੀਮ ਕੌਂਸਲ ਨੇ ਦਾਸ ਨੂੰ ਸੌਂਪੀ। ਮਨੁੱਖੀ ਵਸੀਲਿਆਂ ਦੀ ਘਾੜਤ ਤੇ ਪ੍ਰਫੁੱਲਤਾ ਪ੍ਰਾਥਮਿਕਤਾ 2006-7। ਇਸ ਪ੍ਰਾਥਮਿਕਤਾ ਦੇ ਕਨਵੀਨਰ ਡਾਕਟਰ ਚਰਨ ਕਮਲ ਸਿੰਘ ਤੇ ਸਕੱਤਰ ਦੀ ਸੇਵਾ ਦਾਸ ਜੀ ਮਿਲੇਗੀ। ਇਸ ਸੰਬੰਧੀ ਵੀ ਯੂਨਿਟਾਂ, ਖੇਤਰਾਂ, ਜ਼ੋਨਾਂ ਤੇ ਸਕੂਲਾਂ, ਕਾਲਜਾਂ ਵਿੱਚ ਜਾ ਕੇ ਜਥੇਬੰਦਕ ਕਾਰਜਸ਼ਾਲਾਵਾਂ ਲਗਾਉਣ ਦਾ ਸੁਭਾਗ ਪ੍ਰਾਪਤ ਹੋਇਆ। ਜਥੇਬੰਦਕ ਵਿਕਾਸ ਡਾਇਰੈਕਟੋਰੇਟ ਦੇ ਜੁਆਇੰਟ ਡਾਇਰੈਕਟਰ ਸਰਦਾਰ ਪ੍ਰਭਜੋਤ ਸਿੰਘ ਹੋਰਾਂ ਇਸ ਪ੍ਰਾਥਮਿਕਤਾ ਵਿੱਚ ਦਾਸ ਨਾਲ ਕੰਮ ਕੀਤਾ, ਕਿਉਂਕਿ ਉਹਨਾਂ ਦਾ ਡਾਇਰੈਕਟੋਰੇਟ ਹੀ ਜਥੇਬੰਦਕ ਵਿਕਾਸ ਬਾਰੇ ਸੀ। ਸਰਦਾਰ ਪ੍ਰਭਜੋਤ ਸਿੰਘ ਹੋਰਾਂ ਬਾਰੇ ਮੈਂ ਇੰਨਾ ਜ਼ਰੂਰ ਕਹਿਣਾ ਚਾਹਾਂਗਾ ਕਿ ਇੱਕ ਅਜਿਹੀ ਸ਼ਖਸੀਅਤ ਹਨ ਜੋ ਕਦੇ ਅੱਕਦੇ ਨਹੀਂ, ਕਦੇ ਥੱਕਦੇ ਨਹੀਂ, ਕਦੇ ਬੋਰ ਨਹੀਂ ਹੁੰਦੇ ਤੇ ਨਾ ਕਹਿਣਾ ਇਹਨਾਂ ਦੇ ਸੁਭਾਅ 'ਚ ਨਹੀਂ ਹੈ। ਮੋਟਰ ਗੈਰੇਜ ਦਾ ਕਿੱਤਾ ਹੈ। ਸਵੇਰ ਤੋਂ ਅੱਧੀ ਰਾਤ ਤੱਕ ਗੱਡੀਆਂ ਰਿਪੇਅਰ ਹੋਣ ਲਈ ਆਉਂਦੀਆਂ ਹਨ, ਪਰ ਇਹਨਾਂ ਨੂੰ ਕਿਸੇ ਕਾਰਜਸ਼ਾਲਾ, ਕੋਰਸ, ਇਕੱਤਰਤਾ ਲਈ, ਕਿਸੇ ਜ਼ੋਨ, ਯੂਨਿਟ ਵਿੱਚ ਜਾਣ ਲਈ ਦਿਨ ਰਾਤ ਜਦ ਵੀ ਆਵਾਜ਼ ਦਿਓ ਇਹ ਚੱਲਾਂਗੇ ਜੀ ਦਾ ਜਵਾਬ ਦਿੰਦੇ ਹਨ ਤੇ ਸਮੇਂ ਸਿਰ ਹਰ ਥਾਂ ਤੇ ਜਾਣ ਲਈ ਹਾਜ਼ਰ ਹੁੰਦੇ ਹਨ। ਸਾਨੂੰ ਜਥੇਬੰਦੀ ਵਿੱਚ ਇੱਕ ਗੱਲ ਸਿਖਾਈ ਗਈ ਹੈ ਕਿ ਹਾਂ ਕਰਕੇ ਡਿਊਟੀ ਨਾ ਨਿਭਾਉਣੀ ਕੌਮੀ ਗੱਦਾਰੀ ਹੈ, ਪਰ ਇਸ ਵੀਰ ਨੇ ਨਾ ਤਾਂ ਕਹਿਣੀ ਨਹੀਂ ਤੇ ਹਾਂ ਕਹਿ ਕੇ ਕਦੇ ਭੁੱਲਣਾ ਨਹੀਂ, ਜਦ ਕਿ ਕਿਰਤੀ ਵਿਅਕਤੀਆਂ ਲਈ ਕੰਮਕਾਜੀ ਦਿਨਾਂ ਵਿੱਚ ਨਿਕਲਣਾ ਬਹੁਤ ਔਖਾ ਹੁੰਦਾ ਹੈ। ਇੱਥੇ ਜੇ ਮੈਂ ਬੀਬੀ ਚੰਨਦੀਪ ਕੌਰ ਦਾ ਜ਼ਿਕਰ ਨਾ ਕਰਾਂ ਤਾਂ ਇਹ ਇਸ ਸ਼ਖਸੀਅਤ ਨਾਲ ਧੱਕਾ ਹੋਏਗਾ। ਭੈਣ ਜੀ ਚੰਨਦੀਪ ਕੌਰ ਸਰਦਾਰ ਪ੍ਰਭਜੋਤ ਸਿੰਘ ਹੋਰਾਂ ਦੀ ਧਰਮ ਪਤਨੀ ਹਨ, ਪਰ ਉਹਨਾਂ ਦੀ ਪਹਿਚਾਣ ਸਰਦਾਰ ਪ੍ਰਭਜੋਤ ਸਿੰਘ ਹੋਰਾਂ ਕਰਕੇ ਨਹੀਂ, ਉਹਨਾਂ ਦੇ ਆਪਣੇ ਟੈਲੈਂਟ ਤੇ ਸੁਭਾਅ ਕਰਕੇ ਹੈ। ਹੈਰੀਟੇਜ ਕਲੱਬ, ਜੋ ਪੱਛਮੀ ਤਰਜ਼ 'ਤੇ ਸਥਾਪਿਤ ਹੋ ਰਹੇ ਕਲੱਬ ਕਲਚਰ ਤੋਂ ਬੱਚਿਆਂ ਨੂੰ ਬਚਾਉਣ ਲਈ ਇੱਕ ਬਦਲ ਵਜੋਂ ਸਥਾਪਿਤ ਕੀਤਾ ਗਿਆ, ਦੇ ਕਨਵੀਨਰ ਦੀ ਸੇਵਾ ਬਖੂਬੀ ਨਿਭਾ ਰਹੇ ਹਨ। ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਖੇਤਰ ਵਿੱਚ ਸਟੱਡੀ ਸਰਕਲ ਸਰਗਰਮੀਆਂ ਦੇ ਪ੍ਰੋਗਰਾਮਾਂ ਦੀ ਸਫਲਤਾ ਵਿੱਚ ਇਹਨਾਂ ਦਾ ਨਿੱਘਾ ਯੋਗਦਾਨ ਰਹਿੰਦਾ ਹੈ। ਭਾਵੇਂ ਇਹਨਾਂ ਦੇ 2 ਬੱਚੇ ਸੱਸ ਤੇ ਸਹੁਰਾ ਸਾਹਿਬ ਦੀ ਸੇਵਾ ਸੰਭਾਲੇ ਨਾ ਜੰਮੇ ਹੈ, ਪਰ ਮੈਂ ਨਾ ਸ਼ਬਦ ਇਹਨਾਂ ਦੇ ਮੂੰਹੋਂ ਵੀ ਕਦੇ ਨਹੀਂ ਸੁਣਿਆ। ਤੁਸੀਂ ਭਾਵੇਂ ਇਹਨਾਂ ਨੂੰ ਸਟੱਡੀ ਸਰਕਲ ਕਾਰਜਾਂ ਲਈ ਫੋਨ ਕਰੋ ਤੇ ਭਾਵੇਂ ਨਿੱਜੀ ਕਾਰਜਾਂ ਲਈ, ਇਹ ਹਰ ਕੰਮ ਲਈ ਉਤਸ਼ਾਹ ਨਾਲ ਅੱਗੇ ਵੱਧਦੇ ਹਨ। ਜਦ ਕੋਈ ਕੰਮ ਜ਼ਿਆਦਾ ਕਰਦਾ ਹੈ ਤਾਂ ਕਈ ਵਾਰ ਮੁਖਾਲਫਤ ਵੀ ਹੋ ਜਾਂਦੀ ਹੈ। ਅਜਿਹਾ ਇਸ ਸ਼ਖਸੀਅਤ ਨਾਲ ਵੀ ਕਈ ਵਾਰ ਹੁੰਦਾ ਵੇਖਿਆ, ਪਰ ਜਿੱਥੇ ਵਰਕਰ ਵਜੋਂ ਇਹ ਭੱਜ ਨੱਠ ਕਰਦੇ ਦੇਖੇ ਜਾਂਦੇ ਹਨ, ਉੱਥੇ ਇਹਨਾਂ ਦਾ ਨਾਮ ਕਦੇ ਸਟੇਜ 'ਤੇ ਅਨਾਊਂਸ ਹੁੰਦਾ ਨਹੀਂ ਦੇਖਿਆ ਤੇ ਨਾ ਹੀ ਅਖਬਾਰਾਂ 'ਚ ਨਾਮ ਜਾਂ ਫੋਟੋ ਦੀ ਤੜਪ ਇਹਨਾਂ ਵੱਲੋਂ ਕਦੇ ਵੇਖੀ ਗਈ ਹੈ। ਇਹ ਗੱਲਾਂ ਮੈਂ ਕਿਸੇ ਵਿਸ਼ੇਸ਼ ਨੂੰ ਵਡਿਆਉਣ ਲਈ ਨਹੀਂ ਲਿਖ ਰਿਹਾ, ਸਗੋਂ ਅਜਿਹੇ ਪ੍ਰਭਾਵ ਕਬੂਲ ਸਕੀਏ ਲਈ ਲਿਖ ਰਿਹਾ ਹਾਂ। ਸਾਨੂੰ ਸਿਖਾਇਆ ਗਿਆ ਕਿ ਸਾਡੀ ਹੋਂਦ ਜਥੇਬੰਦੀ ਵਿੱਚ ਸੰਮਿਲਿਤ ਹੈ। ਜਥੇਬੰਦੀ ਕਰਕੇ ਕਿਸੇ ਵਿਅਕਤੀ ਦੀ ਪਹਿਚਾਣ ਹੈ, ਕਿਸੇ ਵਿਅਕਤੀ ਕਰਕੇ ਜਥੇਬੰਦੀ ਦੀ ਪਹਿਚਾਣ ਨਹੀਂ ਹੈ। ਗੁਰੂ ਮਾਨਿਓ ਗ੍ਰੰਥ ਪ੍ਰਾਥਮਿਕਤਾ 2007-8। ਇਸ ਪ੍ਰਾਥਮਿਕਤਾ ਦੇ ਸਕੱਤਰ ਦੀ ਸੇਵਾ ਮੁੜ ਜਥੇਬੰਦੀ ਨੇ ਦਾਸ ਨੂੰ ਸੌਂਪੀ ਤੇ 31 ਅਕਤੂਬਰ ਸਕੱਤਰ ਦੀ ਸੇਵਾ ਮੁੜ ਜਥੇਬੰਦੀ ਨੇ ਦਾਸ ਨੂੰ ਸੌਂਪੀ ਤੇ 31 ਅਕਤੂਬਰ 2007 ਨੂੰ GRD ਅਕੈਡਮੀ ਲੁਧਿਆਣਾ ਵਿਖੇ ਗੁਰੂ ਮਾਨਿਓ ਗ੍ਰੰਥ ਸੰਮੇਲਨ ਕੀਤਾ ਗਿਆ, ਜਿਸ 'ਚ 15,000 ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰਾਥਮਿਕਤਾ ਤਹਿਤ ਵੱਖ-ਵੱਖ ਖੇਤਰਾਂ, ਜ਼ੋਨਾਂ, ਸਕੂਲਾਂ, ਕਾਲਜਾਂ 'ਚ ਗੁਰੂ ਮਾਨਿਓ ਗ੍ਰੰਥ ਸੰਮੇਲਨ, ਸ਼ਬਦ ਗੁਰੂ ਵਿਚਾਰ ਤੇ ਗਾਇਨ ਸਮਾਗਮ, ਸ਼ਬਦ ਗੁਰੂ ਸੈਮੀਨਾਰ, ਗੁਰਬਾਣੀ ਕੰਠ ਤੇ ਸ਼ੁੱਧ ਉਚਾਰਨ ਮੁਕਾਬਲੇ ਆਦਿ ਪ੍ਰੋਗਰਾਮ ਆਯੋਜਿਤ ਕਰਨ ਵਿੱਚ ਸਤਿਗੁਰੂ ਸੇਵਾ ਲੈ ਰਿਹਾ ਹੈ। ਮੈਨੂੰ ਇਸ ਸਮਾਗਮ ਦਾ ਆਨੰਦ ਹਰ ਵੇਲੇ ਆਉਂਦਾ ਰਹਿੰਦਾ ਹੈ। ਯੁਵਕ ਲਿਖਾਰੀ ਕਾਰਜਸ਼ਾਲਾਵਾਂ। ਜਥੇਬੰਦੀ ਦੇ ਯੁਵਕ ਲਿਖਾਰੀ ਸਿਹਤ ਤੇ ਸਿਖਲਾਈ ਕੇਂਦਰ ਰਾਹੀਂ ਲੱਗੀਆਂ ਯੁਵਕ ਲਿਖਾਰੀ ਕਾਰਜਸ਼ਾਲਾਵਾਂ ਨੇ ਸੈਂਕੜੇ ਪੁੰਗਰ ਦੇ ਲਿਖਾਰੀਆਂ ਦੀ ਕਲਮ ਨੂੰ ਨਾਸਤਿਕਤਾ ਦੀ ਮਾਰ ਤੋਂ ਬਚਾ ਕੇ ਉਸਾਰੂ ਪਾਸੇ ਵੱਲ ਲਗਾਇਆ। ਡਾਕਟਰ ਚਰਨ ਕਮਲ ਸਿੰਘ, ਡਾਕਟਰ ਹਰੀ ਸਿੰਘ ਜਾਚਕ, ਸਰਦਾਰ ਪ੍ਰਿਥੀ ਸਿੰਘ ਖਾਲਸਾ, ਸਰਦਾਰ ਕਰਮਜੀਤ ਸਿੰਘ ਨੂਰ, ਡਾਕਟਰ ਵਰਿੰਦਰਪਾਲ ਸਿੰਘ, ਸਰਦਾਰ ਪ੍ਰਭਜੋਤ ਸਿੰਘ, ਸਰਦਾਰ ਗੁਰਸੰਗਤਪਾਲ ਸਿੰਘ, ਬੀਬੀ ਹਰਕਿਰਤ ਕੌਰ ਹਰਨਾਮ ਨਗਰ, ਪ੍ਰੋਫੈਸਰ ਸਰਦਾਰ ਇੱਜ਼ਤਪਾਲ ਸਿੰਘ, ਬੀਬੀ ਮਨਜੀਤ ਕੌਰ ਗੁਰਗਿਆਨ ਵਿਹਾਰ, ਬੀਬੀ ਹਰਕਿਰਤ ਕੌਰ, ਬੀਬੀ ਰੋਮਾ ਕੌਰ, ਪ੍ਰੋਫੈਸਰ ਇੰਦਰਪਾਲ ਸਿੰਘ, ਡਾਕਟਰ ਭੁਪਿੰਦਰ ਕੌਰ ਕਵਿਤਾ, ਡਾਕਟਰ ਇੰਦਰਜੀਤ ਸਿੰਘ ਵਾਸੂ, ਸਰਦਾਰ ਪਰਮਜੀਤ ਸਿੰਘ,
ਸੁਚਿੰਤਨ ਡਾਕਟਰ ਦੀਪਿੰਦਰ ਸਿੰਘ ਵਰਗੇ ਹੋਰ ਅਨੇਕਾਂ ਲਿਖਾਰੀ ਇਹਨਾਂ ਕਾਰਜਸ਼ਾਲਾਵਾਂ ਦੀ ਉਪਜ ਦੇ ਅੰਗ ਹਨ। ਸਰਬੱਤ ਦੇ ਭਲੇ ਦੀ ਦੌੜ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਤਾਬਦੀ ਨੂੰ ਸਮਰਪਿਤ ਸਰਬੱਤ ਦੇ ਭਲੇ ਦੀ ਦੌੜ, ਜਿਸ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ ਤੋਂ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਭਾਗ ਲਿਆ ਤੇ ਇਹ ਦੌੜ ਜਥੇਬੰਦੀ ਦੇ ਕੇਂਦਰੀ ਦਫ਼ਤਰ ਲੁਧਿਆਣਾ ਤੋਂ ਆਰੰਭ ਹੋ ਕੇ ਸਰਬੱਤ ਦੇ ਭਲੇ ਦਾ ਸੁਨੇਹਾ ਦਿੰਦੀ ਹੋਈ GGN ਖਾਲਸਾ ਕਾਲਜ ਲੁਧਿਆਣਾ ਵਿਖੇ ਗੁਰਮਤਿ ਸਮਾਗਮ ਵਿੱਚ ਤਬਦੀਲ ਹੋਈ ਤੇ ਇਸ ਸਮੇਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਸਮਾਗਮ ਨੂੰ ਕੋਆਰਡੀਨੇਟ ਕਰਨ ਦੀ ਸੇਵਾ ਜਥੇਬੰਦੀ ਨੇ ਦਾਸ ਨੂੰ ਸੌਂਪੀ। ਅਜਿਹੇ ਪ੍ਰੋਗਰਾਮ ਦੇ ਅਲੌਕਿਕ ਨਜ਼ਾਰੇ ਸਦਾ ਯਾਦ ਰਹਿਣ ਵਾਲੇ ਤੇ ਪ੍ਰੇਰਨਾ ਸਰੋਤ। ਡਾਕਟਰ ਇੰਦਰਜੀਤ ਸਿੰਘ ਵਾਸੂ ਸਾਹਿਬ ਨੂੰ ਮੈਂ ਉਸ ਸਮੇਂ ਤੋਂ ਜਾਣਦਾ ਜਦ ਇਹ ਬਿਜਲੀ ਬੋਰਡ ਵਿੱਚ ਕਲਰਕ ਲੱਗੇ ਸਨ ਤੇ ਸਾਈਕਲ ਤੇ ਜਾਇਆ ਕਰਦੇ ਸਨ। ਸਟੱਡੀ ਸਰਕਲ ਨਾਲ ਜੁੜ ਗਏ ਸਨ। ਵਾਸੂ ਸਾਹਿਬ ਦੀ ਕਮਾਲ ਦੀ ਮਿਹਨਤ ਹੈ ਕਿ ਸਾਈਕਲ ਤੇ ਚੜ੍ਹ ਕੇ ਕਲਰਕੀ ਕਰਨ ਲਈ ਜਾਣ ਵਾਲੇ ਵਿਅਕਤੀ ਪ੍ਰਾਈਵੇਟ BA, MA, MPhil, PhD ਡਿਗਰੀਆਂ ਹਾਸਲ ਕਰ ਗਏ। ਨਰੂੜ ਪੰਚਠ ਕਾਲਜ ਵਿਖੇ ਪ੍ਰੋਫੈਸਰ ਤੇ ਉਪਰੰਤ ਪ੍ਰਿੰਸੀਪਲ ਬਣ ਕੇ ਰਿਟਾਇਰ ਹੋਏ। ਕਵਿਤਾਵਾਂ ਦੀਆਂ ਪੁਸਤਕਾਂ ਤੋਂ ਇਲਾਵਾ ਸਿਧਾਂਤਕ ਪੁਸਤਕਾਂ ਵੀ ਲਿਖੀਆਂ। ਦੇਸ਼ਾਂ ਵਿਦੇਸ਼ਾਂ ਦੀਆਂ ਸਟੇਜਾਂ ਤੇ ਜਾ ਕੇ ਕਵਿਤਾਵਾਂ ਦੇ ਰਾਹੀਂ ਗੁਰਮਤਿ ਸਿਧਾਂਤਾਂ ਦਾ ਸੁਨੇਹਾ ਲੋਕਾਈ ਨੂੰ ਦਿੰਦੇ ਹਨ। ਮੈਨੂੰ ਇਹਨਾਂ ਦਾ ਸਾਹਿਤਿਕ ਨਿਮਰ ਸੁਭਾਅ ਬੜਾ ਸੁਖ ਆਉਂਦਾ ਹੈ। ਡਾਕਟਰ ਹਰੀ ਸਿੰਘ ਜਾਚਕ ਸਾਹਿਬ ਨੂੰ ਜਦੋਂ ਮੈਂ 1979 'ਚ ਦੇਖਿਆ ਤੇ ਬਲੱਗਣ ਸਾਹਿਬ ਦੀਆਂ ਕਵਿਤਾਵਾਂ ਖਾਸ ਕਰਕੇ ਚਮਕੌਰ ਦੀ ਗੜੀ ਕੈਂਪਾਂ 'ਚ ਸੁਣਾਇਆ ਕਰਦੇ ਸਨ। ਦੇਖਦੇ ਦੇਖਦੇ ਜਾਚਕ ਜੀ ਪੰਥਕ ਲਿਖਾਰੀ ਤੇ ਪੰਥਕ ਕਵੀ ਬਣ ਗਏ। ਅੰਗਰੇਜ਼ੀ ਦੀ MA ਤੋਂ ਇਲਾਵਾ ਗੁਰਮਤਿ ਦੀ MA ਗੋਲਡ ਮੈਡਲਿਸਟ ਬਣ ਕੇ ਕੀਤੀ। ਜਾਚਕ ਸਾਹਿਬ ਦੀਆਂ ਕਈ ਪੁਸਤਕਾਂ ਤੇ CDਆਂ ਮਾਰਕੀਟ ਵਿੱਚ ਹਨ। ਮੇਰੇ ਜੀਵਨ ਵਿੱਚ ਇੱਕ ਪ੍ਰੇਰਕ ਸੱਜਣ ਹਨ। ਬੁਲਾਰੇ ਕਲਾ ਕੋਰਸ। ਜਥੇਬੰਦੀ ਵੱਲੋਂ ਲਗਾਏ ਜਾਂਦੇ ਬੁਲਾਰੇ ਕਲਾ ਕੋਰਸਾਂ ਰਾਹੀਂ ਬਹੁਤ ਸਾਰੇ ਬੁਲਾਰੇ ਤਿਆਰ ਹੋ ਕੇ ਸਕੂਲਾਂ ਕਾਲਜਾਂ 'ਚ ਕੌਮ ਦੀ ਪਨੀਰੀ ਦੀ ਸੰਭਾਲ ਲਈ ਮੈਦਾਨ ਵਿੱਚ ਉਤਰੇ, ਜਿਨ੍ਹਾਂ ਵਿੱਚ ਡਾਕਟਰ ਲਖਵਿੰਦਰ ਸਿੰਘ, ਸਰਦਾਰ ਪ੍ਰੀਤੀ ਸਿੰਘ ਖਾਲਸਾ, ਸਰਦਾਰ ਸਚਦੇਵ ਸਿੰਘ UK, ਸਰਦਾਰ ਮਿਹਰਪ੍ਰੀਤ ਸਿੰਘ, ਸਰਦਾਰ ਬਰਜਿੰਦਰਪਾਲ ਸਿੰਘ, ਡਾਕਟਰ ਹਰੀ ਸਿੰਘ ਜਾਚਕ, ਡਾਕਟਰ ਪੁਸ਼ਪਿੰਦਰ ਸਿੰਘ, ਸਰਦਾਰ ਤਜਿੰਦਰ ਸਿੰਘ ਖਿਜ਼ਰਾਬਾਦੀ, ਡਾਕਟਰ ਅਵਿਨਿੰਦਰਪਾਲ ਸਿੰਘ, ਡਾਕਟਰ ਮਨਮੋਹਨਜੀਤ ਸਿੰਘ, ਸਰਦਾਰ ਮਨਜੀਤ ਸਿੰਘ ਚੰਡੀਗੜ੍ਹ, ਡਾਕਟਰ ਸਰਬਦੀਪ ਸਿੰਘ ਚੰਡੀਗੜ੍ਹ, ਬੀਬੀ ਕਵਲਜੀਤ ਕੌਰ ਮੋਹਾਲੀ, ਬੀਬੀ ਰੋਮਾ ਕੌਰ, ਸਰਦਾਰ ਨਰਿੰਦਰਪਾਲ ਸਿੰਘ ਗੁਰੂ ਹਰਸਹਾਏ, ਸਰਦਾਰ ਪ੍ਰਭਜੋਤ ਸਿੰਘ, ਪ੍ਰੋਫੈਸਰ ਦਲਜੀਤ ਕੌਰ, ਸਰਦਾਰ ਅਜਿੰਦਰਪਾਲ ਸਿੰਘ ਹਰਿਆਣਾ, ਬੀਬੀ ਸੁਖਦੀਪ ਕੌਰ, ਸਰਦਾਰ ਪਰਮਜੀਤ ਸਿੰਘ ਸੁਚਿੰਤਨ, ਪ੍ਰੋਫੈਸਰ ਅਪਿੰਦਰ ਸਿੰਘ ਮਾਇਲਪੁਰੀ ਤੇ ਹੋਰ ਬਹੁਤ ਸਾਰੇ ਯੁਵਕ ਬੁਲਾਰੇ ਤਿਆਰ ਹੋਏ। ਬੁਲਾਰੇ ਕਾਰਜਸ਼ਾਲਾਵਾਂ ਲਈ ਡਾਕਟਰ ਗੁਰਚਰਨ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗਿਆਨੀ ਨਾਰਾਇਣ ਸਿੰਘ ਪਟਿਆਲਾ, ਸਰਦਾਰ ਰਾਜਦੇਵ ਸਿੰਘ ਐਡਵੋਕੇਟ ਸਾਰੇ ਵੱਖ-ਵੱਖ ਸਮਿਆਂ ਤੇ ਗੁਰੂ ਨਾਨਕ ਦੇਵ ਮਿਸ਼ਨ ਪਟਿਆਲਾ ਦੇ ਅਹੁਦੇਦਾਰ ਵਜੋਂ ਮਾਇਕ ਸਹਿਯੋਗ ਕਰਦੇ ਰਹੇ ਹਨ। ਡਾਕਟਰ ਗੁਰਚਰਨ ਸਿੰਘ ਪਟਿਆਲਾ ਦੇ ਜੀਵਨ ਨਾਲ ਸੰਬੰਧਿਤ ਇੱਕ ਗੱਲ ਜੋ ਪ੍ਰੇਰਨਾ ਸਰੋਤ ਹੈ ਦਾ ਜ਼ਿਕਰ ਮੈਂ ਇੱਥੇ ਜ਼ਰੂਰ ਕਰਨਾ ਚਾਹੁੰਦਾ ਹਾਂ। ਇੱਕ ਵਾਰ ਬੁਲਾਰੇ ਕਲਾ ਕਾਰਜਸ਼ਾਲਾ ਲੱਗਣੀ ਸੀ। ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਆਪ ਆ ਕੇ ਯੁਵਕ ਬੁਲਾਰਿਆਂ ਨੂੰ ਥਾਪੜੇ ਦਿਓ। ਤਾਂ ਡਾਕਟਰ ਸਾਹਿਬ ਕਹਿਣ ਲੱਗੇ, ਮੇਰੀ ਪਤਨੀ ਨੂੰ ਗਠੀਆ ਰੋਗ ਹੈ ਤੇ ਉਹਨਾਂ ਨੂੰ ਮੈਂ ਵਾਸ਼ਰੂਮ 'ਚ ਖੁਦ ਲੈ ਕੇ ਜਾਣਾ ਹੁੰਦਾ ਹੈ, ਇਸ ਲਈ ਮੈਂ ਇੱਕ ਵੀ ਰਾਤ ਘਰੋਂ ਬਾਹਰ ਨਹੀਂ ਰਹਿ ਸਕਦਾ। ਅਜਿਹੀ ਭਾਵਨਾ ਵਾਲੇ ਵਿਅਕਤੀ ਵਿਰਲੇ ਹਨ। ਕੇਂਦਰੀ ਸਾਲਾਨਾ ਸਮਾਗਮ ਪ੍ਰਬੰਧਕੀ ਕਨਵੀਨਰ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 31ਵੇਂ ਸਾਲਾਨਾ ਕੇਂਦਰੀ ਸਮਾਗਮ ਤੋਂ 36ਵੇਂ ਸਾਲਾਨਾ ਸਮਾਗਮ ਤੱਕ ਲਗਾਤਾਰ 6 ਸਾਲ ਇਹਨਾਂ ਸਮਾਗਮਾਂ ਦੇ ਪ੍ਰਬੰਧਕੀ ਕਨਵੀਨਰ ਵਜੋਂ ਦਾਸ ਨੂੰ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਅਜਿਹੀਆਂ ਸੇਵਾਵਾਂ ਨਾਲ ਮੇਰਾ ਸਵੈ ਵਿਸ਼ਵਾਸ ਤੇ ਪ੍ਰਬੰਧਕੀ ਕੰਮਾਂ 'ਚ ਤਜਰਬਾ ਵਧਿਆ। ਕੁਝ ਪ੍ਰੇਰਨਾ ਸਰੋਤ ਕਮੈਂਟਸ ਤੇ ਘਟਨਾਵਾਂ। ਜਗਤ ਤਮਾਸ਼ਾ ਵਿੱਚ ਮੈਂ ਜੋ ਆਪਣੇ ਜੀਵਨ ਨਾਲ ਜੁੜੀਆਂ ਘਟਨਾਵਾਂ ਸਮਾਗਮਾਂ ਨੂੰ ਕਲਮਬੱਧ ਕਰਨ ਦਾ ਯਤਨ ਕਰ ਰਿਹਾ, ਇਹ ਸਾਰਾ ਨਾਲ ਦੀ ਨਾਲ ਸੰਭਾਲਿਆ ਨਹੀਂ ਤੇ ਜ਼ਬਾਨੀ ਜਿੰਨਾ ਕੁ ਯਾਦ ਆਉਂਦਾ ਲਿਖਦਾ ਜਾ ਰਿਹਾ। ਇਸ ਲਈ ਕੁਝ ਕੁ ਪ੍ਰੇਰਨਾ ਸਰੋਤ ਕਮੈਂਟਸ ਤੇ ਘਟਨਾਵਾਂ ਜਿਨ੍ਹਾਂ ਮੈਨੂੰ ਇਸ ਕਾਰਜ ਵਿੱਚ ਡਟੇ ਰਹਿਣ ਲਈ ਮੇਰੀ ਹੌਸਲਾ ਅਫਜ਼ਾਈ ਕੀਤੀ, ਜਿੰਨੇ ਕੁ ਮੈਨੂੰ ਯਾਦ ਹਨ ਉਹਦਾ ਜ਼ਿਕਰ ਮੈਂ ਕਰਨਾ ਚਾਹਾਂਗਾ। ਇੱਕ ਵਾਰੀ ਸਰਕਾਰੀ ਕਾਲਜ ਲੜਕੀਆਂ ਦੇ ਪ੍ਰਿੰਸੀਪਲ ਪ੍ਰਭਜੋਤ ਕੌਰ ਜੀ ਆਪਣੇ ਬੇਟੇ ਦੇ ਆਨੰਦ ਕਾਰਜ ਦਾ ਕਾਰਡ ਲੈ ਕੇ ਮੇਰੇ ਘਰ ਆਏ ਤੇ ਕਹਿਣ ਲੱਗੇ,
ਸਰਦਾਰ ਸਤਨਾਮ ਸਿੰਘ ਹੋਰਾਂ ਨੂੰ ਮਿਲ ਕੇ ਇੰਝ ਲੱਗਦਾ ਜਿਵੇਂ ਪੂਰੀ ਜਥੇਬੰਦੀ ਨੂੰ ਮਿਲ ਲਿਆ ਹੈ। ਨੈਕਸਟ, ਸਮੂਹ ਜ਼ੋਨਲ ਸਕੱਤਰ ਪੰਜਾਬ ਜਦ ਵੀ ਸਟੇਟ ਕੌਂਸਲ ਦੀ ਮੀਟਿੰਗ ਵਿੱਚ ਆਉਂਦੇ ਹਨ ਤਾਂ ਇਕੱਤਰਤਾ ਤੋਂ ਬਾਅਦ ਹਮੇਸ਼ਾ ਮੇਰੀ ਸਟੱਡੀ ਸਰਕਲ ਵਿਚਲੀ ਰਿਹਾਇਸ਼ ਵਿੱਚ ਆ ਕੇ ਕੁਝ ਸਮਾਂ ਜ਼ਰੂਰ ਬੈਠਦੇ ਹਨ ਤੇ ਅਕਸਰ ਕਹਿੰਦੇ ਹਨ ਕਿ ਸਰਦਾਰ ਸਤਨਾਮ ਸਿੰਘ ਹੋਰਾਂ ਕੋਲ ਆ ਕੇ ਬੈਠੇ ਬਿਨਾਂ ਕੇਂਦਰੀ ਦਫ਼ਤਰ ਦੀ ਯਾਤਰਾ ਅਧੂਰੀ ਲੱਗਦੀ ਹੈ। ਨੈਕਸਟ, ਸੁਪਰੀਮ ਕੌਂਸਲ ਦੀ ਇਕੱਤਰਤਾ ਤੋਂ ਬਾਅਦ ਹਮੇਸ਼ਾ ਕੁਝ ਮੈਂਬਰ ਮੇਰੇ ਘਰ ਬੈਠ ਕੇ ਇਕੱਤਰਤਾ ਦਾ ਰਿਵਿਊ ਕਰਦੇ ਹਨ। ਇਹ ਵੀ ਮੇਰੇ ਪ੍ਰਤੀ ਵਿਸ਼ਵਾਸ ਤੇ ਮੇਰਾ ਮਾਣ ਹੈ। ਨੈਕਸਟ, ਇੱਕ ਵਾਰ ਮੈਂ ਪ੍ਰੋਫੈਸਰ ਗੁਰਬੀਰ ਸਿੰਘ ਸਰਨਾ, ਸਕੱਤਰ ਮੈਨੇਜਮੈਂਟ ਗੁਰੂ ਨਾਨਕ ਗੁਜਰ ਖਾਂ ਐਜੂਕੇਸ਼ਨਲ ਟਰੱਸਟ, ਮਾਡਲ ਟਾਊਨ ਲੁਧਿਆਣਾ ਨੂੰ ਉਹਨਾਂ ਦੇ ਘਰ ਭਾਈ ਰਣਧੀਰ ਸਿੰਘ ਨਗਰ ਮਿਲਣ ਗਿਆ ਤੇ ਮੈਨੂੰ ਕਹਿਣ ਲੱਗੇ, ਤੁਹਾਡੀਆਂ ਸੇਵਾਵਾਂ ਦੀ ਕੌਮ ਨੂੰ ਬੜੀ ਲੋੜ ਹੈ, ਤੁਸੀਂ ਇੰਨੀ ਧੁੱਪ 'ਚ ਨਾ ਨਿਕਲਿਆ ਕਰੋ, ਲੂ ਵਗੈਰਾ ਲੱਗ ਜਾਏਗੀ। ਨੈਕਸਟ, ਇੱਕ ਵਾਰ ਸਕੂਲਾਂ ਦਾ ਯੂਥ ਫੈਸਟੀਵਲ ਹੋਇਆ, ਉਸ ਤੋਂ ਬਾਅਦ ਗੁਰਮਤਿ ਕੈਂਪ ਲੱਗਿਆ ਤੇ ਫਿਰ ਪ੍ਰਿੰਸੀਪਲ ਅਧਿਆਪਕ ਸਾਹਿਬਾਨ ਦਾ ਸੈਮੀਨਾਰ ਰੱਖਿਆ। ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਪ੍ਰਿੰਸੀਪਲ ਕੁਲਵੰਤ ਕੌਰ ਜੀ ਕਹਿਣ ਲੱਗੇ, ਮਾਸਟਰ ਜੀ ਪੂਰੀਆਂ ਚੜ੍ਹਾਈਆਂ ਨੇ, ਹਰ ਪਾਸੇ ਕਾਮਯਾਬੀ ਸਫਲਤਾ ਤੁਹਾਡੇ ਪੈਰ ਚੁੰਮ ਰਹੀ ਹੈ, ਇਸੇ ਤਰ੍ਹਾਂ ਡਟੇ ਰਹੋ। ਬੀਬੀ ਰੋਮਾ ਕੌਰ, ਜਿਸ ਨੂੰ ਜੈਪੁਰ ਦੇ ਕੈਂਪ ਵਿੱਚ 1992 'ਚ ਪਹਿਲੀ ਵਾਰ ਲੱਭਿਆ। ਇਹ ਭੈਣ ਜੀ ਕਦੇ ਮਾਡਲਿੰਗ ਕਰਿਆ ਕਰਦੇ ਸਨ, ਪਰ ਇਸ ਕੈਂਪ 'ਚੋਂ ਇੰਨਾ ਪ੍ਰਭਾਵਿਤ ਹੋਏ ਕਿ ਸਟੱਡੀ ਸਰਕਲ ਦੇ ਸਰਗਰਮ ਮੈਂਬਰ ਬਣ ਗਏ। 5 ਬਾਣੀਆਂ ਕੰਠ ਕਰ ਲਈਆਂ, ਫ੍ਰੈਂਚ ਦੀ MA ਕਰਨ ਲਈ ਚੰਡੀਗੜ੍ਹ ਦਾਖਲਾ ਲਿਆ। ਉਸ ਸਮੇਂ ਕੇਂਦਰੀ ਪੱਧਰ 'ਤੇ ਭੈਣ ਜੀ ਰੋਮਾ ਕੌਰ ਮੈਨੂੰ ਤੇ ਡਾਕਟਰ ਹਰੀ ਸਿੰਘ ਜਾਚਕ, ਜੋ ਮੇਰੇ ਨਾਲ ਜੈਪੁਰ ਕੈਂਪ 'ਤੇ ਗਏ ਸਨ, ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦੇ ਸਨ। ਉਹਨਾਂ ਚੰਡੀਗੜ੍ਹ ਆ ਕੇ ਟੈਲੀਫੋਨ 'ਤੇ ਮੈਨੂੰ ਰਿਪੋਰਟ ਕੀਤੀ ਤੇ ਕਿਹਾ ਕਿ ਹੁਣ ਮੈਨੂੰ ਸਟੱਡੀ ਸਰਕਲ ਜੁਆਇਨ ਕਰਵਾਓ। ਮੈਂ ਸਰਦਾਰ ਪ੍ਰਿਥੀ ਸਿੰਘ ਚੰਡੀਗੜ੍ਹ ਤੇ ਬੀਬੀ ਕਵਲਜੀਤ ਕੌਰ ਮੋਹਾਲੀ ਨੂੰ ਇਹਨਾਂ ਦਾ ਹੋਸਟਲ ਐਡਰੈਸ ਭੇਜ ਦਿੱਤਾ। ਉਹ ਮਿਲੇ ਤੇ ਭੈਣ ਜੀ ਸਟੱਡੀ ਸਰਕਲ 'ਚ ਸਰਗਰਮ ਹੋ ਗਏ। ਚੰਡੀਗੜ੍ਹ ਵਿੱਚ ਇਹਨਾਂ ਜਥੇਬੰਦੀ ਲਈ ਬਹੁਤ ਕੰਮ ਕੀਤਾ। ਸਿੱਖ ਰਹਿਤ ਮਰਿਆਦਾ ਦਾ ਫ੍ਰੈਂਚ ਭਾਸ਼ਾ ਵਿੱਚ ਅਨੁਵਾਦ ਵੀ ਕੀਤਾ। ਬੀਬੀ ਰੋਮਾ ਕੌਰ ਜੀ ਫਰਾਂਸ ਚਲੇ ਗਏ, ਉੱਥੋਂ ਇੰਗਲੈਂਡ ਚਲੇ ਗਏ, ਫਿਰ ਕੈਨੇਡਾ ਤੇ ਹੋਰ ਦੇਸ਼ਾਂ ਵਿੱਚ ਵੀ ਗਏ। ਪਰ ਇਸ ਗਲੈਮਰ ਦੀ ਦੁਨੀਆ ਵਿੱਚ ਇਸ ਬੀਬੀ ਨੇ ਆਪਣਾ ਪਹਿਰਾਵਾ, ਸੱਭਿਆਚਾਰ, ਪਰੰਪਰਾਵਾਂ ਨਾਲ ਪਿਆਰ ਤੇ ਸਾਂਝ ਬਣਾਈ ਰੱਖੀ। ਅੱਜ ਸਿਰ 'ਤੇ ਕੇਸਕੀ ਵੀ ਕਰਦੇ ਹਨ। ਜੂਨ 2005 ਵਿੱਚ ਅਕਾਲ ਅਕੈਡਮੀ ਬੜੂ ਸਾਹਿਬ, ਹਿਮਾਚਲ ਪ੍ਰਦੇਸ਼, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਲੱਗਿਆ। ਇਸ ਕੈਂਪ ਦੇ ਤੀਸਰੇ ਦਿਨ ਬੀਬੀ ਰੋਮਾ ਕੌਰ ਨੇ ਪ੍ਰਵੇਸ਼ ਕੀਤਾ। ਬੀਬੀ ਜੀ ਵਿਦੇਸ਼ 'ਚੋਂ 5 ਕੁ ਸਾਲ ਬਾਅਦ ਪਰਤੇ ਸਨ। ਇਸ ਸਮੇਂ ਸਰਦਾਰ ਪ੍ਰਿਥੀ ਸਿੰਘ ਖਾਲਸਾ ਸਟੇਟ ਸਕੱਤਰ ਪੰਜਾਬ ਕੋਲ ਸਟੇਜ ਦਾ ਸੰਚਾਲਨ ਸੀ ਤੇ ਉਹਨਾਂ ਅਨਾਊਂਸ ਕੀਤਾ ਕਿ ਬੀਬੀ ਰੋਮਾ ਕੌਰ ਜੀ ਪ੍ਰਧਾਨਗੀ ਮੰਡਲ 'ਚ ਆਪਣੀ ਥਾਂ ਗ੍ਰਹਿਣ ਕਰਨਗੇ। ਪ੍ਰਧਾਨਗੀ ਮੰਡਲ 'ਚ ਕੋਈ ਕੁਰਸੀ ਖਾਲੀ ਨਹੀਂ ਸੀ ਤੇ ਦਾਸ ਆਪਣੀ ਕੁਰਸੀ ਛੱਡ ਕੇ ਕੈਂਪਰ ਵਿਦਿਆਰਥੀਆਂ ਨਾਲ ਹੇਠਾਂ ਦਰੀ 'ਤੇ ਬੈਠ ਗਿਆ। ਪਰ ਬੀਬੀ ਰੋਮਾ ਕੌਰ ਜੀ ਨੇ ਇਹ ਕਹਿੰਦਿਆਂ ਪ੍ਰਧਾਨਗੀ ਮੰਡਲ 'ਚ ਬੈਠਣ ਤੋਂ ਇਨਕਾਰ ਕਰ ਦਿੱਤਾ ਕਿ ਜਿਸ ਵੀਰ ਦੀ ਬਦੌਲਤ ਮੈਨੂੰ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਮਿਲਿਆ ਹੈ ਤੇ ਮੈਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਜੁੜੀ, ਉਸ ਨੂੰ ਉਠਾ ਕੇ ਉਹਦੀ ਥਾਂ 'ਤੇ ਮੈਂ ਪ੍ਰਧਾਨਗੀ ਮੰਡਲ 'ਚ ਨਹੀਂ ਬੈਠ ਸਕਦੀ। ਸਟੇਜ ਦੀ ਕਾਰਵਾਈ ਰੁਕ ਗਈ ਤੇ ਮੈਂ ਉਹਨਾਂ ਨੂੰ ਪਲੀਜ਼ ਕਹਿ ਕੇ ਕੁਰਸੀ 'ਤੇ ਬੈਠਣ ਲਈ ਕਿਹਾ, ਪਰ ਉਹ ਨਹੀਂ ਮੰਨੇ। ਫਿਰ ਇੱਕ ਕੁਰਸੀ ਦਾ ਪ੍ਰਬੰਧ ਕੀਤਾ ਗਿਆ। ਮੈਂ ਆਪਣੀ ਕੁਰਸੀ 'ਤੇ ਬੈਠਾ ਤੇ ਉਹਨਾਂ ਪ੍ਰਧਾਨਗੀ ਮੰਡਲ 'ਚ ਆਪਣੀ ਥਾਂ ਗ੍ਰਹਿਣ ਕੀਤੀ। ਉਸ ਤੋਂ ਬਾਅਦ ਜਦ ਸਰਦਾਰ ਪ੍ਰਿਥੀ ਸਿੰਘ ਹੋਰਾਂ ਉਹਨਾਂ ਨੂੰ ਸਟੇਜ 'ਤੇ 2 ਸ਼ਬਦ ਸਾਂਝੇ ਕਰਨ ਲਈ ਕਿਹਾ ਤਾਂ ਉਹ ਇੰਨੇ ਭਾਵੁਕ ਹੋ ਗਏ ਕਿ ਕਾਫੀ ਦੇਰ ਬੋਲ ਨਹੀਂ ਸਕੇ। ਫਿਰ ਕਹਿਣ ਲੱਗੇ ਕਿ ਮੈਂ ਅਕਾਲ ਪੁਰਖ ਦਾ ਧੰਨਵਾਦ ਕਰਦੀ ਹਾਂ ਜਿਸ ਨੇ ਮੈਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜਥੇਬੰਦੀ ਨਾਲ ਮਿਲਾਇਆ। ਪਰ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਜੇ ਮੈਂ ਅੱਜ ਇੱਥੇ ਹਾਂ, ਸਿੱਖੀ ਸਰੂਪ, ਪੰਜਾਬੀ ਪਹਿਰਾਵਾ ਤੇ ਸਿਰ 'ਤੇ ਕੇਸਕੀ ਹੈ, ਤਾਂ ਇਹ ਵੀਰ ਸਤਨਾਮ ਸਿੰਘ ਕਰਕੇ ਹੈ। ਜੇ ਜੈਪੁਰ ਨਾ ਆਉਂਦੇ, ਮੈਂ ਪ੍ਰਭਾਵ ਨਾ ਕਬੂਲਦੀ, ਤਾਂ ਅੱਜ ਮੇਰਾ ਕੋਈ ਹੋਰ ਰੂਪ ਹੁੰਦਾ। ਉਹਨਾਂ ਦੀਆਂ ਇਹਨਾਂ ਗੱਲਾਂ ਨਾਲ ਮੈਨੂੰ ਹੋਰ ਉਤਸ਼ਾਹ ਮਿਲਿਆ ਕਿ ਸੱਚਮੁੱਚ ਜੋ ਅਸੀਂ ਉਪਰਾਲਾ ਕਰਦੇ ਹਾਂ, ਭਾਵ ਜਥੇਬੰਦੀ ਉੱਦਮ ਕਰਦੀ ਹੈ, ਉਹਦੀ ਪ੍ਰਾਪਤੀ ਆਊਟਪੁੱਟ ਹੈ। ਜਿੱਥੇ ਗਲੈਮਰ ਦੇ ਜ਼ਮਾਨੇ 'ਚ ਨੌਜਵਾਨ ਆਪਣੀਆਂ ਅਮੀਰ ਪਰੰਪਰਾਵਾਂ ਨੂੰ ਤਿਲਾਂਜਲੀ ਦੇ ਕੇ ਪੱਛਮੀ ਸੱਭਿਆਚਾਰ 'ਚ ਗਰਕ ਹੋ ਰਹੇ ਹਨ, ਉੱਥੇ ਜਿੰਨਾ ਕੁ ਵੀ ਬਚਾਅ ਹੈ ਉਹ ਸਟੱਡੀ ਸਰਕਲ ਵਰਗੀਆਂ ਸੰਸਥਾਵਾਂ ਦੇ ਉੱਦਮਾਂ ਸਦਕਾ ਹੀ ਹੈ। ਬੀਬੀ ਰੋਮਾ ਕੌਰ ਜੀ ਦੀ ਇੱਕ ਹੋਰ ਗੱਲ ਸਾਂਝੀ ਕਰਨੀ ਚਾਹਾਂਗਾ। 12 ਜਨਵਰੀ 2008 ਨੂੰ ਭੈਣ ਜੀ ਸਟੱਡੀ ਸਰਕਲ ਦੇ ਹੈਰੀਟੇਜ ਕਲੱਬ
ਡਿਨਰ ਗੈਟ ਟੂਗੈਦਰ ਵਿੱਚ ਗੈਸਟ ਆਫ ਆਨਰ ਵਜੋਂ ਸ਼ਾਮਲ ਹੋਏ। ਉਹਨਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਇਹ ਗੱਲ ਕਹੀ ਕਿ ਮੈਂ ਸਰਦਾਰ ਸਤਨਾਮ ਸਿੰਘ ਹੋਰਾਂ ਤੋਂ ਇੰਨੀ ਪ੍ਰਭਾਵਿਤ ਹਾਂ ਕਿ ਮੈਂ ਇਹਨਾਂ ਨੂੰ ਦਿਨ ਰਾਤ ਲਗਾਤਾਰ ਸੁਣ ਸਕਦੀ ਹਾਂ, ਅਤੇ ਪੂਰਾ ਕਲੱਬ ਤਾਲੀਆਂ ਨਾਲ ਗੂੰਜ ਉੱਠਿਆ। ਇਹ ਜ਼ਿਕਰ ਮੈਂ ਇਸ ਕਰਕੇ ਨਹੀਂ ਕਰ ਰਿਹਾ ਕਿ ਮੈਨੂੰ ਆਪਣੀ ਤਾਰੀਫ ਸੁਣਨ ਦਾ ਸ਼ੌਕ ਹੈ, ਸਗੋਂ ਇਸ ਕਰਕੇ ਕਰ ਰਿਹਾ ਕਿ ਕਈ ਵਾਰ ਦੁਨਿਆਵੀ ਮਾਹੌਲ ਨਿਰਉਤਸ਼ਾਹਿਤ ਕਰਦਾ ਹੈ ਕਿ ਅਸੀਂ ਕਿਧਰੇ ਐਵੇਂ ਤਾਂ ਨਹੀਂ ਭੱਜੇ ਫਿਰਦੇ। ਕੀ ਸਾਡੇ ਉੱਦਮਾਂ ਦਾ ਕੋਈ ਅਸਰ ਵੀ ਪੈਂਦਾ ਹੈ, ਜਾਂ ਸਿਰਫ ਮਨ ਦੀ ਸੰਤੁਸ਼ਟੀ ਹੈ? ਤਾਂ ਅਜਿਹੇ ਪ੍ਰਭਾਵਿਤ ਹੋਏ ਵਿਅਕਤੀਆਂ ਦੇ ਵਿਚਾਰ ਉਤਸ਼ਾਹਿਤ ਕਰਦੇ ਹਨ ਕਿ ਸੱਚਮੁੱਚ ਜਥੇਬੰਦੀ ਦੇ ਕਾਰਜਾਂ ਦਾ ਅਸਰ ਕਿਸੇ ਨਾ ਕਿਸੇ 'ਤੇ ਹੁੰਦਾ ਹੈ, ਅਤੇ ਅਜਿਹਾ ਵਿਅਕਤੀ ਵੀ ਆਪਣੇ ਧੰਨ ਭਾਗ ਸਮਝਦਾ ਹੈ। ਮੈਂ ਜਦ ਵੀ ਜੈਪੁਰ ਜਾਂਦਾ ਤਾਂ ਇਹਨਾਂ ਦੇ ਪਾਪਾ ਸਰਦਾਰ ਅਮਰਜੀਤ ਸਿੰਘ ਮੈਨੂੰ ਆਪਣੇ ਘਰ ਜ਼ਰੂਰ ਲੈ ਕੇ ਜਾਂਦੇ ਹਨ। ਬੀਬੀ ਹਰਸ਼ਰਨ ਕੌਰ ਜੈਪੁਰ ਤੇ ਸਿਲੰਡਰ ਗੈਸ ਲੈਂਪ। ਜੂਨ 2003 ਵਿੱਚ ਦਿੱਲੀ ਵਿਖੇ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਲੱਗਿਆ। ਕੈਂਪ ਦੌਰਾਨ ਰਾਤ ਨੂੰ ਲਾਈਟ ਚਲੀ ਗਈ। ਇੱਕ ਭੈਣ ਜੀ ਨੇ ਆ ਕੇ ਫਤਿਹ ਬੁਲਾਈ ਤੇ ਕਹਿਣ ਲੱਗੀ, ਮੈਂ ਵੀਰ ਜੀ ਦੇ ਦਰਸ਼ਨ ਕਰਨੇ ਹਨ। ਤਾਂ ਦਾਸ ਨੇ ਮਜ਼ਾਕ ਨਾਲ ਕਿਹਾ, ਭੈਣ ਜੀ ਹਨੇਰੇ 'ਚ ਕੀ ਦੇਖੋਗੇ, ਦਰਸ਼ਨ ਤਾਂ ਲਾਈਟ ਆਉਣ 'ਤੇ ਹੀ ਹੋਣਗੇ। ਥੋੜ੍ਹੀ ਦੇਰ ਬਾਅਦ ਲਾਈਟ ਆਈ। ਇੱਕ ਬੀਬੀ ਨੇ ਚੂੜਾ ਪਹਿਨਿਆ ਹੋਇਆ ਤੇ 2 ਹੱਥ ਜੋੜ ਕੇ ਫਤਿਹ ਬੁਲਾ ਕੇ ਕਹਿਣ ਲੱਗੀ, ਵੀਰ ਜੀ ਮੈਂ ਹਰਸ਼ਰਨ ਕੌਰ ਜੈਪੁਰ ਵਾਲੀ, ਤੁਸੀਂ ਉੱਥੇ ਕੈਂਪ 'ਤੇ ਆਏ ਸੀ, ਮੈਂ ਤੁਹਾਨੂੰ ਬੜੇ ਸਵਾਲ ਪੁੱਛੇ ਸੀ। ਉਸ ਕੈਂਪ ਨੇ ਮੇਰਾ ਜੀਵਨ ਬਦਲ ਦਿੱਤਾ। ਮੈਂ ਅੰਮ੍ਰਿਤ ਛਕ ਲਿਆ। ਵੀਰ ਜੀ ਮੇਰਾ ਦਿੱਲੀ ਵਿਆਹ ਹੋ ਗਿਆ। ਮੈਨੂੰ ਪਤਾ ਲੱਗਿਆ ਇੱਥੇ ਕੈਂਪ ਲੱਗ ਰਿਹਾ। ਮੈਂ ਆਪਣੀ ਸੱਸ ਨੂੰ ਨਾਲ ਲੈ ਕੇ ਆਈ ਹਾਂ। ਮੈਂ 5 ਦਿਨ ਪੂਰੇ ਕੈਂਪ ਲਾਵਾਂਗੀ, ਪਰ ਰੋਜ਼ ਰਾਤ ਨੂੰ ਘਰ ਜਾ ਕੇ ਸਵੇਰੇ ਆ ਜਾਇਆ ਕਰਾਂਗੀ। ਅਗਲੇ ਦਿਨ ਸਵੇਰੇ ਨਿਤਨੇਮ ਦੇ ਪਾਠ ਤੇ ਕੀਰਤਨ ਤੋਂ ਉਪਰੰਤ ਅਰਦਾਸ ਹੁਕਮਨਾਮੇ ਤੋਂ ਬਾਅਦ ਜਦ ਦੇਗ ਵਰਤਣ ਲੱਗੀ ਤਾਂ ਬੀਬੀ ਹਰਸ਼ਰਨ ਕੌਰ ਸਿਲੰਡਰ ਗੈਸ ਲੈਂਪ ਲੈ ਕੇ ਸਟੇਜ ਉੱਪਰ ਮਾਈਕ ਤੇ ਆ ਗਈ ਤੇ ਕਹਿਣ ਲੱਗੀ, ਮੈਂ ਵੀਰ ਸਤਨਾਮ ਸਿੰਘ ਜੀ ਨੂੰ ਗੈਸ ਲੈਂਪ ਭੇਟ ਕਰਨੀ ਹੈ। ਉਸਨੇ ਕਹਿਣਾ ਜਾਰੀ ਰੱਖਿਆ ਕਿ ਜਦ ਮੈਂ ਰਾਤ ਵੀਰ ਜੀ ਨੂੰ ਮਿਲੀ ਤਾਂ ਲਾਈਟ ਗਈ ਹੋਣ ਕਰਕੇ ਵੀਰ ਜੀ ਹਨੇਰੇ 'ਚ ਬੈਠੇ ਸਨ। ਮੈਂ ਸੋਚਿਆ, ਚਾਨਣ ਫੈਲਾਉਣ ਵਾਲੇ ਹਨੇਰੇ 'ਚ ਕਿਉਂ ਚਾਨਣ ਫੈਲਾਉਣ ਵਾਲਿਆਂ ਨੂੰ ਹਨੇਰਾ ਕਦੇ ਨਾ ਹੋਵੇ। ਇਸ ਪ੍ਰਤੀਕ ਵਜੋਂ ਮੈਂ ਸਿਲੰਡਰ ਗੈਸ ਲੈਂਪ ਭੇਟ ਕਰਦੀ ਹਾਂ। ਮੈਨੂੰ ਇੰਝ ਲੱਗਿਆ ਕਿ ਜੋ ਵੀ ਉਪਰਾਲੇ ਸਟੱਡੀ ਸਰਕਲ ਮਾਧਿਅਮ ਰਾਹੀਂ ਅਸੀਂ ਕਰ ਰਹੇ ਹਾਂ, ਉਹਦਾ ਅਸਰ ਹੈ। ਇਹ ਗੈਸ ਲੈਂਪ ਸਟੱਡੀ ਸਰਕਲ ਦੇ ਪ੍ਰਾਥਮਿਕਤਾ ਸਕੱਤਰੇਤ ਵਿੱਚ ਸੰਭਾਲ ਕੇ ਰੱਖੀ ਹੋਈ ਹੈ, ਜੋ ਮੈਨੂੰ ਸੇਵਾ ਕਰਨ ਲਈ ਹੋਰ ਉਤਸ਼ਾਹ ਦਿੰਦੀ ਹੈ। ਘਟਨਾ ਕਮਾਲਪੁਰ ਦੀ। ਲੁਧਿਆਣਾ ਦੇ ਜਗਰਾਉਂ ਤਹਿਸੀਲ ਵਿੱਚ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵੂਮੈਨ ਕਮਾਲਪੁਰ ਵਿਖੇ ਇੱਕ ਸੈਮੀਨਾਰ ਵਿੱਚ ਲੈਕਚਰ ਦੇਣ ਲਈ ਦਾਸ ਸਰਦਾਰ ਸੁਰਜੀਤ ਸਿੰਘ ਲੋਹੀਆ, ਪ੍ਰਿੰਸੀਪਲ ਹਰੀ ਸਿੰਘ ਰਿਟਾਇਰਡ ਗਏ। ਜਦੋਂ ਅਸੀਂ ਗੱਡੀ 'ਚੋਂ ਨਿਕਲੇ ਤਾਂ ਇੱਕ ਸਾਬਤ ਸੂਰਤ ਨੌਜਵਾਨ ਨੇ ਅੱਗੇ ਵੱਧ ਕੇ ਮੇਰੇ ਗੋਡੀ ਹੱਥ ਲਾਏ। ਮੈਂ ਉਹਨੂੰ ਕਲਾਵੇ 'ਚ ਲੈ ਕੇ ਕਿਹਾ, ਫਤਿਹ ਬੁਲਾਓ। ਸਿੰਘ ਫਤਿਹ ਬੁਲਾਉਂਦੇ ਹਨ। ਅਸੀਂ ਪ੍ਰਿੰਸੀਪਲ ਦੇ ਦਫ਼ਤਰ ਵੱਲ ਨੂੰ ਤੁਰ ਪਏ। ਸਰਦਾਰ ਸੁਰਜੀਤ ਸਿੰਘ ਉਸ ਨੌਜਵਾਨ ਨੂੰ ਇੱਕ ਸਾਈਡ 'ਤੇ ਲੈ ਗਏ ਤੇ ਕਹਿਣ ਲੱਗੇ, ਅਸੀਂ 3 ਮੈਂਬਰ ਸਾਂ, ਪਰ ਤੁਸੀਂ ਕੇਵਲ ਉਸ ਵੀਰ ਦੇ ਗੋਡੇ ਹੱਥ ਪਹਿਲਾਂ ਕਿਉਂ ਲਗਾਏ, ਜਦਕਿ ਪ੍ਰਿੰਸੀਪਲ ਸਾਹਿਬ ਸਾਡੇ ਵਿੱਚ ਵੱਡੀ ਉਮਰ ਦੇ ਹਨ। ਉਹ ਨੌਜਵਾਨ ਜਿਹਦਾ ਨਾਮ ਮੈਂ ਭੁੱਲ ਗਿਆ ਕਹਿਣ ਲੱਗਾ, ਸਰ ਮੈਂ ਇਹਨਾਂ ਨੂੰ ਪਹਿਚਾਣ ਲਿਆ। ਸਰ ਮੈਂ ਇਹਨਾਂ ਕੋਲ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਲੁਧਿਆਣਾ ਵਿਖੇ ਕੈਂਪ ਲਗਾਇਆ ਸੀ। ਉਸ ਕੈਂਪ ਨੇ ਮੇਰਾ ਜੀਵਨ ਬਦਲ ਦਿੱਤਾ। ਸਰ ਮੇਰੇ ਪਿੰਡ ਦੇ ਸਾਰੇ ਮੁੰਡੇ ਪਤਿਤ ਹਨ, ਭਾਵ ਕੇਸ ਦਾੜ੍ਹੀ ਕਟਵਾ ਚੁੱਕੇ ਹਨ। ਮੇਰੇ ਪਿੰਡ ਦੇ ਸਾਰੇ ਮੁੰਡੇ ਨਸ਼ੇ ਖਾਂਦੇ ਹਨ, ਪਰ ਮੈਂ ਇਕੱਲਾ ਪਿੰਡ 'ਚੋਂ ਸਾਬਤ ਸੂਰਤ ਹਾਂ ਤੇ ਨਸ਼ਿਆਂ ਤੋਂ ਬਚਿਆ ਹੋਇਆ। ਇਹ ਇਸੇ ਸਰ ਕਰਕੇ ਹੋਇਆ। ਮੈਂ ਇਸ ਕਾਲਜ ਵਿੱਚ ਸੇਵਾਦਾਰ ਲੱਗਿਆ ਹੋਇਆ। ਇਹ ਗੱਲ ਸਰਦਾਰ ਸੁਰਜੀਤ ਸਿੰਘ ਹੋਰਾਂ ਨੇ ਮੈਨੂੰ ਨਹੀਂ ਦੱਸੀ ਤੇ ਕਾਫੀ ਚਿਰਾਂ ਬਾਅਦ ਲੁਧਿਆਣਾ ਵਿਖੇ ਕਿਸੇ ਸਮਾਗਮ 'ਚ ਇਹ ਗੱਲ ਉਹਨਾਂ ਨੇ ਸਟੇਜ 'ਤੇ ਸੁਣਾਈ ਤੇ ਮੈਂ ਮਨ ਹੀ ਮਨ ਪਰਮਾਤਮਾ ਦਾ ਧੰਨਵਾਦ ਕੀਤਾ ਕਿ ਜਥੇਬੰਦੀ ਦੇ ਕੰਮਾਂ ਦਾ ਕਿਤੇ ਨਾ ਕਿਤੇ ਅਸਰ ਹੈ। ਪ੍ਰਿੰਸੀਪਲ ਕੁਲਵੰਤ ਕੌਰ ਬੱਸੀਆਂ। ਪ੍ਰਿੰਸੀਪਲ ਕੁਲਵੰਤ ਕੌਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਪ੍ਰਿੰਸੀਪਲ ਸਨ। ਸਕੂਲ ਵੀ ਇਹਨਾਂ ਦਾ ਆਪਣਾ ਬਣਾਇਆ ਹੋਇਆ ਸੀ। ਪ੍ਰਿੰਸੀਪਲ ਸਾਹਿਬਾਂ ਨੇ ਇੱਕ ਵਾਰੀ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਵਿੱਚ 4 ਰੋਜ਼ਾ ਓਰੀਐਂਟੇਸ਼ਨ ਕੋਰਸ ਲਗਾਇਆ ਤੇ ਵਾਪਸ ਜਾ ਕੇ ਇੱਕ ਪੱਥਰ ਲਿਖਿਆ। ਇਹ ਪੱਤਰ ਸ਼ਾਇਦ ਬੰਦ ਫਾਈਲਾਂ 'ਚੋਂ ਲੱਭਣਾ ਔਖਾ ਹੋਵੇ, ਪਰ ਉਹਦੀ ਕੁਝ ਸ਼ਬਦਾਵਲੀ ਅੱਜ 15/1/8 ਨੂੰ 10 ਸਾਲਾਂ ਬਾਅਦ ਵੀ ਮੈਨੂੰ ਯਾਦ ਹੈ। ਉਹਨਾਂ ਲਿਖਿਆ, ਵੀਰ ਜੀ ਇਸ ਕੋਰਸ ਨੇ ਸਾਡੀ ਕਾਇਆ ਪਲਟ ਦਿੱਤੀ ਹੈ। ਮੇਰੇ ਮਨ 'ਚ ਸੇਵਾ ਲਈ ਬਹੁਤ ਚਾਅ ਉਤਪੰਨ ਹੋ ਗਿਆ ਹੈ। ਮੈਂ ਸਟੱਡੀ ਸਰਕਲ ਨਾਲ ਜੁੜ ਕੇ ਸੇਵਾ ਕਰਨੀ ਚਾਹੁੰਦੀ ਹਾਂ, ਪਰ ਮੇਰੇ ਪਤੀ ਕੁਝ ਨਾਸਤਕ ਸੋਚ ਵਾਲੇ ਹਨ। ਉਹਨਾਂ ਦਾ ਸਾਥ ਮੈਨੂੰ ਜ਼ਰੂਰ ਚਾਹੀਦਾ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਜੇਕਰ ਉਹ ਲੁਧਿਆਣੇ ਆ ਕੇ ਕੋਰਸ ਲਗਾ ਲੈਣ ਤਾਂ ਉਹ ਵਸ਼ ਆਸਤਕ ਬਣ ਕੇ ਮੇਰੇ ਨਾਲ ਕੌਮ ਸਮਾਜ ਸੇਵਾ ਵਿੱਚ ਡਟਣਗੇ।
ਪਰ ਉਹਨਾਂ ਆਉਣਾ ਨਹੀਂ। ਜੇ ਤੁਸੀਂ ਕਿਸੇ ਤਰ੍ਹਾਂ ਬੁਲਾ ਲਓ ਤਾਂ ਪਰਿਵਰਤਨ ਅਵੱਸ਼ ਹੋਏਗਾ। ਵਾਹਿਗੁਰੂ ਨੇ ਉੱਦਮ ਕਰਵਾਇਆ। ਉਹਨਾਂ ਦੇ ਪਤੀ ਸਾਹਿਬ ਕੋਰਸ ਲਾਉਣ ਲਈ ਰਾਜ਼ੀ ਹੋ ਗਏ। ਕੋਰਸ ਲਗਾ ਕੇ ਬੜੇ ਪ੍ਰਭਾਵਿਤ ਹੋਏ। ਮੈਡਮ ਨਾਲ ਸੇਵਾ ਵਿੱਚ ਡਟ ਗਏ। ਅੰਮ੍ਰਿਤਪਾਨ ਵੀ ਕਰ ਲਿਆ। ਸਟੱਡੀ ਸਰਕਲ ਦੇ ਹਰ ਕੈਂਪ ਸਮਾਗਮ ਵਿੱਚ ਬੱਚੇ ਆਪ ਲੈ ਕੇ ਆਉਣ ਲੱਗੇ ਤੇ ਹੁਣ ਤੱਕ ਜੁੜੇ ਹੋਏ ਹਨ। ਪ੍ਰਿੰਸੀਪਲ ਮੈਡਮ ਦਾ ਪਿਛਲੇ ਦਿਨੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਹੈ। ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ, ਇਹ ਸਾਡੀ ਅਰਦਾਸ ਹੈ। ਬੈਂਗਲੌਰ ਵਿਖੇ ਕੈਂਪ। ਬੈਂਗਲੌਰ, ਕਰਨਾਟਕਾ ਵਿਖੇ ਗੁਰਮਤਿ ਕੈਂਪ ਦੌਰਾਨ ਕਿਰਪਾਨ ਬਾਰੇ ਗੱਲ ਚੱਲ ਰਹੀ ਸੀ। ਇੱਕ ਕੈਂਪਰ ਲੜਕੀ ਕਹਿਣ ਲੱਗੀ, ਵੀਰ ਜੀ ਲੈਕਚਰ ਦੇਣਾ ਸੌਖਾ ਹੈ ਪਰ ਕਿਰਪਾਨ ਚਲਾਉਣੀ ਔਖੀ ਹੈ। ਜੇ ਕਿਸੇ ਦੇ ਵੱਜ ਜਾਏ ਤਾਂ ਦਫਾ 302 ਲੱਗਦੀ ਹੈ, ਜੇਲ੍ਹ ਜਾਣਾ ਪੈਂਦਾ ਹੈ, ਘਰ-ਬਾਰ ਬਰਬਾਦ ਹੋ ਜਾਂਦਾ ਹੈ। ਮੈਂ ਉਹਨੂੰ ਜਵਾਬ ਦਿੱਤਾ ਕਿ ਮੰਨ ਲਓ ਤੁਸੀਂ ਕਿਸੇ ਇਕਾਂਤ ਇਲਾਕੇ 'ਚ ਵਿਚਰ ਰਹੇ ਹੋ, ਕੋਈ ਸਿਰ ਫੁਰਿਆ ਨੌਜਵਾਨ ਤੁਹਾਨੂੰ ਬਾਂਹ ਤੋਂ ਫੜ ਕੇ ਕਮਾਦ ਦੇ ਖੇਤਾਂ ਵੱਲ ਖਿੱਚਦਾ ਹੈ, ਭਾਵ ਇੱਜ਼ਤ ਵੱਲ ਹੱਥ ਵਧਾਉਂਦਾ ਹੈ, ਤਾਂ ਤੁਸੀਂ ਉਹਨੂੰ ਕੀ ਕਰੋਗੇ? ਇਹ ਕਹੋਗੇ ਕਿ ਮੈਨੂੰ ਦਫਾ 302 ਤੋਂ ਬੜਾ ਡਰ ਲੱਗਦਾ ਹੈ, ਇਸ ਲਈ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ। ਉਹ ਲੜਕੀ ਬੜੇ ਜ਼ੋਰ ਨਾਲ ਬੋਲੀ, ਮੈਂ ਤਾਂ ਅਜੇ ਪਾਪੀ ਨੂੰ ਚੀਰ ਦਿਆਂਗੀ। ਮੈਂ ਵੀ ਇੱਕਦਮ ਸਵਾਲ ਕਰ ਦਿੱਤਾ, ਕਾਹਦੇ ਨਾਲ ਚੀਰੋਗੇ? ਉਸਨੂੰ ਕਹਿਣਾ ਤੁਸੀਂ ਗੰਨੇ ਚੂਪ ਲਓ, ਮੈਂ ਘਰ ਜਾ ਕੇ ਕਿਰਪਾਨ ਚੁੱਕ ਲਿਆਵਾਂ, ਕਿਉਂਕਿ ਤੁਹਾਨੂੰ ਦੁਸ਼ਟ ਨੂੰ ਵੱਢਣਾ ਹੈ। ਕੀ ਉਹ ਤੁਹਾਨੂੰ ਘਰ ਜਾਣ ਦੇਵੇਗਾ? ਤਾਂ ਉਹ ਕੈਂਪਰ ਲੜਕੀ ਕਹਿਣ ਲੱਗੀ, ਹਾਂ ਸੱਚਮੁੱਚ ਕਿਰਪਾਨ ਪਾਉਣੀ ਬਹੁਤ ਜ਼ਰੂਰੀ ਹੈ। ਜਦ ਮੈਂ ਬੈਂਗਲੌਰ ਤੋਂ ਵਾਪਸ ਆਉਣਾ ਸੀ ਤਾਂ ਉਹ ਲੜਕੀ ਆਪਣੇ ਪਰਿਵਾਰ ਨਾਲ ਰੇਲਵੇ ਸਟੇਸ਼ਨ 'ਤੇ ਮੈਨੂੰ ਸੀ ਆਫ ਕਰਨ ਆਈ ਤੇ ਕੁਝ ਗਿਫਟ ਵੀ ਭੇਟ ਕੀਤੇ। ਅਹਿਮਦਾਬਾਦ ਰੇਲਵੇ ਸਟੇਸ਼ਨ ਦੀ ਘਟਨਾ। ਇੱਕ ਵਾਰ ਅਸੀਂ ਅਹਿਮਦਾਬਾਦ ਕੈਂਪ ਲਾਉਣ ਗਏ। ਸਰਦਾਰ ਪ੍ਰੀਤਮ ਸਿੰਘ ਭਾਟੀਆ ਸਟੇਟ ਪ੍ਰਧਾਨ ਤੇ ਸਰਦਾਰ ਸਤਨਾਮ ਸਿੰਘ ਸਟੇਟ ਸਕੱਤਰ ਦੀ ਅਗਵਾਈ ਵਿੱਚ ਮੈਂਬਰ ਸਾਨੂੰ ਰੇਲਵੇ ਸਟੇਸ਼ਨ 'ਤੇ ਲੈਣ ਆਏ ਤੇ ਜੈਕਾਰੇ ਗੁਜਾਉਂਦੇ ਹੋਏ ਸਾਡੇ ਗਲਾਂ 'ਚ ਹਾਰ ਪਾਉਣ ਲੱਗੇ ਤਾਂ ਦਾਸ ਨੇ ਅੱਗੋਂ ਕਿਹਾ, ਸਾਡੇ ਹਾਰ ਦੀ ਨਹੀਂ ਜਿੱਤ ਪਾਉਣ ਦੀ ਪਰੰਪਰਾ ਹੈ। ਤਾਂ ਸਾਰੇ ਉੱਚੀ ਉੱਚੀ ਹੱਸ ਪਏ। ਤਿਹਾੜ ਜੇਲ੍ਹ 'ਚ ਭਾਈ ਰਣਜੀਤ ਸਿੰਘ ਹੋਰਾਂ ਨੂੰ ਮਿਲਿਆ। ਵਿਸ਼ਵ ਸਿੱਖ ਸੰਮੇਲਨ ਦੌਰਾਨ ਕੌਮਾਂਤਰੀ ਯੁਵਕ ਸਿੱਖ ਕਾਨਫਰੰਸ ਵਿੱਚ ਸਰਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਵੱਲੋਂ ਸੰਦੇਸ਼ ਸੰਗਤਾਂ ਨੂੰ ਵੰਡਣਾ ਸੀ, ਪਰ ਭਾਈ ਸਾਹਿਬ ਤਿਹਾੜ ਜੇਲ੍ਹ 'ਚ ਸਨ। ਮੁਲਾਕਾਤਾਂ ਦੀ ਖੁੱਲ੍ਹ ਨਹੀਂ ਸੀ। ਜਥੇਬੰਦੀ ਨੇ ਦਾਸ ਦੀ ਡਿਊਟੀ ਭਾਈ ਸਾਹਿਬ ਜੀ ਨੂੰ ਜੇਲ੍ਹ 'ਚ ਮਿਲ ਕੇ ਉਹਨਾਂ ਦੇ ਦਸਤਖਤ ਕਰਵਾਉਣ ਦੀ ਲਗਾ ਦਿੱਤੀ। ਭਾਈ ਸਾਹਿਬ ਨਾਲ ਮੁਲਾਕਾਤ 'ਤੇ ਪਾਬੰਦੀ ਸੀ, ਕੰਮ ਕਠਿਨ ਸੀ। ਮੈਂ ਦਿੱਲੀ ਪਹੁੰਚ ਗਿਆ। ਸਾਡਾ ਵਿਰਸਾ ਸਾਡਾ ਗੌਰਵ ਮੈਗਜ਼ੀਨ ਦਾ ਪੱਤਰਕਾਰ ਬਣ ਕੇ ਮੰਤਰੀ ਹਰਸ਼ਰਨ ਬੱਲੀ ਤੋਂ ਮੁਲਾਕਾਤ ਲਈ ਆਗਿਆ ਲੈ ਲਈ ਤੇ ਤਿਹਾੜ ਜੇਲ੍ਹ ਪਹੁੰਚ ਕੇ ਭਾਈ ਸਾਹਿਬ ਤੋਂ ਸੰਦੇਸ਼ ਲੈ ਕੇ ਵਾਪਸ ਪਰਤ ਆਇਆ। ਜਦ ਮੈਂ ਇਹ ਖਬਰ ਦਿੱਲੀ ਤੋਂ ਟੈਲੀਫੋਨ 'ਤੇ ਉਸ ਸਮੇਂ ਦੇ ਚੀਫ ਸਕੱਤਰ ਸਰਦਾਰ ਗੁਰਮੀਤ ਸਿੰਘ ਹੋਰਾਂ ਨੂੰ ਦਿੱਤੀ ਤਾਂ ਉਹ ਨਾਲ ਖੜੇ ਕਿਸੇ ਦੂਜੇ ਵੀਰ ਨੂੰ ਕਹਿਣ ਲੱਗੇ, ਅਸੀਂ ਬੰਦਾ ਚੁਣ ਕੇ ਭੇਜਿਆ ਸੀ ਜਿਸ 'ਤੇ ਸਾਨੂੰ ਮਾਣ ਸੀ ਕਿ ਉਹ ਇਹ ਕਠਿਨ ਕੰਮ ਕਰ ਸਕਦਾ ਹੈ। ਇਸ ਸਫਲਤਾ ਨਾਲ ਉਤਸ਼ਾਹ ਹੋਰ ਵਧਿਆ। ਅਹਿਮਦਾਬਾਦ ਤੋਂ ਇੱਕ ਪੱਤਰ। ਮਈ 1992 ਵਿੱਚ ਅਹਿਮਦਾਬਾਦ ਕੈਂਪ ਤੋਂ ਬਾਅਦ ਜੂਨ 92 ਵਿੱਚ ਇੱਕ ਕੈਂਪਰ ਰਮਿੰਦਰਜੀਤ ਕੌਰ ਨੇ ਪੱਤਰ ਲਿਖਿਆ ਜੋ ਸਾਢੇ 15 ਸਾਲਾਂ ਬਾਅਦ ਅਹਿਮਦਾਬਾਦ ਦੀ ਫਾਈਲ ਵਿੱਚੋਂ ਮਿਲਿਆ। ਉਹਦੀਆਂ ਕੁਝ ਲਾਈਨਾਂ ਇੱਥੇ ਲਿਖਣਾ ਚਾਹੁੰਦਾ। ਅੰਕਲ ਜੀ, I was truly impressed with your knowledge, way of teaching. Everybody asks at least one question. Truly speaking, children don't learn when they are spoken with harsh words and if they are strictly impressed to learn or follow something. Uncle ji, your method of teaching is so beautiful. Myself, who was really ignorant about Sikhism, thou being a Sikh girl, I have learned so much from your lectures. I think if I attend one more, I'll be able to learn much. ਪੱਤਰ ਵਿੱਚ ਕਾਫੀ ਕੁਝ ਲਿਖਣ ਤੋਂ ਬਾਅਦ ਉਹ ਅੱਗੋਂ ਲਿਖਦੀ ਹੈ, ਅੰਕਲ ਹੌਜ਼ ਡੀਅਰ ਆਂਟੀ, we can prepare our image of her, how she is looking towards you. Next time when you visit Ahmedabad, you can also accompany her with you. She must be very different from other women, a very truthful lady, very simple and plain kind in her own ways. Convey my Sat Shri Akal to her. By now you must have received 50 letters from Ahmedabadi students. Yours sincerely, Raminder Kaur. ਬੀਬੀ ਮਨਜੀਤ ਕੌਰ, ਗੁਰਗਿਆਨ ਵਿਹਾਰ। ਕਾਮਰਸ ਅਧਿਆਪਕਾ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਲੁਧਿਆਣਾ ਦੇ
ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗਿਆਨ ਤੇ ਕਥਾ ਢੰਗ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। ਪਹਿਲੀ ਇਸਤਰੀ ਕਥਾਵਾਚਕ ਦੇਖੀ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਯਾਦ ਨੇ। ਮੈਡਮ ਸੁਖਦੀਪ ਕੌਰ ਸਾਹਨੇਵਾਲ ਇਸ ਸਕੂਲ ਦੀ ਅਧਿਆਪਕਾ ਇੱਕ ਚੰਗੀ ਭੈਣ ਵਾਂਗ ਹਮੇਸ਼ਾ ਮੇਰੇ ਦੁੱਖ ਤੇ ਸੁੱਖ 'ਚ ਸਹਾਈ ਹੁੰਦੇ ਹਨ। PAU ਦੀਆਂ ਯਾਦਾਂ। ਗੁਰਦਾਸਪੁਰ ਦੇ ਪਿੰਡ ਮੇੜੇ ਦੇ ਡਾਕਟਰ ਲਖਵਿੰਦਰ ਸਿੰਘ, ਗੁਰਦਾਸਪੁਰ ਸ਼ਹਿਰ ਤੋਂ ਡਾਕਟਰ ਗੁਰਦੇਵ ਸਿੰਘ ਤੇ ਚੰਡੀਗੜ੍ਹ ਤੋਂ ਡਾਕਟਰ ਸਰਬਦੀਪ ਸਿੰਘ ਦੀ ਗੱਲ ਨਾ ਲਿਖਾਂ ਤਾਂ ਸ਼ਾਇਦ ਇਹਨਾਂ ਤਿੰਨਾਂ ਵੀਰਾਂ ਨਾਲ ਬੇਇਨਸਾਫੀ ਹੋਏਗੀ। ਇਹ ਤਿੰਨੇ ਵੀਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਆਪਣੀ ਪੜ੍ਹਾਈ ਕਰਨ ਵਾਸਤੇ ਆਏ ਸਨ। ਤਿੰਨਾਂ MSc ਦੀ ਡਿਗਰੀ ਹਾਸਲ ਕੀਤੀ ਤੇ ਅੱਜਕੱਲ ਆਪੋ ਆਪਣੇ MVSc ਦੀ ਡਿਗਰੀ ਹਾਸਲ ਕੀਤੀ ਤੇ ਅੱਜਕੱਲ ਆਪੋ ਆਪਣੇ ਇਲਾਕਿਆਂ 'ਚ ਵੈਟਰਨਰੀ ਅਫਸਰ ਵਜੋਂ ਕਿਰਤ ਕਰ ਰਹੇ ਹਨ। ਤਿੰਨੋਂ ਮੈਂਬਰ ਆਪਸ ਵਿੱਚ ਚੰਗੇ ਦੋਸਤ ਸਨ। ਅੰਮ੍ਰਿਤਧਾਰੀ ਤੇ ਸਟੱਡੀ ਸਰਕਲ ਦੇ ਯੂਨੀਵਰਸਿਟੀ ਯੂਨਿਟ ਦੇ ਆਗੂ ਵਿਦਿਆਰਥੀ ਸਨ। ਇਹਨਾਂ ਦੇ ਸਮੇਂ ਵਿੱਚ 1998 ਵਿੱਚ PAU ਯੂਨਿਟ ਇੱਕ ਆਦਰਸ਼ਕ ਤੇ ਪ੍ਰੇਰਨਾ ਸਰੋਤ ਯੂਨਿਟ ਮੰਨਿਆ ਜਾਂਦਾ ਸੀ। ਵਿਦਿਆਰਥੀਆਂ ਦਾ ਇਹਨਾਂ ਦੀ ਅਗਵਾਈ 'ਚ ਕਾਫੀ ਵੱਡਾ ਕਾਫਲਾ ਸੀ, ਜਿਸ ਵਿੱਚ ਬੀਬੀ ਹਰਦੀਪ ਕੌਰ, ਇੰਦਰਜੀਤ ਕੌਰ, ਰਮਨਜੀਤ ਕੌਰ, ਸਰਦਾਰ ਕੁਲਬੀਰ ਸਿੰਘ, ਸਤਿੰਦਰ ਕੌਰ, ਸਿਮਰਨਜੀਤ ਕੌਰ, ਡਾਕਟਰ ਕਰਨੈਲ ਸਿੰਘ, ਡਾਕਟਰ ਨਿਰਭੈ ਸਿੰਘ, ਅਮਨਦੀਪ ਸਿੰਘ ਹੈਬੋਵਾਲ ਹੋਰਾਂ ਦਾ ਵੀ ਨਿੱਘਾ ਯੋਗਦਾਨ ਰਿਹਾ ਹੈ। ਸਰਦਾਰ ਕੁਲਬੀਰ ਸਿੰਘ ਅੰਮ੍ਰਿਤਸਰ ਤਾਂ ਪੰਜਾਬ ਤੋਂ ਬਾਹਰ ਮੱਧ ਭਾਰਤ ਤੇ ਪੱਛਮੀ ਭਾਰਤ ਵਿੱਚ ਸਟੱਡੀ ਸਰਕਲ ਦੇ ਕੈਂਪ ਲਗਾਉਣ ਲਈ ਦਾਸ ਨਾਲ ਜਾਂਦੇ ਰਹੇ ਹਨ। ਨਿੱਜੀ ਤੌਰ ਤੇ ਉਪਰੋਕਤ ਤਿੰਨੇ ਵੀਰ ਦਾਸ ਨੂੰ ਹਮੇਸ਼ਾ ਨਿੱਘਾ ਮਾਣ, ਸਤਿਕਾਰ ਤੇ ਆਪਣੱਤ ਦਿੰਦੇ ਰਹੇ ਹਨ। ਅਕਸਰ ਮੈਨੂੰ ਯੂਨੀਵਰਸਿਟੀ ਬੁਲਾ ਕੇ ਮੈਸ ਦਾ ਖਾਣਾ ਖਵਾਉਣਾ ਤੇ ਜਦ ਵੀ ਮੇਰੇ ਘਰ ਆਉਣਾ ਤੇ ਆਪਣਾਪਨ ਦਾ ਅਹਿਸਾਸ ਕਰਦਿਆਂ ਹੱਥ ਤੇ ਹੀ ਫੁਲਕਾ ਰੱਖਣਾ ਤੇ ਬੜੀ ਭੁੱਖ ਲੱਗੀ ਕਹਿ ਕੇ ਚੱਕਦੇ ਚੱਕਦੇ ਤੁਰ ਜਾਣਾ ਮੈਨੂੰ ਬੜਾ ਹੀ ਅੱਛਾ ਲੱਗਦਾ ਹੈ। ਪਰ ਇਹ ਯਾਦਾਂ ਕੇਵਲ ਯਾਦਾਂ ਰਹਿ ਗਈਆਂ ਹਨ। ਤਿੰਨੇ ਵੀਰ ਆਪੋ ਆਪਣੀ ਗ੍ਰਸਤੀ ਵਿੱਚ ਗ੍ਰਸਤ ਹਨ, ਪਰ ਅੱਜ ਵੀ ਸਟੱਡੀ ਸਰਕਲ ਨਾਲ ਜੁੜੇ ਹੋਏ ਹਨ। ਬੱਲ ਮੈਡਮ ਅੱਜ ਵੀ ਮੈਨੂੰ ਆਪਣਾ ਉਸਤਾਦ ਕਹਿ ਕੇ ਜਾਣ ਪਛਾਣ ਕਰਵਾਉਂਦੇ ਹਨ। ਪ੍ਰੋਫੈਸਰ ਰਮੇਸ਼ਿੰਦਰ ਕੌਰ ਬੱਲ, ਜੋ ਅੱਜ ਪ੍ਰਤਾਪ ਕਾਲਜ ਆਫ ਐਜੂਕੇਸ਼ਨ ਲੁਧਿਆਣਾ ਦੇ ਮਾਲਕ ਹਨ, ਜਦ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਪੰਜਾਬੀ ਦੇ ਲੈਕਚਰਰ ਸਨ ਤਾਂ ਸਟੱਡੀ ਸਰਕਲ ਦੇ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਵਿੱਚ 1998 ਵਿੱਚ 4 ਰੋਜ਼ਾ ਓਰੀਐਂਟੇਸ਼ਨ ਕੋਰਸ ਲਗਾਉਣ ਆਏ ਤੇ ਇੰਨਾ ਪ੍ਰਭਾਵਿਤ ਹੋਏ ਕਿ ਕੋਰਸ ਦੀ ਸਮਾਪਤੀ ਤੇ ਸਟੱਡੀ ਸਰਕਲ ਲਈ 5000 ਰੁਪਏ ਦੀ ਰਸੀਦ ਕਟਵਾ ਕੇ ਗਏ। ਅੱਜ ਜਦ ਵੀ ਕਦੇ ਮਿਲਦੇ ਹਨ ਤਾਂ ਮੇਰੀ ਜਾਣ ਪਹਿਚਾਣ ਹੀ ਕਹਿ ਕੇ ਕਰਵਾਉਂਦੇ ਹਨ, ਸਰਦਾਰ ਸਤਨਾਮ ਸਿੰਘ ਮੇਰੇ ਉਸਤਾਦ ਹਨ। ਇਹਨਾਂ ਮੈਨੂੰ ਬਹੁਤ ਕੁਝ ਸਿਖਾਇਆ। ਇਹ ਉਹਨਾਂ ਦੀ ਵਡਿਆਈ ਹੈ ਜੋ ਮੈਨੂੰ ਮਾਣ ਦਿੰਦੇ ਹਨ। ਸੁਰਮਾ ਪਾਉਣਾ ਨਹੀਂ, ਮਟਕਾਉਣਾ ਵੀ ਆਉਂਦਾ ਹੈ। ਇੱਕ ਵਾਰੀ ਗੁਰੂ ਨਾਨਕ ਕਾਲਜ ਸੁਖਚੈਨਣਾ ਸਾਹਿਬ ਫਗਵਾੜਾ ਵਿਖੇ ਮੇਰਾ ਐਕਸਟੈਂਸ਼ਨ ਲੈਕਚਰ ਰੱਖਿਆ ਗਿਆ। ਸਨ ਮੈਨੂੰ ਯਾਦ ਨਹੀਂ, ਪਰ ਜਥੇਬੰਦੀ ਦੇ ਫਾਊਂਡਰ ਮੈਂਬਰ ਸਰਦਾਰ ਜਤਿੰਦਰਪਾਲ ਸਿੰਘ ਉਸ ਸਮੇਂ ਫਗਵਾੜੇ ਪੰਜਾਬ ਐਂਡ ਸਿੰਧ ਬੈਂਕ ਵਿੱਚ ਮੈਨੇਜਰ ਸਨ ਤੇ ਉਹਨਾਂ ਨੇ ਇਹ ਲੈਕਚਰ ਰਖਵਾਇਆ ਸੀ। ਉੱਥੇ ਪ੍ਰਿੰਸੀਪਲ ਗੈਰ ਸਿੱਖ ਸਨ ਤੇ ਆਫੀਸ਼ੀਏਟ ਕਰ ਰਹੇ ਸਨ। ਮੇਰੇ ਲੈਕਚਰ ਤੋਂ ਬਾਅਦ ਕਹਿਣ ਲੱਗੇ ਕਿ ਸਰਦਾਰ ਸਾਹਿਬ ਨੂੰ ਸੁਰਮਾ ਪਾਉਣਾ ਹੀ ਨਹੀਂ ਆਉਂਦਾ, ਸੁਰਮਾ ਪਾ ਕੇ ਮਟਕਾਉਣਾ ਵੀ ਆਉਂਦਾ ਹੈ। ਅਜਿਹੇ ਕਮੈਂਟਸ ਮੇਰੇ ਲਈ ਹੰਕਾਰ ਦਾ ਕਾਰਨ ਨਹੀਂ ਬਣੇ, ਪਰ ਮਾਣ ਤੇ ਉਤਸ਼ਾਹ ਜਜ਼ਬਾ ਬਣਾਈ ਰੱਖਣ ਲਈ ਸਹਾਈ ਜ਼ਰੂਰ ਹੋਏ। ਹਾਏ ਨਹੀਂ ਬਾਈ। ਇੱਕ ਵਾਰ 1999 'ਚ ਮੈਂ ਗੁਰੂ ਨਾਨਕ ਗਰਲਜ਼ ਕਾਲਜ ਬੰਗਾ ਨਵਾਂਸ਼ਹਿਰ ਵਿਖੇ ਵਿੱਦਿਅਕ ਸੈਮੀਨਾਰ 'ਚ ਭਾਗ ਲੈਣ ਲਈ ਗਿਆ। ਸੈਮੀਨਾਰ ਤੋਂ ਬਾਅਦ ਪ੍ਰਿੰਸੀਪਲ ਸੁਰਿੰਦਰ ਕੌਰ ਤੇ ਪ੍ਰੋਫੈਸਰ ਇੰਚਾਰਜ ਦਵਿੰਦਰ ਕੌਰ ਮੈਨੂੰ ਕੈਂਟੀਨ 'ਚ ਲੈ ਗਏ। ਵਿਦਿਆਰਥਣਾਂ ਵੀ ਨਾਲ ਸਨ, ਖੜੇ ਖੜੇ ਚਾਹ ਪੀ ਰਹੇ ਸੀ। ਇੱਕ ਲੜਕੀ ਨੇ ਹੱਥ ਅੱਗੇ ਕਰਕੇ ਦੂਸਰੀ ਲੜਕੀ ਨੂੰ ਜ਼ੋਰ ਦੀ ਹਾਏ ਕਿਹਾ। ਉਹ ਹਾਏ ਇੰਨੇ ਜ਼ੋਰ ਦੀ ਬੋਲੀ ਕਿ ਮੈਂ ਸੋਚਿਆ ਪਤਾ ਨਹੀਂ ਕੀ ਹੋ ਗਿਆ। ਜਦ ਮੈਂ ਪੁੱਛਿਆ, ਕਹਿਣ ਲੱਗੀ, ਸਰ ਇਹ ਮੇਰੀ ਫਾਸਟ ਫਰੈਂਡ ਹੈ, ਮੈਨੂੰ ਬੜੀ ਦੇਰ ਬਾਅਦ ਮਿਲੀ ਹੈ, ਇਸ ਲਈ ਮੈਂ ਇਹਨੂੰ ਹਾਏ ਕੀਤੀ ਹੈ। ਮੈਂ ਸੋਚਿਆ ਅੱਗੇ ਜਦ ਕੋਈ ਮਿਲਦਾ ਸੀ ਤਾਂ ਆਪੋ ਆਪਣੀ ਪਰੰਪਰਾ ਅਨੁਸਾਰ ਫਤਿਹ ਜਾਂ ਸਤਿ ਸ਼੍ਰੀ ਅਕਾਲ ਜਾਂ ਨਮਸਤੇ ਤੇ ਵਿਛੜਨ ਲੱਗੇ ਬਾਏ ਜਾਂ ਬਾਈ ਅਕਾਲ ਸਹਾਈ ਬੁਲਾਉਂਦੇ ਸਨ। ਜਦੋਂ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਤੇ ਉਹ ਹਸਪਤਾਲ 'ਚ ਪਿਆ ਹੁੰਦਾ, ਡਾਕਟਰ ਉਹ 'ਤੇ ਪੱਟੀ ਕਰਦੇ ਉਹਦੇ ਮੂੰਹੋਂ ਨਿਕਲਦਾ ਸੀ ਹਾਏ ਹਾਏ। ਜਾਂ ਜਦ ਕੋਈ ਕਿਸੇ ਦਾ ਆਪਣਾ ਮਰ ਜਾਂਦਾ ਤਾਂ ਉਹਦੇ ਮੂੰਹ 'ਚੋਂ ਹਾਏ ਨਿਕਲਦੀ। ਪਰ ਅੱਜ ਆਧੁਨਿਕਤਾ ਦੇ ਨਾਂ ਥੱਲੇ ਬਸ ਅਸੀਂ ਹੌਕੇ ਲੈਣ ਜੋਗੇ ਰਹਿ ਗਏ ਹਾਂ। ਸਾਡੀਆਂ ਪਰੰਪਰਾਵਾਂ ਤੋਂ ਸਾਨੂੰ ਆਧੁਨਿਕਤਾ ਦੇ ਨਾਂ 'ਤੇ ਤੋੜ ਦਿੱਤਾ ਗਿਆ। ਆਓ ਸੁਚੇਤ ਹੋਈਏ ਤੇ ਖੇੜਾ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਵਾਲੀ ਫਤਿਹ ਨਾ ਛੱਡੀਏ। ਸਵਰਗੀ ਸਰਦਾਰ ਬਲਜਿੰਦਰ ਸਿੰਘ ਜ਼ੀਰਾ। ਇਹ ਨੌਜਵਾਨ ਵੀਰ ਮਾਸਟਰ ਮਾਨ ਸਿੰਘ ਜ਼ੀਰਾ ਦਾ ਬੇਟਾ ਸਟੱਡੀ ਸਰਕਲ 'ਚ ਸਰਗਰਮ ਹੋਇਆ
ਤੇ ਦਾਸ ਨਾਲ ਇਹਨੇ ਕਾਫੀ ਲਗਾਵ ਰੱਖਿਆ। ਕਈ ਵਾਰ ਇਹਨੂੰ ਪੰਜਾਬ ਤੋਂ ਬਾਹਰ ਦੇ ਸੂਬਿਆਂ 'ਚ ਲੈਕਚਰ ਦੇਣ ਲਈ ਭੇਜਿਆ। ਇਸਨੇ ਕਦੇ ਵੀ ਮੈਨੂੰ ਨਾਂਹ ਨਹੀਂ ਕੀਤੀ। ਗੁਰਮਤਿ ਕਾਲਜ ਪਟਿਆਲੇ ਗੁਰਮਤਿ ਦੀ MA ਕਰਦਿਆਂ ਇਹ ਵੀਰ ਕਾਲਜ ਵੱਲੋਂ ਪਾਉਂਟਾ ਸਾਹਿਬ ਕੈਂਪ ਲਾਉਣ ਗਿਆ। ਪਾਉਂਟਾ ਸਾਹਿਬ ਦੀ ਨਦੀ 'ਚ ਪੈਰ ਫਿਸਲਣ ਕਰਕੇ ਛੋਟੀ ਉਮਰੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇਸ ਵੀਰ ਦੀ ਲਿਖੀ ਪੁਸਤਕ ਬੱਚੇ ਪੁੱਛਦੇ ਹਨ ਬੜੀ ਸਲਾਹੀ ਗਈ ਤੇ ਪ੍ਰੇਰਨਾ ਸਰੋਤ ਬਣੀ। ਇਹਨਾਂ ਤੋਂ ਬਾਅਦ ਇਹਨਾਂ ਦੇ ਪਿਤਾ ਸਰਦਾਰ ਮਾਸਟਰ ਮਾਨ ਸਿੰਘ ਸਟੱਡੀ ਸਰਕਲ 'ਚ ਸਰਗਰਮ ਹੋ ਕੇ ਬੇਟੇ ਦੇ ਕਾਰਜਾਂ ਨੂੰ ਅੱਗੇ ਤੋਰਦੇ ਰਹੇ। ਮਾਸਟਰ ਮਾਨ ਸਿੰਘ ਹੋਰਾਂ ਮਰਨ ਉਪਰੰਤ ਆਪਣਾ ਸਰੀਰ ਹਸਪਤਾਲ ਨੂੰ ਦੇਣ ਦਾ ਐਲਾਨ ਕੀਤਾ ਹੋਇਆ। ਜਦ ਰਾਮਗੜ੍ਹ ਦੀ ਵਿਦਿਆਰਥਣ ਬੀਬੀ ਕਰਮਜੀਤ ਕੌਰ ਨੇ ਅੰਮ੍ਰਿਤ ਛਕਿਆ। ਮਾਈ ਭਾਗੋ ਕਾਲਜ ਰਾਮਗੜ੍ਹ ਦੀ ਵਿਦਿਆਰਥਣ ਬੀਬੀ ਕਰਮਜੀਤ ਕੌਰ ਨੇ ਜੂਨ 2007 ਵਿੱਚ ਦੇਹਰਾਦੂਨ ਦਾ ਨੈਤਿਕ ਸਿੱਖਿਆ ਕੈਂਪ ਅਟੈਂਡ ਕੀਤਾ। ਉਪਰੰਤ ਭਾਈ ਕਾਨ ਸਿੰਘ ਨਾਭਾ ਮਨੁੱਖੀ ਵਸੀਲੇ ਵਿਕਾਸ ਸੰਸਥਾ ਵਿਖੇ 3 ਰੋਜ਼ਾ ਓਰੀਐਂਟੇਸ਼ਨ ਕੋਰਸ ਲਗਾਇਆ ਤੇ ਵਾਪਸ ਘਰ ਜਾ ਕੇ ਫੋਨ ਕਰਕੇ ਕਹਿਣ ਲੱਗੀ, ਅੰਕਲ ਸਟੱਡੀ ਸਰਕਲ ਦੀ ਸੰਗਤ ਵਿੱਚ ਆ ਕੇ ਮੈਂ ਪੂਰੀ ਤਰ੍ਹਾਂ ਬਦਲ ਗਈ ਹਾਂ ਤੇ ਬੜੀ ਜਲਦੀ ਅੰਮ੍ਰਿਤ ਛਕ ਰਹੀ ਹਾਂ। ਸਭ ਤੋਂ ਪਹਿਲਾਂ ਇਹ ਗੁੱਡ ਨਿਊਜ਼ ਮੈਂ ਆਪ ਨੂੰ ਦੇਵਾਂਗੀ। ਅੰਮ੍ਰਿਤ ਛਕਣ ਤੋਂ ਬਾਅਦ ਬੜੇ ਖੁਸ਼ ਭਰੇ ਮੂਡ 'ਚ ਫੋਨ 'ਤੇ ਦੱਸਿਆ ਕਿ ਅੰਕਲ ਜੀ ਮੈਂ ਕਰਮਜੀਤ ਰਾਮਗੜ੍ਹ ਵਾਲੀ ਅੰਕਲ ਜੀ ਮੈਂ ਅੰਮ੍ਰਿਤ ਛਕ ਲਿਆ ਕਟਾਣਾ ਸਾਹਿਬ ਤੋਂ, ਮੈਨੂੰ ਵਧਾਈਆਂ ਦਿਓ। ਅੰਕਲ ਜੀ ਹੁਣ ਮੈਂ ਖੁਸ਼ਖਬਰੀ ਡਾਕਟਰ ਚਰਨ ਕਮਲ ਸਿੰਘ ਅੰਕਲ ਨੂੰ ਵੀ ਸੁਣਾਉਣ ਲੱਗੀ। ਸਰਦਾਰ ਗੁਰਲਾਲ ਸਿੰਘ ਕੈਨੇਡਾ। ਸਰਦਾਰ ਗੁਰਲਾਲ ਸਿੰਘ ਕੈਨੇਡਾ ਜਦ ਵਿਦਿਆਰਥੀ ਸੀ ਤਾਂ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਭੋਗਪੁਰ ਇਲਾਕੇ 'ਚ ਇਸ ਦਾ ਪਿੰਡ ਸੀ। ਸੰਨ ਸ਼ਾਇਦ 1996 ਸੀ ਜਦ ਫਗਵਾੜੇ ਦੇ ਨੇੜੇਲੇ ਇਤਿਹਾਸਿਕ ਪਿੰਡ ਕਲਾਹੀ ਵਿਖੇ ਗੁਰਮਤਿ ਟ੍ਰੇਨਿੰਗ ਕੈਂਪ ਲੱਗਾ। ਇਸ ਕੈਂਪ ਵਿੱਚੋਂ ਸਰਦਾਰ ਗੁਰਲਾਲ ਸਿੰਘ ਨੂੰ ਬਾਂਹ ਤੋਂ ਫੜ ਲਿਆ ਤੇ ਕਿਹਾ, ਗੁਰੂ ਕੇ ਲਾਲ ਤੂੰ ਕੌਮ ਦਾ ਲਾਲ ਹੈ। ਮੁੜ ਮੈਂ ਇਸ ਨਾਲੋਂ ਸੰਪਰਕ ਨਹੀਂ ਛੱਡਿਆ। ਇਸ ਵੀਰ ਨੇ ਜਲੰਧਰ ਜ਼ੋਨ ਵਿੱਚ ਸਟੱਡੀ ਸਰਕਲ ਲਈ ਸਰਗਰਮ ਕਾਰਜ ਕੀਤੇ। ਫਿਰ ਇੰਗਲੈਂਡ ਚਲਾ ਗਿਆ। ਉੱਥੇ ਜਾ ਕੇ ਇੰਗਲੈਂਡ ਸਟੱਡੀ ਸਰਕਲ ਨੂੰ ਤਗੜਿਆਂ ਕੀਤਾ। ਕਾਰਜਸ਼ਾਲਾਵਾਂ, ਕੈਂਪਾਂ, ਸ਼ਬਦ ਗੁਰੂ ਸਮਾਗਮਾਂ, ਵਿਦਿਅਕ ਮੁਕਾਬਲਿਆਂ ਦੀ ਛਹਿਬਰ ਲਾ ਦਿੱਤੀ। ਹੁਣ ਇਹ ਵੀਰ ਕੈਨੇਡਾ ਸ਼ਿਫਟ ਕਰ ਗਿਆ ਤੇ ਉੱਥੇ ਵੀ ਜਾਂਦਿਆਂ ਹੀ ਸਰਗਰਮ ਹੋ ਗਿਆ। ਇੱਥੇ 29 ਮਾਰਚ 2008 ਨੂੰ ਹੋਲਾ ਮਹੱਲਾ ਬੜੀ ਧੂਮਧਾਮ ਨਾਲ ਮਨਾਇਆ। ਖਾਲਸਾ ਪੰਥ ਦਾ ਸਥਾਪਨਾ ਦਿਵਸ ਮਨਾਉਣ ਲਈ ਦਾਸ ਲਈ ਸਪਾਂਸਰਸ਼ਿਪ ਭੇਜੀ। ਸਤਿਕਾਰਯੋਗ ਚੀਫ ਸਕੱਤਰ ਡਾਕਟਰ ਚਰਨ ਕਮਲ ਸਿੰਘ ਹੋਰਾਂ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਮੈਨੂੰ ਇਸ ਯੋਗ ਸਮਝ ਕੈਨੇਡਾ ਜਾਣ ਦੀ ਪ੍ਰਵਾਨਗੀ ਦਿੱਤੀ ਤੇ ਮੈਂ 8 ਅਪ੍ਰੈਲ 2008 ਤੋਂ 6 ਮਈ 2008 ਤੱਕ ਕੈਨੇਡਾ ਵਿਖੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਜਾ ਕੇ ਵਾਪਸ ਪਰਤਿਆ ਹਾਂ। ਸਰਦਾਰ ਗੁਰਲਾਲ ਸਿੰਘ ਜੀ ਦੇ ਗ੍ਰਹਿ ਵਿਖੇ 3 ਹਫ਼ਤੇ ਵੀਰ ਜੀ ਦੇ ਭੈਣ ਜੀ ਰਜਿੰਦਰ ਕੌਰ ਜੀ ਪਰਛਾਵਿਆਂ ਵਾਂਗ ਮੇਰੇ ਨਾਲ ਰਹੇ ਤੇ ਅਕੱਥ ਤੇ ਅਕਹਿ ਸੇਵਾ ਕੀਤੀ। ਇਸ ਫੇਰੀ ਦਾ ਵਰਣਨ ਅੱਗੇ ਕੀਤਾ ਗਿਆ। ਸਰਦਾਰ ਰਾਜਾ ਸਿੰਘ ਟੈਕਸਲਾ ਗੁਰੂ ਰਾਮਦਾਸ ਐਜੂਕੇਸ਼ਨਲ ਟਰੱਸਟ ਦੇ ਚੇਅਰਮੈਨ ਟੈਕਸਲਾ, ਬੈਸਟੋ ਵਿਜ਼ਨ, ਸਰਬ ਸਾਂਝੀ ਗੁਰਬਾਣੀ ਤੇ ਹੋਰ ਕਈ ਕੰਪਨੀਆਂ ਦੇ ਮਾਲਕ ਸਰਦਾਰ ਰਾਜਾ ਸਿੰਘ ਜੀ ਇੱਕ ਐਸੀ ਸ਼ਖਸੀਅਤ ਇਸ ਜਗਤ ਤਮਾਸ਼ੇ 'ਚ ਵਿਚਰਦਿਆਂ ਮਿਲੀ ਜੋ ਇੱਕ ਕਮਾਲ ਦੀ ਹਸਤੀ ਹੈ। ਸਰਦਾਰ ਰਾਜਾ ਸਿੰਘ ਬਿਲਕੁਲ ਅਨਪੜ੍ਹ ਵਿਅਕਤੀ ਹਨ। ਦੇਸ਼ ਦੀ ਵੰਡ ਵੇਲੇ ਉਜੜੇ ਤੇ ਸੜਕਾਂ ਤੇ ਸਬਜ਼ੀ ਵੇਚ ਕੇ ਨਿਰਵਾਹ ਕਰਨ ਵਾਲੇ ਸਨ, ਪਰ ਆਪਣੀ ਲਿਆਕਤ ਮਿਹਨਤ ਸਦਕਾ ਅੱਜ ਕਈ ਗੁਰੂ ਰਾਮਦਾਸ ਅਕੈਡਮੀਆਂ ਖੋਲ੍ਹ ਕੇ ਦੁਨੀਆ ਨੂੰ ਪੜ੍ਹਾ ਰਹੇ ਹਨ। ਇਹਨਾਂ ਵਿੱਚ ਸਿੱਖੀ ਜਜ਼ਬਾ ਠਾਠਾ ਮਾਰਦਾ ਹੈ। ਜਿੰਨੇ ਵੀ ਪੰਥਕ ਪ੍ਰੋਗਰਾਮ ਇਹਨਾਂ ਦੀ ਕਿਸੇ ਵੀ ਅਕੈਡਮੀ 'ਚ ਹੁੰਦੇ ਹਨ ਉਸ ਦਾ ਸਾਰਾ ਖਰਚਾ ਦਾਰਜੀ ਸਪਾਂਸਰ ਕਰਦੇ ਹਨ। ਸਿੱਖ ਸ਼ਸਤਰਾਂ ਨਾਲ, ਸਿੱਖ ਬੋਲਿਆਂ ਨਾਲ, ਸਿੱਖੀ ਸਰੂਪ ਨਾਲ ਅਥਾਹ ਪਿਆਰ ਕਰਦੇ ਹਨ। ਮੈਨੂੰ ਜਦ ਵੀ ਮਿਲਦੇ ਹਨ ਗਲਵੱਕੜੀ 'ਚ ਲੈ ਕੇ ਨਿੱਘਾ ਪਿਆਰ ਤੇ ਮਾਣ ਦਿੰਦੇ ਹਨ। ਵਾਹਿਗੁਰੂ ਇਹਨਾਂ ਦੀ ਲੰਬੀ ਉਮਰ ਕਰੇ। ਸਰਦਾਰ ਗੁਰਿੰਦਰ ਸਿੰਘ ਸਟਾਫ ਰਿਪੋਰਟਰ, ਅਜੀਤ। ਇਹ ਗੁਰਮਤਿ ਪਿਆਰੇ ਵੀਰ ਨੂੰ ਮੈਂ ਤਦ ਤੋਂ ਜਾਣਦਾ ਜਦ ਤੋਂ ਮੈਂ ਸਟੱਡੀ ਸਰਕਲ 'ਚ ਸ਼ਮੂਲੀਅਤ ਕੀਤੀ। ਇਹ ਇੱਕੋ ਅਖਬਾਰ ਨਾਲ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹਨ। ਪੱਤਰਕਾਰੀ ਦੇ ਖੇਤਰ 'ਚ ਵਿਚਰਦਿਆਂ ਇਹਨਾਂ ਸਿੱਖੀ ਸਰੂਪ ਤੇ ਸਿੱਖੀ ਨਾਲ ਪਰਪੱਕ ਵਿਚਾਰਧਾਰਾ ਵਿੱਚ ਪਰਿਵਰਤਨ ਨਹੀਂ ਆਉਣ ਦਿੱਤਾ। ਇਹਨਾਂ ਦੇ ਦੂਜੇ ਭਾਈ ਸਾਹਿਬ ਸਰਦਾਰ ਹਰਿੰਦਰ ਸਿੰਘ ਵੀ ਇਸੇ ਅਖਬਾਰ ਦੇ ਪ੍ਰੈਸ ਫੋਟੋਗ੍ਰਾਫਰ ਵਜੋਂ ਇੰਨੇ ਹੀ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਹਨ। ਇਹਨਾਂ ਦੀ ਭੈਣ ਪ੍ਰੋਫੈਸਰ ਇੰਦਰਜੀਤ ਕੌਰ ਮਾਸਟਰ ਤਾਰਾ ਸਿੰਘ ਕਾਲਜ ਲੁਧਿਆਣਾ ਵਿਖੇ ਸਟੱਡੀ ਸਰਕਲ ਦੇ ਪ੍ਰੋਫੈਸਰ ਇੰਚਾਰਜ ਹਨ। ਇਹਨਾਂ ਵਿੱਚ ਅਕਹਿ ਤੇ ਅਕੱਥ ਨਿਮਰਤਾ, ਹਲੀਮੀ ਨਜ਼ਰ ਆਉਂਦੀ ਹੈ।
ਵਾਹਿਗੁਰੂ ਇਹਨਾਂ ਨੂੰ ਵੀ ਲੰਬੀ ਉਮਰ ਬਖਸ਼ਿਸ਼ ਕਰਨ। ਸੇਵਾ ਦਾ ਮੇਵਾ। ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਜਵਾਈ ਲੱਗਦੇ ਸਨ, ਪਰ ਗੁਰੂ ਰਾਮਦਾਸ ਜੀ ਨੇ ਸਹੁਰੇ ਘਰ ਨੂੰ ਹਮੇਸ਼ਾ ਗੁਰੂ ਦਰਬਾਰ ਜਾਣ ਸੇਵਾ ਕੀਤੀ ਤੇ ਗੁਰੂ ਅਮਰਦਾਸ ਜੀ ਨੂੰ ਸਹੁਰਾ ਸਾਹਿਬ ਨਹੀਂ ਸਗੋਂ ਗੁਰੂ ਜਾਣ ਹਰ ਹੁਕਮ ਮੰਨਿਆ ਤੇ ਛੋਲੇ ਵੇਚਣ ਵਾਲੇ ਭਾਈ ਜੇਠਾ ਜੀ ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਜੀ ਬਣੇ। ਸਿੱਖ ਇਤਿਹਾਸ ਵਿੱਚ ਸੇਵਾ ਕਰਨ ਵਾਲਾ ਹਰੇਕ ਵਿਅਕਤੀ ਗੁਰੂ ਘਰ ਦੀਆਂ ਖੁਸ਼ੀਆਂ, ਖੇੜੇ, ਚੜ੍ਹਦੀ ਕਲਾ, ਹਰ ਮੈਦਾਨੇ ਫਤਿਹਯਾਬੀ ਹਾਸਲ ਕਰਦਾ ਹੈ। ਨੰਬਰ 1, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇਤਿਹਾਸ ਵਿੱਚੋਂ ਇੱਕ ਝਲਕ ਇਸ ਸੰਬੰਧੀ ਮੈਂ ਸਾਂਝੀ ਕਰਨਾ ਚਾਹੁੰਦਾ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਸਕੂਲ ਕਾਲਜਾਂ ਵਿੱਚ ਯੂਨਿਟ ਬਣਦਾ ਹੈ। ਉੱਥੋਂ ਦੇ ਪ੍ਰਿੰਸੀਪਲ ਯੂਨਿਟ ਦੇ ਸਰਪ੍ਰਸਤ ਹੁੰਦੇ ਹਨ, ਜੋ ਅੱਗੋਂ ਇੱਕ ਅਧਿਆਪਕ ਪ੍ਰੋਫੈਸਰ ਇੰਚਾਰਜ ਦੀ ਨਿਯੁਕਤੀ ਕਰਦੇ ਹਨ, ਜੋ ਸਟੱਡੀ ਸਰਕਲ ਦੀ ਕਾਰਜ ਯੋਜਨਾ ਨੂੰ ਆਪਣੀ ਸੰਸਥਾ 'ਚ ਲਾਗੂ ਕਰਦੇ ਹਨ। ਸਟੱਡੀ ਸਰਕਲ ਦੇ ਪ੍ਰੋਫੈਸਰ ਇੰਚਾਰਜ ਵਜੋਂ ਸੇਵਾ ਕਰਨ ਵਾਲੇ ਅਧਿਆਪਕ ਤਰੱਕੀ ਜ਼ਰੂਰ ਹਾਸਲ ਕਰਦੇ ਹਨ। ਅਜਿਹੇ ਅਧਿਆਪਕ ਜੋ ਓੜਕ ਪ੍ਰਿੰਸੀਪਲ ਬਣੇ, ਉਹਨਾਂ ਦੀ ਸੂਚੀ ਜਿਹਨੂੰ ਕੋ ਅੱਜ 7/2/2008 ਤੱਕ ਜ਼ਬਾਨੀ ਯਾਦ ਹੈ, ਹੇਠਾਂ ਦਰਜ ਕਰ ਰਿਹਾ। ਸੰਤ ਹੀਰਾ ਦਾਸ ਕਾਲਜ ਕਾਲਾ ਸੰਘਿਆ ਦੇ ਪ੍ਰਿੰਸੀਪਲ ਮੈਡਮ ਅੱਜ ਕੱਲ੍ਹ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਰਈਆ ਦੇ ਪ੍ਰਿੰਸੀਪਲ ਹਨ। ਖਾਲਸਾ ਕਾਲਜ ਲੜਕੀਆਂ ਅੰਮ੍ਰਿਤਸਰ ਵਿਖੇ ਕਾਫੀ ਸਾਲ ਬਤੌਰ ਪ੍ਰੋਫੈਸਰ ਇੰਚਾਰਜ ਰਹੇ ਪ੍ਰੋਫੈਸਰ ਗੁਰਬਚਨ ਕੌਰ ਕੱਲ੍ਹ ਉਸੇ ਕਾਲਜ ਦੇ ਪ੍ਰਿੰਸੀਪਲ ਬਣੇ ਤੇ ਕਈ ਸਾਲ ਪ੍ਰਿੰਸੀਪਲ ਵਜੋਂ ਸੇਵਾ ਕਰਕੇ ਰਿਟਾਇਰ ਹੋਈ। ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਪ੍ਰੋਫੈਸਰ ਇੰਚਾਰਜ ਪ੍ਰੋਫੈਸਰ ਸੁਖਵਿੰਦਰ ਕੌਰ ਹੈੱਡ ਆਫ ਮੈਥ ਡਿਪਾਰਟਮੈਂਟ ਇਸ ਕਾਲਜ ਕਈ ਸਾਲ ਪ੍ਰਿੰਸੀਪਲ ਵਜੋਂ ਆਫੀਸ਼ੀਏਟ ਕੀਤਾ ਤੇ ਹੁਣ ਰਿਟਾਇਰ ਹੋਏ ਹਨ। ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਬਾਬਾ ਸੰਘ ਢੇਸੀਆਂ ਦੇ ਪ੍ਰਿੰਸੀਪਲ ਕਦੇ ਗੁਰੂ ਨਾਨਕ ਗਰਲਜ਼ ਕਾਲਜ ਲੁਧਿਆਣਾ ਵਿਖੇ ਸਟੱਡੀ ਸਰਕਲ ਸਰਗਰਮੀਆਂ ਨਾਲ ਜੁੜੇ ਰਹੇ ਹਨ। ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ ਨਕੋਦਰ ਦੇ ਪ੍ਰਿੰਸੀਪਲ ਇਕਬਾਲ ਕੌਰ ਸਟੱਡੀ ਸਰਕਲ ਸਰਗਰਮੀਆਂ ਨਾਲ ਜੁੜੇ ਰਹੇ ਹਨ। ਗੁਰੂ ਨਾਨਕ ਨੈਸ਼ਨਲ ਕਾਲਜ ਲੜਕੇ ਨਕੋਦਰ ਦੇ ਪ੍ਰੋਫੈਸਰ ਇੰਚਾਰਜ ਪ੍ਰੋਫੈਸਰ ਸਤਿੰਦਰ ਸਿੰਘ ਅੱਜ ਕੱਲ੍ਹ ਖਾਲਸਾ ਕਾਲਜ ਗੜਦੀਵਾਲਾ ਦੇ ਪ੍ਰਿੰਸੀਪਲ ਹਨ। ਗੁਰੂ ਨਾਨਕ ਕਾਲਜ ਸੁਲਤਾਨਪੁਰ ਲੋਧੀ ਦੇ ਪ੍ਰੋਫੈਸਰ ਇੰਚਾਰਜ ਪ੍ਰੋਫੈਸਰ ਅਜੀਤ ਸਿੰਘ ਅੱਜ ਕੱਲ੍ਹ ਖਾਲਸਾ ਕਾਲਜ ਬਰੋਲੀ ਕਲਾਂ ਦੇ ਪ੍ਰਿੰਸੀਪਲ ਹਨ। ਸੰਤ ਹੀਰਾ ਦਾਸ ਕਾਲਾ ਸੰਘਿਆ ਦੀ ਪ੍ਰਿੰਸੀਪਲ ਸੁਰਜੀਤ ਕੌਰ ਪ੍ਰਿੰਸੀਪਲ ਬਣਨ ਤੋਂ ਪਹਿਲਾਂ ਇਸ ਕਾਲਜ ਵਿੱਚ ਸਟੱਡੀ ਸਰਕਲ ਯੂਨਿਟ ਦੇ ਪ੍ਰੋਫੈਸਰ ਇੰਚਾਰਜ ਸਨ। ਰਾਮਗੜੀਆ ਕਾਲਜ ਫਗਵਾੜਾ ਦੇ ਪ੍ਰੋਫੈਸਰ ਇੰਚਾਰਜ ਪ੍ਰੋਫੈਸਰ ਮਨਜਿੰਦਰ ਕੌਰ ਅੱਜ ਕੱਲ੍ਹ ਮਾਤਾ ਗੰਗਾ ਗਰਲਜ਼ ਕਾਲਜ ਮੰਜੀ ਸਾਹਿਬ ਕੋਟਾਂ ਦੇ ਪ੍ਰਿੰਸੀਪਲ ਹਨ। ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੂਮੈਨ ਦਸੂਆ ਹੁਸ਼ਿਆਰਪੁਰ ਦੇ ਪ੍ਰੋਫੈਸਰ ਇੰਚਾਰਜ ਪ੍ਰੋਫੈਸਰ ਸੁਰਜੀਤ ਕੌਰ ਬਾਜਵਾ ਅੱਜ ਕੱਲ੍ਹ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਦਸੂਆ ਦੇ ਪ੍ਰਿੰਸੀਪਲ ਹਨ। ਸੰਤ ਮਾਝਾ ਸਿੰਘ ਕਰਮਜੋਤ ਕਾਲਜ ਫਾਰ ਵੂਮੈਨ ਮਿਆਣੀ ਹੁਸ਼ਿਆਰਪੁਰ ਦੇ ਪ੍ਰੋਫੈਸਰ ਇੰਚਾਰਜ ਪ੍ਰੋਫੈਸਰ ਪਰਮਜੀਤ ਕੌਰ ਗੁਰੂ ਗੋਬਿੰਦ ਸਿੰਘ ਕਾਲਜ ਕਮਾਲਪੁਰ ਲੁਧਿਆਣਾ ਵਿਖੇ ਪ੍ਰਿੰਸੀਪਲ ਬਣ ਕੇ ਆਏ ਤੇ ਅੱਜ ਕੱਲ੍ਹ ਕਿਸੇ ਹੋਰ ਕਾਲਜ ਵਿਖੇ, ਕਾਲਜ ਦਾ ਨਾਮ ਮੈਨੂੰ ਯਾਦ ਨਹੀਂ, ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਕਾਲਜ ਫਾਰ ਵੂਮੈਨ ਮਰਿੰਡਾ ਦੇ ਪ੍ਰਿੰਸੀਪਲ ਤੇਜਿੰਦਰ ਕੌਰ ਪਹਿਲੇ ਇਸ ਕਾਲਜ ਵਿਖੇ ਪ੍ਰੋਫੈਸਰ ਇੰਚਾਰਜ ਸਨ। ਸਰਕਾਰੀ ਕਾਲਜ ਫੇਜ਼ 6 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਪ੍ਰੋਫੈਸਰ ਇੰਚਾਰਜ ਪ੍ਰੋਫੈਸਰ ਪ੍ਰਭਜੋਤ ਕੌਰ ਜੀ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਪ੍ਰਿੰਸੀਪਲ ਬਣ ਕੇ ਆਏ। ਸਰਕਾਰੀ ਕਾਲਜ ਫੇਜ਼ 6 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਪ੍ਰੋਫੈਸਰ ਇੰਚਾਰਜ ਪ੍ਰੋਫੈਸਰ ਮਨਦੀਪ ਕੌਰ ਇਸੇ ਕਾਲਜ ਦੇ ਪ੍ਰਿੰਸੀਪਲ ਬਣ ਕੇ ਰਿਟਾਇਰ ਹੋਏ। ਗੁਰੂ ਨਾਨਕ ਕਾਲਜ ਮੋਗਾ ਦੇ ਪ੍ਰਿੰਸੀਪਲ ਜਸਬੀਰ ਸਿੰਘ ਪਹਿਲਾਂ ਇਸ ਕਾਲਜ ਦੇ ਸਟੱਡੀ ਸਰਕਲ ਦੇ ਪ੍ਰੋਫੈਸਰ ਇੰਚਾਰਜ ਸਨ। ਗੁਰੂ ਨਾਨਕ ਮਿਸ਼ਨ ਕਾਲਜ ਫਾਰ ਵੂਮੈਨ ਬਾਘਾ ਪੁਰਾਣਾ ਮੋਗਾ ਦੇ ਪ੍ਰਿੰਸੀਪਲ ਪਰਮਜੀਤ ਕੌਰ ਪਹਿਲਾਂ ਪ੍ਰੋਫੈਸਰ ਇੰਚਾਰਜ ਸਨ। ਜਗਤ ਸੇਵਕ ਖਾਲਸਾ ਕਾਲਜ ਲੜਕੀਆਂ ਅਮਰਗੜ੍ਹ ਪੜਾਓ ਮਹਿਣਾ ਮੋਗਾ ਦੇ ਪ੍ਰਿੰਸੀਪਲ ਡਾਕਟਰ ਰਣਜੀਤ ਸਿੰਘ ਪੰਨੂ ਗੁਰੂ ਨਾਨਕ ਕਾਲਜ ਮੋਗਾ ਵਿਖੇ ਸਟੱਡੀ ਸਰਕਲ ਸਰਗਰਮੀਆਂ ਨਾਲ ਜੁੜੇ ਰਹੇ ਹਨ। ਗੁਰੂ ਤੇਗ ਬਹਾਦਰ ਪੋਲੀਟੈਕਨਿਕ ਕਾਲਜ ਮਲੌਟ ਮੁਕਤਸਰ ਦੇ ਪ੍ਰਿੰਸੀਪਲ ਮਨਿੰਦਰ ਸਿੰਘ ਇਸ ਕਾਲਜ ਵਿੱਚ ਕਈ ਸਾਲ ਪ੍ਰੋਫੈਸਰ ਇੰਚਾਰਜ ਵਜੋਂ ਸੇਵਾ ਕਰਦੇ ਰਹੇ। ਗੁਰੂ ਨਾਨਕ ਗਰਲਜ਼ ਕਾਲਜ ਮੁਕਤਸਰ ਦੇ ਪ੍ਰਿੰਸੀਪਲ ਮੈਡਮ ਵੀ ਪਹਿਲੇ ਪ੍ਰੋਫੈਸਰ ਇੰਚਾਰਜ ਸਨ। ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ 7/2/2008 ਸਟੱਡੀ ਸਰਕਲ ਸਰਗਰਮੀਆਂ ਨਾਲ ਜੁੜੇ ਪ੍ਰੋਫੈਸਰ ਰਾਮ ਸਿੰਘ ਜੀ ਅਕਾਲ ਡਿਗਰੀ ਕਾਲਜ ਮਸਤੂਆਣਾ ਸੰਗਰੂਰ ਦੇ ਪ੍ਰਿੰਸੀਪਲ ਬਣ ਕੇ ਰਿਟਾਇਰ ਹੋਏ ਹਨ। ਪ੍ਰਿੰਸੀਪਲ ਸਾਹਿਬ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ ਆਰਗੇਨਾਈਜ਼ਰ ਵੀ ਹਨ।
ਮਾਈ ਭਾਗੋ ਕਾਲਜ ਰਾਮਗੜ੍ਹ ਲੁਧਿਆਣਾ ਵਿਖੇ ਪ੍ਰਿੰਸੀਪਲ ਵਜੋਂ ਆਫੀਸ਼ੀਏਟ ਕਰ ਰਹੇ ਪ੍ਰਿੰਸੀਪਲ ਮਨਜੀਤ ਕੌਰ ਕਾਲਜ ਯੂਨਿਟ ਦੇ ਫਾਊਂਡਰ ਪ੍ਰੋਫੈਸਰ ਇੰਚਾਰਜ ਹਨ। ਮਾਈ ਭਾਗੋ ਕਾਲਜ ਰਾਮਗੜ੍ਹ ਦੇ ਪ੍ਰੋਫੈਸਰ ਇੰਚਾਰਜ ਪ੍ਰੋਫੈਸਰ ਜਸਵਿੰਦਰ ਕੌਰ ਅੱਜ ਕੱਲ੍ਹ ਮਾਈ ਭਾਗੋ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਦੇ ਪ੍ਰਿੰਸੀਪਲ ਹਨ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫॉर ਵੂਮੈਨ ਕਮਾਲਪੁਰ ਲੁਧਿਆਣਾ ਵਿਖੇ ਪ੍ਰਿੰਸੀਪਲ ਵਜੋਂ ਆਫੀਸ਼ੀਏਟ ਕਰ ਰਹੇ ਪ੍ਰਿੰਸੀਪਲ ਕਮਲਜੀਤ ਕੌਰ ਕਈ ਸਾਲਾਂ ਤੋਂ ਸਟੱਡੀ ਸਰਕਲ ਦੇ ਪ੍ਰੋਫੈਸਰ ਇੰਚਾਰਜ ਹਨ। ਗੁਰੂ ਨਾਨਕ ਖਾਲਸਾ ਕਾਲਜ ਫॉर ਵੂਮੈਨ ਗੁਜਰ ਖਾਨ ਮਾਡਲ ਟਾਊਨ ਲੁਧਿਆਣਾ ਤੋਂ ਰਿਟਾਇਰ ਹੋ ਚੁੱਕੇ ਪ੍ਰਿੰਸੀਪਲ ਅਨੂਪ ਕੌਰ ਬਾਂਸਲ ਇਸੇ ਕਾਲਜ ਵਿਖੇ ਕਈ ਸਾਲ ਸਟੱਡੀ ਸਰਕਲ ਦੇ ਪ੍ਰੋਫੈਸਰ ਇੰਚਾਰਜ ਰਹੇ। ਮਾਲਵਾ ਕਾਲਜ ਬੌਂਦਲੀ ਸਮਰਾਲਾ ਦੇ ਪ੍ਰੋਫੈਸਰ ਇੰਚਾਰਜ ਪ੍ਰੋਫੈਸਰ ਪਰਮਿੰਦਰ ਸਿੰਘ ਅੱਜ ਕੱਲ੍ਹ ਨੈਸ਼ਨਲ ਕਾਲਜ ਫॉर ਵੂਮੈਨ ਮਾਛੀਵਾੜਾ ਦੇ ਪ੍ਰਿੰਸੀਪਲ ਹਨ। ਗੁਰੂ ਨਾਨਕ ਗਰਲਜ਼ ਕਾਲਜ ਮੁੱਲਾਂਪੁਰ ਦੇ ਪ੍ਰਿੰਸੀਪਲ ਨਾਰ ਸਿੰਘ ਇਸ ਤੋਂ ਪਹਿਲਾਂ ਇਸ ਕਾਲਜ ਦੇ ਸਟੱਡੀ ਸਰਕਲ ਯੂਨਿਟ ਦੇ ਪ੍ਰੋਫੈਸਰ ਇੰਚਾਰਜ ਸਨ। ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਦੇ ਪ੍ਰਿੰਸੀਪਲ ਧਰਮਵੀਰ ਸਿੰਘ ਗੁਰੂ ਨਾਨਕ ਖਾਲਸਾ ਮੋਗਾ ਵਿਖੇ ਸਟੱਡੀ ਸਰਕਲ ਸਰਗਰਮੀਆਂ ਨਾਲ ਜੁੜੇ ਰਹੇ। ਗੁਰੂ ਹਰਗੋਬਿੰਦ ਖਾਲਸਾ ਕਾਲਜ ਆਫ ਐਜੂਕੇਸ਼ਨ ਗੁਰੂਸਰ ਸੁਧਾਰ ਲੁਧਿਆਣਾ ਦੇ ਪ੍ਰਿੰਸੀਪਲ ਕਈ ਸਾਲ ਸਟੱਡੀ ਸਰਕਲ ਦੇ ਪ੍ਰੋਫੈਸਰ ਇੰਚਾਰਜ ਰਹੇ। ਮਾਈ ਭਾਗੋ ਕਾਲਜ ਰਾਮਗੜ੍ਹ ਵਿਖੇ ਸਟੱਡੀ ਸਰਕਲ ਸਰਗਰਮੀਆਂ ਨਾਲ ਜੁੜੇ ਰਹੇ ਪ੍ਰੋਫੈਸਰ ਪ੍ਰੇਮ ਸਿੰਘਲਾ ਜੀ ਅੱਜ ਕੱਲ੍ਹ ਭਾਈ ਨਿਗਾਹੀਆ ਸਿੰਘ ਕਾਲਜ ਫॉर ਵੂਮੈਨ ਆਲਮਗੀਰ ਸਾਹਿਬ ਦੇ ਪ੍ਰਿੰਸੀਪਲ ਹਨ। ਸਿੰਘ ਸਭਾ ਹਾਈ ਸਕੂਲ ਮਾਲਟਾਊਨ ਲੁਧਿਆਣਾ ਦੇ ਅਧਿਆਪਕ ਇੰਚਾਰਜ ਸਰਦਾਰ ਰਣਜੀਤ ਸਿੰਘ ਜੀ ਅੱਜ ਕੱਲ੍ਹ ਇਸੇ ਸਕੂਲ ਦੇ ਪ੍ਰਿੰਸੀਪਲ ਹਨ। ਮਾਲਵਾ ਕਾਲਜ ਬੌਂਦਲੀ ਦੇ ਪ੍ਰੋਫੈਸਰ ਇੰਚਾਰਜ ਪ੍ਰੋਫੈਸਰ ਜਗਮੋਹਨ ਸਿੰਘ ਅੱਜ ਕੱਲ੍ਹ ਉਸੇ ਕਾਲਜ ਦੇ ਪ੍ਰਿੰਸੀਪਲ ਹਨ। ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ ਦੇ ਪ੍ਰੋਫੈਸਰ ਇੰਚਾਰਜ ਪ੍ਰੋਫੈਸਰ ਹਰਦੀਪ ਸਿੰਘ ਸੰਤ ਬਾਬਾ ਲਾਭ ਸਿੰਘ ਖਾਲਸਾ ਕਾਲਜ ਮੁੰਨੇ ਤੋਂ ਬਤੌਰ ਪ੍ਰਿੰਸੀਪਲ ਰਿਟਾਇਰ ਹੋਏ ਹਨ ਤੇ ਅੱਜ ਕੱਲ੍ਹ ਉੱਥੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। ਸਰਦਾਰ ਹਰਚਰਨਜੀਤ ਸਿੰਘ ਬੱਬ ਦੀ ਸੁਪਤਨੀ ਦਾ ਕੈਂਸਰ ਰੋਗ ਠੀਕ ਹੋਇਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸੁਪਰੀਮ ਕੌਂਸਲ ਦੇ ਮੈਂਬਰ ਸਰਦਾਰ ਹਰਚਰਨਜੀਤ ਸਿੰਘ ਜੀ ਬੱਬ ਜੋ ਕਿ ਪਿਛਲੇ 32 ਸਾਲਾਂ ਤੋਂ ਜਥੇਬੰਦਕ ਸੇਵਾਵਾਂ 'ਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਉਹਨਾਂ ਦੀ ਸੁਪਤਨੀ ਬੀਬੀ ਮਨਜੀਤ ਕੌਰ ਨੂੰ ਕੈਂਸਰ ਰੋਗ ਹੋ ਗਿਆ ਤੇ ਆਪਰੇਸ਼ਨ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਏ। ਇਸ ਨੂੰ ਵਾਹਿਗੁਰੂ ਦੀ ਕਲਾ ਤੇ ਸੇਵਾ ਦਾ ਮੇਵਾ ਹੀ ਕਿਹਾ ਜਾ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸੁਪਰੀਮ ਕੌਂਸਲ ਡਾਇਰੈਕਟੋਰੇਟ ਵਿੰਗਾਂ ਅਦਾਰਿਆਂ ਜ਼ੋਨਾਂ ਸਟੇਟਾਂ ਦੇ ਅਹੁਦੇਦਾਰ ਆਰਥਿਕ ਤੇ ਪਰਿਵਾਰਿਕ ਪੱਖੋਂ ਖੁਸ਼ਹਾਲ ਨਜ਼ਰ ਆਉਂਦੇ ਹਨ। ਇਸ ਨੂੰ ਸੇਵਾ ਦਾ ਮੇਵਾ ਹੀ ਕਹਿ ਸਕਦੇ ਹਾਂ। ਕੁਝ ਹੋਰ ਸ਼ਖਸੀਅਤਾਂ ਜਿਨ੍ਹਾਂ ਮੈਨੂੰ ਪਿਆਰ ਸਤਿਕਾਰ ਤੇ ਮਾਣ ਬਖਸ਼ ਮੇਰਾ ਉਤਸ਼ਾਹ ਬਣਾਈ ਰੱਖਿਆ। ਰਾਮਗੜੀਆ ਕਾਲਜ ਦੇ ਪ੍ਰਿੰਸੀਪਲ ਹਰਮੀਤ ਕੌਰ ਜਦ ਵੀ ਮਿਲਦੇ ਤਾਂ ਕਹਿੰਦੇ ਸਤਨਾਮ ਸਿੰਘ ਆ ਆਪਾਂ ਕੋਈ ਭੈਣ ਭਰਾਵਾਂ ਵਾਲੀ ਗੱਲ ਵੀ ਕਰ ਲਈਏ, ਹੋਰ ਸੁਣਾ ਤੇਰਾ ਪਰਿਵਾਰ ਠੀਕ ਹੈ। ਮੈਨੂੰ ਇਸ ਵਿੱਚ ਬੜੀ ਅਪਣੱਤ ਲੱਗਦੀ। ਗੁਰੂ ਨਾਨਕ ਖਾਲਸਾ ਕਾਲਜ ਗੁਜਰ ਖਾਨ ਦੇ ਪ੍ਰਿੰਸੀਪਲ ਅਨੂਪ ਕੌਰ ਹਮੇਸ਼ਾ ਉਤਸ਼ਾਹ ਬਖਸ਼ਦੇ। ਜਥੇਬੰਦੀ ਦੇ ਮੁਖੀ ਪ੍ਰਿੰਸੀਪਲ ਰਾਮ ਸਿੰਘ ਅਕਸਰ ਮੈਨੂੰ ਇਹ ਕਹਿ ਕੇ ਵਡਿਆਉਂਦੇ ਕਿ ਸਤਨਾਮ ਸਿੰਘ ਆਪਣੇ ਆਪ ਵਿੱਚ ਇੱਕ ਸੰਸਥਾ ਹੈ। ਡਿਪਟੀ ਚੀਫ ਆਰਗੇਨਾਈਜ਼ਰ ਸਰਦਾਰ ਇੰਦਰਪਾਲ ਸਿੰਘ, ਸਰਦਾਰ ਰਣਜੀਤ ਸਿੰਘ ਮੋਗਾ, ਸਰਦਾਰ ਬਰਜਿੰਦਰਪਾਲ ਸਿੰਘ, ਸਰਦਾਰ ਪ੍ਰਿਥੀ ਸਿੰਘ ਤੇ ਚੀਫ ਸਕੱਤਰ ਡਾਕਟਰ ਚਰਨ ਕਮਲ ਸਿੰਘ ਹਮੇਸ਼ਾ ਇਹ ਕਹਿ ਕੇ ਮਾਣ ਬਖਸ਼ਦੇ ਕਿ ਮਾਸਟਰ ਜੀ ਤੁਸੀਂ ਅਥਾਰਟੀ ਵਿੱਚੋਂ ਹੋ, ਮੈਨੇਜਮੈਂਟ ਵਿੱਚੋਂ ਹੋ। ਐਡੀਸ਼ਨਲ ਚੀਫ ਸਕੱਤਰ ਪ੍ਰੋਫੈਸਰ ਬਲਵਿੰਦਰਪਾਲ ਸਿੰਘ, ਡਿਪਟੀ ਚੀਫ ਸਕੱਤਰ ਡਾਕਟਰ ਹਰੀ ਸਿੰਘ ਜਾਚਕ ਹਮੇਸ਼ਾ ਲਿਖਣ ਤੇ ਪੜ੍ਹਨ ਦੇ ਖੇਤਰ 'ਚ ਅਗਵਾਈ ਬਖਸ਼ਦੇ। ਸਾਬਕਾ ਚੀਫ ਆਰਗੇਨਾਈਜ਼ਰ ਸਰਦਾਰ ਪ੍ਰਤਾਪ ਸਿੰਘ ਜੀ ਹਮੇਸ਼ਾ ਗਲਵੱਕੜੀ 'ਚ ਲੈ ਕੇ ਨਿੱਘ ਦਿੰਦੇ। ਮੈਂਬਰ ਸੁਪਰੀਮ ਕੌਂਸਲ ਸਰਦਾਰ ਹਰਚਰਨਜੀਤ ਸਿੰਘ ਦੇ ਨਾਅਰੇ ਹਮੇਸ਼ਾ ਮੇਰੇ ਲਈ ਉਤਸ਼ਾਹ ਪੈਦਾ ਕਰਦੇ। ਫਾਊਂਡਰ ਮੈਂਬਰ ਸਰਦਾਰ ਜਤਿੰਦਰਪਾਲ ਸਿੰਘ, ਸਰਦਾਰ ਗੁਰਮੀਤ ਸਿੰਘ, ਬੀਬੀ ਕਵਲਜੀਤ ਕੌਰ ਮੋਹਾਲੀ, ਸਰਦਾਰ ਸਚਦੇਵ ਸਿੰਘ UK, ਸਰਦਾਰ ਪ੍ਰੀਤਮ ਸਿੰਘ ਜ਼ੀਰਾ, ਸਰਦਾਰ ਹਜ਼ੂਰ ਸਿੰਘ ਹੈਦਰਾਬਾਦ, ਸਰਦਾਰ ਸਰਬਜੀਤ ਸਿੰਘ USA, ਸਰਦਾਰ ਮੇਹਰਪ੍ਰੀਤ ਸਿੰਘ ਫਗਵਾੜਾ, ਸਰਦਾਰ ਗੁਰਲਾਲ ਸਿੰਘ ਕੈਨੇਡਾ, ਬੀਬੀ ਰੋਮਾ ਕੌਰ ਜੈਪੁਰ, ਸਰਦਾਰ ਪ੍ਰੀਤਮ ਸਿੰਘ ਅਹਿਮਦਾਬਾਦ, ਸਮੂਹ ਡਾਇਰੈਕਟਰਜ਼, ਜੁਆਇੰਟ ਡਾਇਰੈਕਟਰਜ਼, ਸਮੂਹ ਜ਼ੋਨਲ ਸਟੇਟ ਸਕੱਤਰ ਪ੍ਰਧਾਨ, ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ, ਪ੍ਰੋਫੈਸਰ, ਸਕੂਲ ਪ੍ਰਿੰਸੀਪਲ, ਅਧਿਆਪਕ, ਗੱਲ ਕਿ ਹਰੇਕ ਵਰਗ ਵਿੱਚ ਵਿਚਰਨ ਵਾਲੀਆਂ ਸ਼ਖਸੀਅਤਾਂ ਨੇ ਅਕਹਿ ਤੇ ਅਕੱਥ ਪਿਆਰ ਸਤਿਕਾਰ ਆਪਣਾਪਨ ਦਿੱਤਾ ਹੈ। ਸਰਦਾਰ ਰਜਿੰਦਰ ਸਿੰਘ ਸਟੇਟ ਸਕੱਤਰ ਤਾਮਿਲਨਾਡੂ ਸਟੇਟ ਤੇ ਸਰਦਾਰ ਹਜ਼ੂਰ ਸਿੰਘ ਪ੍ਰਧਾਨ ਆਂਧਰਾ ਪ੍ਰਦੇਸ਼ ਕੋਲ ਜਦ ਵੀ ਜਾਂਦਾ ਤਾਂ ਉਹ ਹਮੇਸ਼ਾ ਪਰਿਵਾਰ ਸਮੇਤ ਆਉਣ ਲਈ ਉਤਸ਼ਾਹਿਤ ਕਰਦੇ ਤੇ ਮੇਰੀ ਰਿਹਾਇਸ਼ ਆਪਣੇ ਘਰ 'ਚ ਕਰਦੇ। ਡਾਕਟਰ ਰਘਬੀਰ ਸਿੰਘ ਨੰਦਾ ਸਾਬਕਾ ਪ੍ਰਧਾਨ ਭਾਈ ਕਨ੍ਹੱਈਆ ਸੇਵਾ ਇੰਟਰਨੈਸ਼ਨਲ ਕੋਲ
ਜਦ ਵੀ ਮੈਂ ਜਾਂਦਾ ਹਾਂ ਆਪਣੇ ਕਲੀਨਿਕ ਵਿੱਚ ਬਹੁਤ ਰੁਝੇਵਿਆਂ 'ਚ ਹੁੰਦਿਆਂ ਵੀ ਮੇਰਾ ਨਿੱਘਾ ਸਵਾਗਤ ਕਰਦੇ ਹਨ, ਮਾਣ ਤਾਣ ਦਿੰਦੇ ਹਨ। ਕਦੇ ਮੇਰੇ ਤੋਂ ਮੈਡੀਕਲ ਫੀਸ ਵਸੂਲ ਨਹੀਂ ਕਰਦੇ, ਸਗੋਂ ਜੇ ਕੋਈ ਮੇਰਾ ਵਿਜ਼ਿਟਿੰਗ ਕਾਰਡ ਲੈ ਕੇ ਆ ਜਾਏ ਤਾਂ ਉਸ ਤੋਂ ਵੀ ਡਾਕਟਰੀ ਫੀਸ ਨਹੀਂ ਲੈਂਦੇ ਅਤੇ ਆਪਣੇ ਕੋਲੋਂ ਦਵਾਈਆਂ ਵੀ ਦਿੰਦੇ ਹਨ। ਡਾਕਟਰ ਹਰਿੰਦਰ ਸਿੰਘ 8A ਮੋਲਟਾਊਨ ਐਕਸਟੈਂਸ਼ਨ, ਡਾਕਟਰ ਸਰਬਜੋਤ ਕੌਰ, ਪ੍ਰੋਫੈਸਰ ਜਸਵਿੰਦਰ ਕੌਰ, ਪ੍ਰਿੰਸੀਪਲ ਮਨਜਿੰਦਰ ਕੌਰ, ਪ੍ਰਿੰਸੀਪਲ ਜਸਵੀਰ ਸਿੰਘ ਮੋਗਾ, ਪ੍ਰਿੰਸੀਪਲ ਨਾਰ ਸਿੰਘ, ਪ੍ਰਿੰਸੀਪਲ ਜਗਜੀਤ ਸਿੰਘ, ਪ੍ਰਿੰਸੀਪਲ ਸਵਰਨ ਸਿੰਘ, ਪ੍ਰਿੰਸੀਪਲ ਗੁਣਵੰਤ ਕੌਰ, ਮੁਰਾਦਪੁਰਾ, ਪ੍ਰਿੰਸੀਪਲ RS ਗਿੱਲ, ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਵਿਦਿਆਰਥੀ ਵਿੰਗ ਦੇ ਪੁਰਾਣੇ ਆਗੂ ਗੁਰਸੰਗਤਪਾਲ ਸਿੰਘ, ਡਾਕਟਰ ਮਨਮੋਹਨਜੀਤ ਸਿੰਘ, ਬੀਬੀ ਕੁਲਜੀਤ ਕੌਰ, ਬੀਬੀ ਹਰਸ਼ਰਨ ਕੌਰ, ਤਲਵੰਡੀ ਸਾਬੋ, ਬੀਬੀ ਹਰਵਿੰਦਰ ਕੌਰ ਕਾਲਾ ਸੰਘਿਆ, ਸਰਦਾਰ ਰਵਿੰਦਰਪਾਲ ਸਿੰਘ ਅੰਮ੍ਰਿਤਸਰ, ਬੀਬੀ ਸਤਿੰਦਰ ਕੌਰ ਅਨੰਦਪੁਰ ਸਾਹਿਬ, ਡਾਕਟਰ ਲਖਵਿੰਦਰ ਸਿੰਘ ਦੀਆਂ ਟੀਮਾਂ ਨਾਲ ਕੰਮ ਕਰਕੇ ਮਜ਼ਾ ਆਇਆ। ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਮਲਟਾਊਨ ਲੁਧਿਆਣਾ ਦੇ ਸਮਾਗਮ ਸਮੇਂ ਸੰਪਰਕ 'ਚ ਆਏ BBA ਦੇ ਵਿਦਿਆਰਥੀ ਸਰਦਾਰ ਕੋਮਲਜੀਤ ਸਿੰਘ, ਸਰਦਾਰ ਨਾਨਕ ਸਿੰਘ, ਰਮਨਦੀਪ ਸਿੰਘ, ਤਰਜਿੰਦਰ ਕੌਰ ਖਾਲਸਾ, ਜਸਪ੍ਰੀਤ ਕੌਰ, ਰਣਮੀਤ ਕੌਰ, ਇਸ਼ਮੀਤ ਸਿੰਘ, ਆਤਮਜੀਤ ਸਿੰਘ, ਜਸਮੀਤ ਸਿੰਘ, ਰਜਤ ਅਰੋੜਾ ਇੱਕ ਵੱਖਰੀ ਸ਼ਖਸੀਅਤ ਵਾਲੇ ਵਿਦਿਆਰਥੀ ਜਿਨ੍ਹਾਂ ਨਾਲ ਗੱਲ ਕਰਕੇ ਲੱਗਦਾ ਹੈ ਕਿ ਇਹ ਬੱਚੇ ਆਪਣੀ ਉਮਰ ਤੋਂ ਬਹੁਤ ਅੱਗੇ ਤੇ ਸਿਆਣੇ ਹਨ। ਜਥੇਬੰਦੀ 'ਚ ਪ੍ਰਵੇਸ਼ ਕਰਦਿਆਂ ਇਹਨਾਂ ਹਰ ਗੱਲ ਨੂੰ ਜਥੇਬੰਦਕ ਹੁਕਮ ਕਰਕੇ ਮੰਨਦਿਆਂ ਅਕਹਿ ਤੇ ਅਕੱਥ ਸਤਿਕਾਰ ਦਿੱਤਾ, ਜਿਸ ਦਾ ਵਰਣਨ ਲਿਖ ਕੇ ਨਹੀਂ ਕੀਤਾ ਜਾ ਸਕਦਾ। ਸਿਆਣਿਆਂ ਵਾਂਗ ਸੋਚਣਾ, ਗੱਲ ਕਰਨਾ, ਰੋਜ਼ਾਨਾ ਸਵੇਰੇ ਪਾਠ ਕੀਤੇ ਬਿਨਾਂ ਕੁਝ ਨਾ ਖਾਣਾ, ਗਲੈਮਰ ਦੇ ਯੁੱਗ ਵਿੱਚ ਮਨ ਦੀ ਸਾਦਗੀ, ਸਪਸ਼ਟਤਾ, ਹਾਂ ਪੱਖੀ ਸੋਚਣਾ, ਆਚਰਣਕ ਉੱਚਤਾ ਇਹਨਾਂ 'ਚ ਵੇਖੀ ਜਾ ਸਕਦੀ ਹੈ। ਅੱਜ ਦੇ ਜ਼ਮਾਨੇ ਵਿੱਚ ਉੱਪਰ ਦੀ ਕਿਰਪਾਨ ਪਾ ਕੇ ਕਾਲਜ 'ਚ ਵਿਚਰਨਾ ਸਰਦਾਰ ਨਾਨਕ ਸਿੰਘ ਨੂੰ ਅੱਛਾ ਲੱਗਦਾ ਹੈ। GGN ਖਾਲਸਾ ਕਾਲਜ ਦੇ ਵਿਦਿਆਰਥੀ ਹਰਗੁਣਪ੍ਰੀਤ ਸਿੰਘ, ਗੁਰੂ ਨਾਨਕ ਗਰਲਜ਼ ਕਾਲਜ ਲੁਧਿਆਣਾ ਦੀ ਜਸਪ੍ਰੀਤ ਕੌਰ, ਸਰਕਾਰੀ ਕਾਲਜ ਲੁਧਿਆਣਾ ਦੀ ਅਮਨਦੀਪ ਕੌਰ, ਪੰਜਾਬ ਬਾਣੀਆਂ ਕੰਠ, ਪ੍ਰਤਾਪ ਕਾਲਜ ਆਫ ਐਜੂਕੇਸ਼ਨ ਲੁਧਿਆਣਾ ਦੇ ਅਮਨਪ੍ਰੀਤ ਸਿੰਘ, ਕਵੀ ਸੁਭਾ ਕਮਾਲ ਦੇ ਯੁਵਕ ਆਗੂ ਸਨ। ਡਾਕਟਰ ਅਵਿਨਿੰਦਰਪਾਲ ਸਿੰਘ ਕੋਟਕਪੁਰਾ ਤੋਂ, ਸਰਦਾਰ ਨਰਿੰਦਰ ਸਿੰਘ ਗੁਰੂ ਹਰਸਾਏ ਦੀ ਜਥੇਬੰਦਕ ਵਰਕਿੰਗ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। ਗੁਰਸਿੱਖ ਫੈਮਿਲੀ ਕਲੱਬ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਅਮਨਪ੍ਰੀਤ ਸਿੰਘ ਨੌਜਵਾਨ ਤੇ ਉਤਸ਼ਾਹੀ ਵੀਰ ਹੈ, ਦੀ ਸੇਵਾ ਵੀ ਕਮਾਲ ਦੀ ਹੈ। ਸਰਦਾਰ ਹਰਦੀਪ ਸਿੰਘ ਹੋਰਾਂ ਦੀ ਲੰਗਰ ਸੇਵਾ, ਇਕਬਾਲ ਸਿੰਘ, ਸਰਦਾਰ ਹਰਿੰਦਰ ਸਿੰਘ CA, ਸਰਦਾਰ ਪਰਮਜੀਤ ਸਿੰਘ H ਬਲਾਕ ਦੀ ਮਹਿਮਾਨ ਨਿਵਾਜ਼ੀ, ਸਰਦਾਰ ਪਰਮਜੀਤ ਸਿੰਘ ਸੁਚਿੰਤਨ, ਸਰਦਾਰ ਹਰਜੀਤ ਸਿੰਘ ਖਾਲਸਾ, ਜਿਨ੍ਹਾਂ ਜਥੇਬੰਦੀ ਦੀ ਕੇਂਦਰੀ ਦਫ਼ਤਰ ਦੀ ਬਿਲਡਿੰਗ ਉਸਾਰੀ ਦੇ ਹਰ ਫਲੋਰ ਦੇ ਲੈਂਟਰ ਵਿੱਚ ਸੀਮੈਂਟ ਸਰੀਆ ਦਾ ਨਿੱਘਾ ਯੋਗਦਾਨ ਪਾਇਆ। ਸਰਦਾਰ ਜਸਪਾਲ ਸਿੰਘ ਕੋਚ, ਬੀਬੀ ਅਮਨਪ੍ਰੀਤ ਕੌਰ ਦੁਗਰੀ, ਸਰਦਾਰ ਗੁਰਸ਼ਰਨ ਸਿੰਘ ਸਰਗੋਦਾ ਕਾਲੋਨੀ, ਡਾਕਟਰ GB ਸਿੰਘ ਫਗਵਾੜਾ, ਪ੍ਰੋਫੈਸਰ ਤਰਲੋਚਨ ਸਿੰਘ ਪਟਿਆਲਾ, ਸਰਦਾਰ ਜਸਵੀਰ ਸਿੰਘ ਦੁਗਰੀ, ਸਰਦਾਰ ਦਿਲਬਾਗ ਸਿੰਘ, ਸਰਦਾਰ ਬਲਪ੍ਰੀਤ ਸਿੰਘ, ਪ੍ਰੋਫੈਸਰ ਰਜਿੰਦਰ ਸਿੰਘ ਸੁਧਾਰ ਕਾਲਜ, ਸਰਦਾਰ ਗੁਰਚਰਨ ਸਿੰਘ ਭਾਈ ਰਣਧੀਰ ਸਿੰਘ ਨਗਰ, ਰਾਣਾ ਇੰਦਰਜੀਤ ਸਿੰਘ ਚੇਅਰਮੈਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਸਰਦਾਰ ਯਸ਼ਪਾਲ ਸਿੰਘ ਮਰਚੈਂਟ ਨੇਵੀ ਆਦਿ ਸ਼ਖਸੀਅਤਾਂ ਦਾ ਵੀ ਸਮਾਜ ਸੇਵਾ 'ਚ ਯੋਗਦਾਨ ਹੈ। ਸਰਦਾਰ ਗੁਰਸ਼ਰਨ ਸਿੰਘ ਅੱਜ-ਕੱਲ੍ਹ ਵੈਨਕੂਵਰ ਕੈਨੇਡਾ ਕੁਝ ਸਮਾਂ ਕੇਂਦਰੀ ਦਫ਼ਤਰ ਸਕੱਤਰ ਰਹੇ, ਦੀ ਸੇਵਾ ਭਾਵਨਾ, ਇਮਾਨਦਾਰੀ ਤੇ ਨਿਮਰਤਾ ਕਮਾਲ ਦੀ ਹੈ। ਡਾਕਟਰ ਰਵੀ ਭੂਸ਼ਣ ਜੀ ਦੀ ਸੇਵਾ ਖੇਤਰ ਵਿੱਚ ਵੀ ਯੋਗਦਾਨ ਕਮਾਲ ਦਾ ਰਿਹਾ ਹੈ। ਸਰਦਾਰ ਸਰਬਜੀਤ ਸਿੰਘ USA, ਸਰਦਾਰ ਹਰਬੰਸ ਸਿੰਘ ਸਹਿਗਲ ਲੁਧਿਆਣਾ, ਸਰਦਾਰ ਜਸਵੰਤ ਸਿੰਘ ਅਮਨ ਨਾਵਲਕਾਰ, ਸਰਦਾਰ ਅਨੁਰਾਗ ਸਿੰਘ ਖੋਜੀ ਵਿਦਵਾਨ, ਸਰਦਾਰ ਅਰਜਨ ਸਿੰਘ ਮੋਹਾਲੀ ਨਾਨਕਸਰ, ਡਾਕਟਰ ਮਹਿੰਦਰ ਸਿੰਘ ਪ੍ਰੋਫੈਸਰ ਕਾਲੋਨੀ ਲੁਧਿਆਣਾ, ਮਾਸਟਰ ਤਾਰਾ ਸਿੰਘ ਕਾਲਜ ਦੇ ਪ੍ਰਿੰਸੀਪਲ ਕੁਲਦੀਪ ਕੌਰ ਤੇ ਪ੍ਰੋਫੈਸਰ ਇੰਦਰਜੀਤ ਕੌਰ, ਡਾਕਟਰ ਤੇਜਿੰਦਰ ਸਿੰਘ ਸਬਰਵਾਲ ਲੁਧਿਆਣਾ, ਸਰਦਾਰ ਗੁਰਪਿੰਦਰ ਸਿੰਘ ਜੁਆਇੰਟ ਡਾਇਰੈਕਟਰ ਏਡਿਡ ਪ੍ਰੋਜੈਕਟ, ਸਰਦਾਰ ਹਰਪ੍ਰੀਤ ਸਿੰਘ ਵਿੱਤ ਸਕੱਤਰ ਸਟੱਡੀ ਸਰਕਲ, ਸਰਦਾਰ ਬਹਾਦਰ ਸਿੰਘ UK, ਪ੍ਰਿੰਸੀਪਲ ਜਸਬੀਰ ਸਿੰਘ ਮੋਗਾ, ਪ੍ਰਿੰਸੀਪਲ ਪਰਮਜੀਤ ਕੌਰ ਟਿਵਾਣਾ, ਮਾਸਟਰ ਦਰਸ਼ਨ ਸਿੰਘ ਡੇਲੋਂ, ਡਾਕਟਰ ਮਿਹਰਵੰਤ ਸਿੰਘ ਆਸਕਿਰਨ, ਸਰਦਾਰ ਜਸਪਾਲ ਸਿੰਘ ਪਿੰਕੀ, ਪ੍ਰੋਫੈਸਰ ਦਵਿੰਦਰ ਕੌਰ ਸੈਣੀ, ਸਰਦਾਰ ਬਲਵਿੰਦਰ ਸਿੰਘ ਫਰੀਦਕੋਟ, ਸਰਦਾਰ ਗੁਰਮੀਤ ਸਿੰਘ ਹਰਿਆਣਾ, ਬੀਬੀ ਆਗਿਆ ਕੌਰ ਜੈਪੁਰ, ਸਰਦਾਰ ਕੁਲਬੀਰ ਸਿੰਘ ਜੈਪੁਰ, ਸਰਦਾਰ ਮਨੀਤ ਸਿੰਘ ਉਧਮਪੁਰ, ਬਾਬਾ ਤੇਜਵੰਤ ਸਿੰਘ ਜੰਮੂ, ਸਰਦਾਰ ਰਾਜਵਿੰਦਰ ਸਿੰਘ ਦਿੱਲੀ, ਪ੍ਰਿੰਸੀਪਲ ਜਸਮੀਤ ਕੌਰ ਰੋਪੜ, ਸਰਦਾਰ ਕੁਲਵੰਤ ਸਿੰਘ ਮੁੰਬਈ, ਸਰਦਾਰ ਰਤਨਜੀਤ ਸਿੰਘ ਸ਼ਹਿਰੀ ਇੰਦੌਰ, ਸਰਦਾਰ ਗੁਰਚਰਨ ਸਿੰਘ ਅੰਮ੍ਰਿਤਸਰ, ਗੁਰਦੇਵ ਸਿੰਘ
ਅੰਮ੍ਰਿਤਸਰ ਸਰਦਾਰ ਹੀਰਾ ਸਿੰਘ ਅੰਮ੍ਰਿਤਸਰ, ਸਰਦਾਰ ਪ੍ਰਿਤਪਾਲ ਸਿੰਘ ਗੁਰਦਾਸਪੁਰ, ਸਰਦਾਰ ਜਗਜੀਤ ਸਿੰਘ ਬੱਡੋਂ, ਪ੍ਰੋਫੈਸਰ ਮਨਮੋਹਨ ਸਿੰਘ ਕਪੂਰਥਲਾ, ਸਰਦਾਰ ਬਲਜੀਤ ਸਿੰਘ ਨੂਰਮਹਿਲ, ਸਰਦਾਰ ਕਮਲਜੀਤ ਸਿੰਘ ਸਮਾਣਾ, ਸਰਦਾਰ ਲਵ ਸਿੰਘ ਸੰਗਰੂਰ, ਸਰਦਾਰ ਹਰਬੰਸ ਸਿੰਘ ਕੁਮਾਰ, ਸਰਦਾਰ ਹਰਬੰਸ ਸਿੰਘ ਸਮਾਣਾ, ਸਰਦਾਰ ਸੁਰਿੰਦਰਪਾਲ ਸਿੰਘ ਸਿੱਧਕੀ, ਸਰਦਾਰ ਕਮਲਜੀਤ ਸਿੰਘ ਨੰਗਲ, ਸਰਦਾਰ ਗੁਰਚੇਤ ਸਿੰਘ ਫਿਰੋਜ਼ਪੁਰ, ਸਰਦਾਰ ਜੇਪੀ ਸਿੰਘ ਮੋਹਾਲੀ, ਸਰਦਾਰ ਪ੍ਰੇਮਜੀਤ ਸਿੰਘ ਮੋਹਾਲੀ, ਸਰਦਾਰ ਸਰਬਜੀਤ ਸਿੰਘ ਮੋਹਾਲੀ, ਪ੍ਰੋਫੈਸਰ ਪਰਮਜੋਤ ਸਿੰਘ ਮੁੱਲਾਂਪੁਰ, ਪ੍ਰੋਫੈਸਰ ਮਨਿੰਦਰ ਸਿੰਘ ਧੰਨਵਾਦ, ਸਰਦਾਰ ਜਸਪਾਲ ਸਿੰਘ ਮੁੰਬਈ, ਡਾਕਟਰ ਦਲਜੀਤ ਸਿੰਘ ਨਿਆਮਤਪੁਰ, ਪੱਛਮੀ ਬੰਗਾਲ, ਮਾਸਟਰ ਰਜਿੰਦਰ ਸਿੰਘ ਆਸਨਸੋਲ, ਭਾਈ ਹਰਬੰਸ ਸਿੰਘ ਲਖਨਊ, ਪੰਜਾਬ ਕਲਾ ਮੰਚ ਚਮਕੌਰ ਸਾਹਿਬ ਦੇ ਪ੍ਰਧਾਨ ਸਰਦਾਰ ਕੁਲਜਿੰਦਰ ਸਿੰਘ ਬੰਬਰ ਆਦਿ ਸ਼ਖਸੀਅਤਾਂ ਨੇ ਸੇਵਾ ਦੇ ਵੱਖ-ਵੱਖ ਖੇਤਰਾਂ 'ਚ ਨਿੱਘਾ ਯੋਗਦਾਨ ਪਾਇਆ ਹੈ। ਉਪਰੋਕਤ ਸਾਰਿਆਂ ਦੇ ਸਮੇਂ-ਸਮੇਂ 'ਤੇ ਮਿਲੀ ਸੰਗਤ ਨੇ ਦਾਸ ਨੂੰ ਸਮਾਜ ਸੇਵਾ ਲਈ ਉਤਸ਼ਾਹ ਬਖਸ਼ਿਆ। ਮਾਪੇ ਸੁਚੇਤ ਹੋਣ, ਮਾਪਿਆਂ ਲਈ ਵਿਸ਼ੇਸ਼ ਸੁਨੇਹਾ। ਵਿਦਿਆਰਥੀ ਵਿੰਗ ਦੇ ਪ੍ਰਧਾਨ ਸਕੱਤਰ ਜਨਰਲ ਤੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਵਜੋਂ ਵਿਦਿਅਕ ਅਦਾਰਿਆਂ ਨਾਲ ਮੇਰਾ ਸਿੱਧਾ ਰਾਬਤਾ ਰਿਹਾ। ਪੰਜਾਬ ਦੇ ਹਰੇਕ ਕਾਲਜ ਦੇ ਵਿਹੜੇ ਵਿੱਚ ਤੇ ਹਜ਼ਾਰਾਂ ਸਕੂਲਾਂ ਵਿੱਚ ਵਿਚਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ। ਵਿਦਿਆਰਥੀ ਕੈਂਪਾਂ, ਸੈਮੀਨਾਰਾਂ, ਕਾਰਜਸ਼ਾਲਾਵਾਂ, ਯੁਵਕ ਮੇਲਿਆਂ, ਹਫ਼ਤਾਵਾਰੀ ਸਟੱਡੀ ਸਰਕਲਾਂ ਨੂੰ ਆਯੋਜਿਤ ਕਰਨ ਕਰਕੇ ਵਿਦਿਆਰਥੀਆਂ ਨਾਲ ਮੇਰਾ ਸਿੱਧਾ ਸੰਪਰਕ ਰਿਹਾ। ਵਿਦਿਅਕ ਅਦਾਰਿਆਂ ਦੇ ਮਾਹੌਲ ਤੇ ਵਿਦਿਆਰਥੀਆਂ ਨੂੰ ਬੜਾ ਨੇੜੇ ਹੋ ਕੇ ਤੱਕਣ ਦਾ ਮੈਨੂੰ ਮੌਕਾ ਮਿਲਿਆ। ਵਿਦਿਅਕ ਅਦਾਰੇ ਅੱਜ ਵਿੱਦਿਆ ਦਾ ਮੰਦਰ ਨਹੀਂ, ਪਿਕਨਿਕ ਸਪਾਟ, ਮੌਜ ਮਸਤੀ ਕੇਂਦਰ ਬਣਦੇ ਜਾ ਰਹੇ ਹਨ। 2-3 ਘਟਨਾਵਾਂ ਹੇਠਾਂ ਲਿਖ ਰਿਹਾ, ਜਿਸ ਨੂੰ ਪੜ੍ਹ ਕੇ ਮਾਪਿਆਂ ਨੂੰ ਬੱਚਿਆਂ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਪਹਿਲਾ, ਬੱਬਰ ਅਕਾਲੀ ਖਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਇੱਕ ਸਮਾਗਮ ਦੌਰਾਨ ਪ੍ਰੋਫੈਸਰ ਪ੍ਰੀਤ ਮਹਿੰਦਰ ਸਿੰਘ ਹੋਰਾਂ ਸਟੇਜ ਤੋਂ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਕੇ ਕਿਹਾ ਕਿ ਸਾਰੇ ਵਿਦਿਆਰਥੀ ਕੱਲ੍ਹ ਨੂੰ ਰਾਸ਼ਨ ਕਾਰਡ ਦੀਆਂ ਕਾਪੀਆਂ ਜਮ੍ਹਾਂ ਕਰਵਾਓ। ਜਦ ਮੈਂ ਪ੍ਰਿੰਸੀਪਲ ਸਾਹਿਬ ਨੂੰ ਪੁੱਛਿਆ ਕਿ ਸਰ, ਰਾਸ਼ਨ ਕਾਰਡ ਦੀਆਂ ਕਾਪੀਆਂ ਤੁਸੀਂ ਕਿਉਂ ਮੰਗੀਆਂ? ਕੀ ਵਿਦਿਆਰਥੀਆਂ ਨੂੰ ਸਰਕਾਰੀ ਸਕੀਮ ਵਾਲਾ 4 ਰੁਪਏ ਕਿਲੋ ਆਟਾ ਮਿਲਣਾ ਹੈ? ਤਾਂ ਪ੍ਰਿੰਸੀਪਲ ਸਾਹਿਬ ਨੇ ਜਵਾਬ ਦਿੱਤਾ, ਕਈ ਬੱਚੀਆਂ ਘਰੋਂ ਪੜ੍ਹਨ ਆਉਂਦੇ ਹਨ ਪਰ ਕਾਲਜ ਪਹੁੰਚਦੇ ਨਹੀਂ ਹਨ ਤੇ ਛੁੱਟੀ ਟਾਈਮ 'ਤੇ ਘਰ ਵਾਪਸ ਪਹੁੰਚ ਜਾਂਦੇ ਹਨ। ਲਗਾਤਾਰ ਗੈਰ ਹਾਜ਼ਰ ਰਹਿਣ ਵਾਲੇ ਅਜਿਹੇ ਵਿਦਿਆਰਥੀਆਂ ਨੂੰ ਜਦ ਕਿਹਾ ਜਾਂਦਾ ਕਿ ਆਪਣੇ ਮਾਪੇ ਲੈ ਕੇ ਆਓ, ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਡਾ ਬੱਚਾ ਪਿਛਲੇ ਇੰਨੇ ਦਿਨ ਤੋਂ ਕਾਲਜ ਕਿਉਂ ਨਹੀਂ ਆ ਰਿਹਾ, ਤਾਂ ਅਜਿਹੇ ਵਿਦਿਆਰਥੀ ਜਾਅਲੀ ਮਾਂ-ਬਾਪ ਕਿੱਧਰੋਂ ਫੜਦੇ ਹਨ। ਪਿਤਾ ਕਿਤੋਂ ਫੜਿਆ ਤੇ ਮਾਪੇ ਬਣਾ ਕੇ ਸਾਡੇ ਸਾਹਮਣੇ ਖੜੇ ਕਰ ਦਿੰਦੇ ਹਨ। ਰਾਸ਼ਨ ਕਾਰਡ 'ਤੇ ਪਰਿਵਾਰ ਦੀ ਫੋਟੋ ਹੁੰਦੀ ਹੈ, ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਮਾਪੇ ਅਸਲੀ ਹਨ ਜਾਂ ਨਕਲੀ। ਦੂਸਰਾ, ਲੁਧਿਆਣੇ ਦੇ ਇੱਕ ਸਿਰਕੱਢ ਕੁੜੀਆਂ ਦੇ ਕਾਲਜ ਦੀ ਇੱਕ ਮੈਡਮ ਨੇ ਦੱਸਿਆ ਕਿ ਕਈ ਬੱਚੀਆਂ 15-15 ਦਿਨ ਕਾਲਜ ਨਹੀਂ ਵੜਦੀਆਂ। ਜਦ ਉਹਨਾਂ ਨੂੰ ਮਾਪੇ ਨਾਲ ਲੈ ਕੇ ਆਉਣ ਲਈ ਕਹਿੰਦੇ ਆ ਤਾਂ ਜਾਅਲੀ ਮਾਪੇ ਪੈਦਾ ਕਰਕੇ ਨਾਲ ਕਿਸੇ ਨਰਸਿੰਗ ਹੋਮ ਤੋਂ ਮੈਡੀਕਲ ਸਰਟੀਫਿਕੇਟ ਵੀ ਚੁੱਕ ਲਿਆਉਂਦੇ ਹਨ। ਤੀਸਰਾ, ਲੁਧਿਆਣੇ ਦੇ ਇੱਕ ਉੱਚ ਕੋਟੀ ਦੇ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਟਿਊਸ਼ਨ ਕਲਚਰ ਸੋਸ਼ਲ ਸਟੇਟਸ ਨਾਲ ਜੁੜ ਗਿਆ ਹੈ, ਜਦਕਿ ਟਿਊਸ਼ਨ ਪੜ੍ਹਨ ਦੀ ਲੋੜ ਉਸ ਬੱਚੇ ਨੂੰ ਹੁੰਦੀ ਹੈ ਜੋ ਕੁਝ ਸਮਾਂ ਬਿਮਾਰ ਰਹਿਣ ਕਰਕੇ ਜਾਂ ਕਿਸੇ ਹੋਰ ਕਾਰਨ ਪੜ੍ਹਾਈ 'ਚ ਪਿੱਛੇ ਰਹਿ ਗਿਆ ਹੈ। ਜਿਹੜਾ ਬੱਚਾ ਲਗਾਤਾਰ ਸਕੂਲ ਆਉਂਦਾ ਤੇ ਪੂਰਾ ਇਕਾਗਰਤਾ ਨਾਲ ਕਲਾਸ 'ਚ ਬੈਠ ਕੇ ਸਮਝਦਾਰ ਪੜ੍ਹਾਈ ਕਰਦਾ ਹੈ, ਉਹਨੂੰ ਟਿਊਸ਼ਨ ਦੀ ਲੋੜ ਨਹੀਂ। ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਬੱਚੇ ਕਾਇਨੈਟਿਕ, ਪੈਟਰੋਲ, ਜੇਬ ਖਰਚ ਘਰੋਂ ਲੈਂਦੇ ਹਨ, ਪਰ ਕਈ ਬੱਚੇ ਟਿਊਸ਼ਨ ਸੈਂਟਰ ਪਹੁੰਚਦੇ ਹੀ ਨਹੀਂ। ਟਿਊਸ਼ਨ ਸਮਾਪਤੀ 'ਤੇ ਸਮੇਂ ਸਿਰ ਘਰ ਪਹੁੰਚ ਜਾਂਦੇ ਹਨ। ਇਸੇ ਤਰ੍ਹਾਂ ਬੱਚੇ ਘਰੋਂ ਸਕੂਲ ਪੜ੍ਹਾਈ ਕਰਨ ਲਈ ਨਿਕਲਦੇ ਹਨ, ਪਰ ਸਕੂਲ ਪਹੁੰਚਣ ਦੀ ਬਜਾਏ ਸਿਨੇਮਾ ਹਾਲ 'ਚ, ਆਰਡੀ ਵਰਡ, ਰੋਜ਼ ਗਾਰਡਨ ਜਾਂ ਕਿਧਰੇ ਹੋਰ ਬੈਠੇ ਹੁੰਦੇ ਹਨ ਤੇ ਛੁੱਟੀ ਵੇਲੇ ਘਰ ਪਹੁੰਚ ਜਾਂਦੇ ਹਨ। ਉਹਨਾਂ ਕਿਹਾ ਕਿ ਮਾਪੇ ਕੰਮਾਂ ਕਾਰਾਂ, ਪੈਸਾ ਕਮਾਉਣ 'ਚ ਇੰਨੇ ਖਚਤ ਹੋ ਗਏ ਹਨ ਕਿ ਉਹਨਾਂ ਦਾ ਬੱਚਿਆਂ ਵੱਲ ਧਿਆਨ ਰਿਹਾ ਹੀ ਨਹੀਂ ਕਿ ਉਹ ਕਿੱਥੇ ਜਾਂਦੇ ਹਨ ਤੇ ਕੀ ਕਰਦੇ ਹਨ। ਉਹਨਾਂ ਲੰਬਾ ਸਾਹ ਖਿੱਚਦਿਆਂ ਕਿਹਾ ਕਿ ਹਾਂ, ਮਾਂ ਨੂੰ ਇਹ ਫਿਕਰ ਜ਼ਰੂਰ ਹੈ ਕਿ ਧੀਆਂ ਨੂੰ ਵਧੀਆ ਪੈਂਟ ਤੇ ਟੌਪ ਲੈ ਕੇ ਦੇਣੀ ਹੈ। ਚੌਥਾ, ਇੱਕ ਵਿਦਿਆਰਥੀ ਨੇ ਮੈਨੂੰ ਦੱਸਿਆ ਕਿ ਅੱਜ ਕੱਲ੍ਹ ਵਿਦਿਆਰਥੀਆਂ ਵਿੱਚ ਆਪਣਾ ਜਨਮ ਦਿਨ ਕਿਸੇ ਰਿਜ਼ੋਰਟ, ਪੈਲੇਸ ਆਦਿ ਵਿੱਚ ਮਨਾਉਣ ਦਾ ਰੁਝਾਨ ਵੱਧ ਰਿਹਾ ਹੈ, ਜਿਸ ਨਾਲ ਵਿਦਿਆਰਥਣਾਂ ਇਕੱਤਰ ਹੋ ਕੇ ਡੀਜੇ ਨਾਲ ਡਾਂਸ ਕਰਦੇ ਹਨ। ਅਜਿਹੇ ਮੌਕਿਆਂ 'ਤੇ ਮਾਪੇ ਕੇਵਲ ਹੋਟਲ, ਰਿਜ਼ੋਰਟ ਦਾ ਬਿੱਲ ਤਾਰਨ ਆਉਂਦੇ ਹਨ ਤੇ ਵਾਪਸ ਚਲੇ ਜਾਂਦੇ ਹਨ। ਸਾਰੀ ਪਾਰਟੀ ਮਾਪੇ ਤੇ ਪਰਿਵਾਰਾਂ ਦੀ ਗੈਰ ਹਾਜ਼ਰੀ 'ਚ ਚੱਲਦੀ ਹੈ। ਅੱਜ ਕੱਲ੍ਹ ਦੇ ਲੱਚਰ ਗਾਣਿਆਂ ਨਾਲ, ਨੌਜਵਾਨਾਂ ਦੇ ਡਾਂਸ ਕਰਨ ਦੀ ਪਿਰਤ ਨਾਲ ਨੌਜਵਾਨ ਮੁੰਡੇ ਕੁੜੀਆਂ ਲਈ ਆਪਸ ਵਿੱਚ ਖੁੱਲ੍ਹਣਾ ਸੌਖਾ ਹੋ ਜਾਂਦਾ ਹੈ। ਇਹੀ ਖੁੱਲ੍ਹ ਬਹੁਤੀ ਵਾਰੀ ਬੱਚਿਆਂ ਦੀ ਅਖਲਾਕੀ ਗਿਰਾਵਟ ਦਾ ਕਾਰਨ ਬਣਦੀ ਹੈ। ਇਸ ਪੁਸਤਕ ਰਾਹੀਂ ਮੈਂ ਮਾਪਿਆਂ, ਪਾਠਕਾਂ ਨੂੰ ਇਹੀ ਅਪੀਲ ਕਰਦਾ ਕਿ ਬੱਚਿਆਂ ਦੇ ਜਨਮ ਦਿਨ ਜ਼ਰੂਰ ਮਨਾਓ। ਜੇ ਗੁਰਬਾਣੀ ਕੀਰਤਨ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਤੇ ਬੱਚਿਆਂ ਦੀ
ਗੁਰਸਿੱਖੀ ਦਾਨ ਲਈ ਜਾਚਨਾ ਕੀਤੀ ਜਾਵੇ ਤਾਂ ਬਹੁਤ ਵਧੀਆ ਹੈ। ਪੰਜਵਾਂ, ਲੁਧਿਆਣੇ ਦੇ ਕਈ ਕਾਲਜਾਂ ਦੇ ਬਾਹਰ ਮੁੰਡੇ ਗੱਡੀਆਂ 'ਚ ਬੈਠ ਪੈਗ ਲਾ ਕੇ ਫੇਰ ਕਲਾਸਾਂ 'ਚ ਜਾਂਦੇ ਹਨ। ਕਈ ਕਾਲਜਾਂ ਦੀਆਂ ਕੈਂਟੀਨਾਂ 'ਚ ਕੋਕ ਵਿੱਚ ਮਿਲਾ ਕੇ ਸ਼ਰਾਬ ਪੀਤੀ ਜਾਂਦੀ ਹੈ। ਕੁੜੀਆਂ 'ਚ ਆਇਓਡੈਕਸ ਖਾਣ ਤੇ ਕੋਰੈਕਸ ਖਾਂਸੀ ਦੀ ਦਵਾਈ ਪੀਣ ਦਾ ਰੁਝਾਨ ਵੱਧ ਰਿਹਾ ਹੈ। ਇੱਥੋਂ ਤੱਕ ਕਿ ਕੁੜੀਆਂ 'ਚ ਸ਼ਰਾਬ ਦੀ ਵਰਤੋਂ ਦਾ ਰੁਝਾਨ ਵੀ ਸ਼ੁਰੂ ਹੋ ਗਿਆ। ਇੱਕ ਦਿਲ ਕੰਬਾਊ ਘਟਨਾ 23 ਜਨਵਰੀ 2007 ਦੀ। ਨਵੰਬਰ 2006 ਤੋਂ ਜਨਵਰੀ 2007 ਦੇ 3 ਮਹੀਨੇ ਦੇ ਸਮੇਂ ਦੌਰਾਨ 5 ਫੁੱਟ ਤੋਂ ਘੱਟ ਕੱਦ ਦੀਆਂ ਕਾਨਵੈਂਟ ਸਕੂਲ ਦੇ +2 ਦੀਆਂ ਮਾਲਟਾਊਨ ਐਕਸਟੈਂਸ਼ਨ ਦੀਆਂ 2 ਬੱਚੀਆਂ ਰੋਜ਼ਾਨਾ ਸ਼ਾਮ 7:15 ਵਜੇ ਜਦ ਸਟੱਡੀ ਸਰਕਲ ਦਫ਼ਤਰ ਬੰਦ ਹੋਣ 'ਤੇ ਮੈਂ ਆਪਣੀ ਰਿਹਾਇਸ਼ੀ ਕੁਆਟਰ ਵੱਲ ਜਾਂਦਾ ਹਾਂ, ਸਟੱਡੀ ਸਰਕਲ ਦੇ ਕਾਰਨਰ 'ਤੇ ਸਨੂਕਰ ਸਾਹਮਣੇ ਸਮੋਕਰ ਤੇ ਹੋਰ ਨਸ਼ੇੜੀ ਮੁੰਡਿਆਂ ਦੇ ਵੱਖ-ਵੱਖ ਗਰੁੱਪਾਂ ਨਾਲ ਰੋਜ਼ਾਨਾ ਮਸਤੀ ਕਰਦੀਆਂ ਹਨ। ਮੁੰਡੇ ਅਕਸਰ ਇਹਨਾਂ ਨੂੰ ਆਵਾਜ਼ਾਂ ਮਾਰਦੇ, ਇਹਨਾਂ ਦੁਆਲੇ ਹੌਰਨ ਮਾਰਦੇ। ਗੱਲ 23 ਜਨਵਰੀ 7 ਦੀ ਹੈ, ਜਦੋਂ ਇਹ ਦੋਨੋਂ ਬੱਚੀਆਂ ਰਜ਼ਾਮੰਦੀ ਨਾਲ ਕਾਲੇ ਸ਼ੀਸ਼ੇ ਵਾਲੀਆਂ ਕਾਰਾਂ ਵਿੱਚ ਬੈਠਣ ਲੱਗਦੀਆਂ ਹਨ ਤਾਂ ਮੈਂ ਪੂਰੀ ਸਪੀਡ ਨਾਲ ਦੌੜ ਕੇ ਹੇਠਾਂ ਜਾਂਦਾ ਤੇ ਇਹਨਾਂ ਬੱਚੀਆਂ ਦਾ ਬਚਾਅ ਹੁੰਦਾ ਹੈ। ਮਾਪਿਆਂ ਨੂੰ ਇਹੋ ਕਹਿਣਾ ਚਾਹਾਂਗਾ ਕਿ ਦਾਦੀ ਕਲਚਰ, ਸਾਖੀ ਕਲਚਰ, ਨਾਨੀ ਕਲਚਰ ਦਾ ਤਿਆਗ ਨਾ ਕਰੋ। ਬੱਚਿਆਂ ਦੀ ਉਂਗਲ ਫੜ ਕੇ ਉਹਨਾਂ ਨੂੰ ਗੁਰਦੁਆਰੇ ਲਿਜਾਣ ਦੀ ਪਰੰਪਰਾ ਬਹਾਲ ਕਰੋ। ਜਪਜੀ ਪੜ੍ਹੋ, ਪੜ੍ਹੇ ਬਿਨਾਂ ਨਾਸ਼ਤਾ ਨਾ ਦੇਣ ਦੀ ਪਿਰਤ ਪਾਓ। ਆਪਣੇ ਬੱਚਿਆਂ ਨਾਲ ਦੋਸਤਾਨਾ ਰਿਸ਼ਤੇ ਬਣਾ ਕੇ ਧਨ ਕਮਾਈ ਦੀ ਦੌੜ ਵਿੱਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਸਮਾਂ ਜ਼ਰੂਰ ਦਿਓ, ਨਹੀਂ ਤਾਂ ਡੁੱਬੇਗੀ ਕਸ਼ਤੀ ਤੋਂ ਡੁੱਬੇਗੇ ਸਾਰੇ, ਨਾ ਬਚੋਗੇ ਤੁਸੀਂ ਨਾ ਸਾਥੀ ਤੁਮਹਾਰੇ। ਲੁਧਿਆਣਾ ਸ਼ਹਿਰ ਦੇ ਤੇ ਆਲੇ ਦੁਆਲੇ ਸਮੂਹ ਕਾਲਜਾਂ ਸਕੂਲਾਂ ਵਿੱਚ ਨੌਜਵਾਨਾਂ ਵਿੱਚ ਨੈਤਿਕ ਗਿਰਾਵਟ ਵਿਸ਼ੇ ਤੇ ਸੈਮੀਨਾਰਾਂ ਦੀ ਭਰਮਾਰ। ਉਪਰੋਕਤ ਘਟਨਾ ਤੋਂ ਬਾਅਦ ਮੈਂ ਪੰਜਾਬ ਦੇ ਖਾਸ ਕਰ ਲੁਧਿਆਣਾ ਸ਼ਹਿਰ ਦੇ ਕਾਲਜਾਂ ਸਕੂਲਾਂ ਵਿੱਚ ਨੌਜਵਾਨਾਂ 'ਚ ਆ ਰਹੀ ਨੈਤਿਕ ਕਦਰਾਂ ਕੀਮਤਾਂ ਦੀ ਗਿਰਾਵਟ ਵਿਸ਼ੇ ਤੇ ਸੈਮੀਨਾਰਾਂ ਦੀ ਲੜੀ ਚਲਾ ਦਿੱਤੀ। ਅਪ੍ਰੈਲ 2007 ਤੋਂ ਜਨਵਰੀ 2008 ਤੱਕ ਹਰੇਕ ਕਾਲਜ ਤੱਕ ਪਹੁੰਚਣ ਦਾ ਯਤਨ ਕੀਤਾ। ਇਹਨਾਂ ਸੈਮੀਨਾਰਾਂ ਨੂੰ ਵਿਦਿਆ ਸ਼ਾਸਤਰੀਆਂ ਨੇ ਖੂਬ ਸਲਾਹਿਆ। ਮਾਲਟਾਊਨ ਐਕਸਟੈਂਸ਼ਨ ਮਾਰਕੀਟ ਵਿੱਚ ਪੁਲਿਸ ਚੌਂਕੀ ਬਿਠਾਉਣ ਲਈ ਇਲਾਕੇ ਦੇ ਸਮੂਹ ਆਗੂਆਂ ਨੂੰ ਮਿਲਿਆ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘਰ ਜਾ ਕੇ ਉਪਰੋਕਤ ਘਟਨਾ ਸਾਂਝੀ ਕਰਦਿਆਂ ਗੁਰਦੁਆਰਾ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਕਾਰਨਰ ਤੇ ਸਨੂਕਰ ਕੋਲ ਪੁਲਿਸ ਚੌਕੀ ਬਿਠਾਉਣ ਲਈ ਬੇਨਤੀ ਕੀਤੀ। ਇਲਾਕੇ ਦੀਆਂ ਵੈਲਫੇਅਰ ਕੌਂਸਲਾਂ ਨੂੰ ਇਸਤਰੀ ਸਤਸੰਗ ਸਭਾਵਾਂ ਨੂੰ ਮਿਲਿਆ। ਗੁਰਦੁਆਰਾ ਮਾਲਟਾਊਨ ਐਕਸਟੈਂਸ਼ਨ ਦੇ ਪ੍ਰਬੰਧਕਾਂ ਸਰਦਾਰ ਮਹਿੰਦਰਜੀਤ ਸਿੰਘ, ਸਰਦਾਰ ਅਮਰਜੀਤ ਸਿੰਘ ਨਨਕਾਣਾ ਸਾਹਿਬ ਟਰਾਂਸਪੋਰਟ ਵਾਲਿਆਂ ਨੂੰ ਮਿਲਿਆ, ਪਰ ਕੋਈ ਵੀ ਇਸ ਕੰਮ 'ਚ ਅੱਗੇ ਆਉਣ ਲਈ ਤਿਆਰ ਨਹੀਂ ਹੋਇਆ। ਇਸ ਇਲਾਕੇ ਨੂੰ, ਜਿੱਥੇ ਮਾਲਟਾਊਨ ਐਕਸਟੈਂਸ਼ਨ ਦਾ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੰਦਿਰ ਹੈ, ਪਵਿੱਤਰ ਇਲਾਕਾ ਨਹੀਂ ਕਹਿ ਸਕਦੇ। ਕਾਲੇ ਸ਼ੀਸ਼ੇ ਵਾਲੀਆਂ ਕਾਰਾਂ ਵਿੱਚ ਦਿਨ ਦਿਹਾੜੇ ਸਨੂਕਰ ਕੋਲ ਤੇ ਮਾਲਟਾਊਨ ਐਕਸਟੈਂਸ਼ਨ ਦੀ ਮਾਰਕੀਟ ਦੇ ਖਾਲੀ ਪਲਾਟਾਂ ਵਿੱਚ ਤੇ BCM ਸਕੂਲ ਸ਼ਾਸਤਰੀ ਨਗਰ ਦੀਆਂ ਬਾਹਰਲੀਆਂ ਕੰਧਾਂ ਕੋਲ ਕਾਲੇ ਸ਼ੀਸ਼ੇ ਵਾਲੀਆਂ ਕਾਰਾਂ ਅਕਸਰ ਖੜੀਆਂ ਨਜ਼ਰ ਆਉਂਦੀਆਂ ਹਨ। ਪਤਾ ਨਹੀਂ ਮਹੱਲੇ ਵਾਲੇ ਲੋਕਾਂ ਦੀਆਂ ਅੱਖਾਂ ਬੰਦ ਹਨ ਜਾਂ ਹੋਰ ਮਜਬੂਰੀਆਂ ਹਨ। 28 ਅਪ੍ਰੈਲ 2007 ਨੂੰ ਲੁਧਿਆਣਾ ਦੀਆਂ ਇਸਤਰੀ ਸਤਸੰਗ ਸਭਾਵਾਂ ਦਾ ਸੈਮੀਨਾਰ। ਇਸ ਸੈਮੀਨਾਰ 'ਚ ਲੁਧਿਆਣੇ 'ਚ 250 ਬੀਬੀਆਂ ਨੇ ਭਾਗ ਲਿਆ। ਚੰਡੀਗੜ੍ਹ ਦੀ ਮੇਅਰ ਬੀਬੀ ਹਰਜਿੰਦਰ ਕੌਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੀਬੀ ਕਿਰਨਜੀਤ ਕੌਰ, ਅਕਾਦਮਿਕ ਖੇਤਰ 'ਚੋਂ ਪ੍ਰਿੰਸੀਪਲ ਪ੍ਰਭਜੋਤ ਕੌਰ ਤੇ ਮੈਡਮ ਮਨਜੀਤ ਕੌਰ, ਗੁਰਗਿਆਨ ਵਿਹਾਰ ਆਦਿ ਵਿਦਵਾਨ ਹਾਜ਼ਰ ਹੋਏ। ਇੱਥੇ ਇੱਕ ਮਤਾ ਪਾਸ ਕਰਕੇ ਪ੍ਰਸ਼ਾਸਨ ਨੂੰ ਕਾਲੇ ਸ਼ੀਸ਼ੇ ਵਾਲੀਆਂ ਕਾਰਾਂ ਨੂੰ ਨੱਥ ਪਾਉਣ ਲਈ ਕਿਹਾ ਗਿਆ। ਪ੍ਰਸ਼ਾਸਨ ਨੇ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ। ਪੰਜਾਬੀ ਗਾਇਕੀ ਤੇ ਸੱਭਿਆਚਾਰ ਵਿਸ਼ੇ ਤੇ ਸੈਮੀਨਾਰ। ਇਹ ਸੈਮੀਨਾਰ 20 ਮਈ 2007 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਗਿਆ। ਸੱਭਿਅਕ ਤੇ ਲੱਚਰ ਗੀਤਾਂ ਤੇ ਜੋ ਗੀਤਾਂ ਨਾਲ ਫਿਲਮਾਇਆ ਜਾਂਦਾ ਹੈ, ਇਹ ਸਾਰਾ ਕੁਝ ਵੀ ਨੌਜਵਾਨਾਂ ਵਿੱਚ ਆ ਰਹੀ ਨੈਤਿਕ ਗਿਰਾਵਟ ਲਈ ਜ਼ਿੰਮੇਵਾਰ ਹੈ। ਗੀਤਾਂ ਵਿੱਚ ਪੁੱਤ ਜੱਟਾਂ ਦੇ ਪੜ੍ਹਨ ਕਿਤਾਬਾਂ, IAS ਬਣਨਾ ਹੈ। ਗੀਤ ਤਾਂ ਕਿਸੇ ਲਿਖਿਆ ਨਹੀਂ, ਪਰ ਪੁੱਤ ਜੱਟਾਂ ਦੇ ਫੜਨ ਗੰਡਾਸੇ ਬਦਲਾ ਲੈਣਾ ਹੈ ਨੇ ਐਸੀ ਹਲਚਲ ਮਚਾਈ ਕਿ ਅਮੀਰਜ਼ਾਦੇ ਗੱਭਰੂ ਪੜ੍ਹਾਈ ਛੱਡ ਕੇ ਲੈਂਸਰ, ਸਕਾਰਪੀਓ, ਸਫਾਰੀ ਆਦਿ ਗੱਡੀਆਂ 'ਚ ਹਥਿਆਰ ਰੱਖ ਕੇ ਗੱਡੀਆਂ ਦੇ ਸ਼ੀਸ਼ੇ ਕਾਲੇ ਕਰਕੇ ਕੁੜੀਆਂ ਦੇ ਸਕੂਲਾਂ, ਕਾਲਜਾਂ ਤੇ ਟਿਊਸ਼ਨਾਂ ਸੈਂਟਰਾਂ ਅੱਗੇ ਕੁਕਰਮ ਕਮਾਉਣ ਲੱਗੇ। ਪੰਜਾਬ ਦੀ ਜਵਾਨੀ ਗਰਕ ਕਰਨ ਵਿੱਚ ਅਸੀਂ ਬੰਦੇ ਵੀ ਦੇਸੀਆਂ ਤੇ ਪੀਂਦੇ ਵੀ ਦੇਸੀਆਂ ਨੇ ਖੂਬ ਯੋਗਦਾਨ ਪਾਇਆ। ਪੀਤੇ ਬਿਨਾਂ ਜੱਟ ਬੜਕਾਂ ਕਿੱਦਾਂ ਮਾਰੂ,
ਗੱਲ ਕੀ ਪੰਜਾਬੀਆਂ ਨੂੰ ਗੰਡਾਸੇ ਚਲਾਉਣ ਵਾਲੇ, ਲੜਾਕੇ ਸ਼ਰਾਬਾਂ ਪੀਣ ਵਾਲੇ, ਬੜਕਾ ਮਾਰਨ ਵਾਲੇ ਦੱਸ ਕੇ ਗਾਇਕਾਂ ਤੇ ਗੀਤਕਾਰਾਂ ਨੇ ਮੀਡੀਆ ਰਾਹੀਂ ਪੰਜਾਬੀ ਗੱਭਰੂ ਦਾ ਅਕਸ ਖਰਾਬ ਕੀਤਾ ਹੈ ਤੇ ਪੰਜਾਬੀ ਪਰੰਪਰਾਵਾਂ ਤੇ ਸੱਭਿਆਚਾਰ ਨਾਲ ਰੱਜ ਕੇ ਖਿਲਵਾੜ ਕੀਤਾ ਹੈ। ਇੱਕ ਗਾਣਾ ਬੜਾ ਹਿੱਟ ਹੋਇਆ, ਉਹ ਦੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਹੈ। ਕਿੱਥੇ ਪੰਜਾਬ ਦਾ ਗੱਭਰੂ ਹਿੰਦੁਸਤਾਨ ਦੀ ਇੱਜ਼ਤ ਮੁਟਿਆਰਾਂ ਦੇ ਗਜ਼ਨੀ ਦੇ ਬਾਜ਼ਾਰਾਂ ਵਿੱਚੋਂ ਛੁਡਾ ਕੇ ਭੈਣ ਕਹਿ ਕੇ ਪਤਾ ਪੁੱਛ ਕੇ ਉਹਦੇ ਘਰ ਛੱਡ ਕੇ ਆਉਂਦਾ ਸੀ। ਕਿੱਥੇ ਪੰਜਾਬ ਦਾ ਗੱਭਰੂ ਆਪਣੀ ਧੀ ਭੈਣ ਨੂੰ ਅੱਗ ਕਹਿ ਕੇ ਸੰਬੋਧਨ ਕਰ ਰਿਹਾ ਹੈ। ਕਿੱਥੇ ਪ੍ਰੋਫੈਸਰ ਪੂਰਨ ਸਿੰਘ ਪੰਜਾਬੀਆਂ ਨੂੰ ਅਣਖ ਵਾਲੇ ਦੱਸਦਾ ਹੈ। ਕਿੱਥੇ ਇੱਕ ਗਾਇਕ ਗਾ ਕੇ ਗਾਲਾਂ ਕੱਢ ਰਿਹਾ ਹੈ। ਧੀ ਭੈਣ ਨੂੰ ਅੱਗ ਕਹਿਣਾ ਗਾਲ ਹੈ ਤੇ ਅਸੀਂ ਪੰਜਾਬੀ ਟੀਵੀ ਮੂਹਰੇ ਬੈਠ ਕੇ ਤਾੜੀਆਂ ਮਾਰਦੇ ਹਾਂ, ਖੁਸ਼ ਹੁੰਦੇ ਹਾਂ। ਇਸ ਤੋਂ ਵੱਡੀ ਬਦਕਿਸਮਤੀ ਜਾਂ ਮੰਦੇ ਭਾਗ ਸਾਡੇ ਹੋਰ ਕੀ ਹੋ ਸਕਦੇ ਹਨ। ਉਪਰੋਕਤ ਸਾਰੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਗਾਇਕ, ਗੀਤਕਾਰ, ਸੰਗੀਤਕਾਰ, ਕਲਾਕਾਰਾਂ ਨੂੰ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਲਈ ਆਵਾਜ਼ ਮਾਰੀ। 100 ਗਾਇਕਾਂ ਨਾਲ ਸੰਪਰਕ ਕੀਤਾ, 60 ਨੇ ਆਉਣ ਦੀ ਪ੍ਰਵਾਨਗੀ ਦਿੱਤੀ। 42 ਗਾਇਕ, ਗੀਤਕਾਰ, ਸੰਗੀਤਕਾਰ ਪਹੁੰਚੇ, ਜਿਨ੍ਹਾਂ ਵਿੱਚ ਡੌਲੀ ਗੁਲੇਰੀਆ, ਭੋਟੂ ਸ਼ਾਹ, ਪੰਮੀ ਬਾਈ, ਦੇਵ ਤਰੀਕੇਵਾਲਾ ਵੀ ਸ਼ਾਮਲ ਹੋਏ। ਇਹਨਾਂ 42 ਕਲਾਕਾਰਾਂ ਨੇ ਪ੍ਰਣ ਕੀਤਾ ਕਿ ਅਸੀਂ ਚੰਗਾ ਲਿਖਾਂਗੇ, ਚੰਗਾ ਗਾਵਾਂਗੇ ਤੇ ਗੀਤਾਂ ਪਿੱਛੇ ਜੋ ਫਿਲਮਾਵਾਂਗੇ ਉਹ ਸੱਭਿਅਕ ਹੋਏਗਾ, ਲੱਚਰ ਅਸ਼ਲੀਲ ਨਹੀਂ ਹੋਏਗਾ। ਪਰ ਲੱਚਰ ਪਾਸੇ ਜਾਣ ਵਾਲੇ, ਅਸ਼ਲੀਲਤਾ ਫੈਲਾਉਣ ਵਾਲੇ ਗਾਇਕ ਇਸ ਸੈਮੀਨਾਰ 'ਚ ਸ਼ਾਮਲ ਹੀ ਨਹੀਂ ਹੋਏ। ਚਲੋ, ਸ਼ੁਰੂਆਤ ਵਧੀਆ ਸੀ। ਜਥੇਦਾਰ ਹੀਰਾ ਸਿੰਘ ਗਾਬੜੀਆ, ਸੱਭਿਆਚਾਰਕ ਮੰਤਰੀ ਪੰਜਾਬ ਨੇ ਇਸ ਸੈਮੀਨਾਰ ਦੀ ਪ੍ਰਧਾਨਗੀ ਕੀਤੀ। ਉਹਨਾਂ ਅਜਿਹੇ ਪ੍ਰੋਗਰਾਮ ਬਲਾਕ ਪੱਧਰ 'ਤੇ ਕਰਨ ਦਾ ਸੁਝਾਅ ਦਿੱਤਾ, ਪਰ ਗੱਲ ਅੱਗੇ ਨਾ ਤੁਰ ਸਕੀ। ਨੌਜਵਾਨ ਸੱਭਿਆਚਾਰ ਪਰੰਪਰਾਵਾਂ ਨਾਲ ਜੋੜਨ ਬਾਰੇ ਪੰਜਾਬ ਦੇ ਪ੍ਰਿੰਸੀਪਲਾਂ ਦੀ ਮੀਟਿੰਗ। ਪੰਜਾਬ ਦੇ ਨੌਜਵਾਨਾਂ ਨੂੰ ਸੱਭਿਆਚਾਰ ਪਰੰਪਰਾਵਾਂ ਨਾਲ ਜੋੜਨ ਲਈ ਸੁਝਾਅ ਲੈਣ ਹਿੱਤ ਸਤੰਬਰ 2007 ਦੇ ਪਹਿਲੇ ਹਫ਼ਤੇ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਪੰਜਾਬ ਦੇ ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲਾਂ ਦੀ ਇਕੱਤਰਤਾ ਰੱਖੀ ਗਈ। ਇਸ ਦੀ ਪ੍ਰਧਾਨਗੀ ਵੀ ਜਥੇਦਾਰ ਹੀਰਾ ਸਿੰਘ ਗਾਬੜੀਆ ਹੋਰਾਂ ਕੀਤੀ। ਸਭ ਦੇ ਸੁਝਾਅ ਟਾਈਪ ਕਰਕੇ ਅਸੀਂ ਜਥੇਦਾਰ ਗਾਬੜੀਆ ਸਾਹਿਬ ਨੂੰ ਭੇਜ ਦਿੱਤੇ, ਪਰ ਮਾਹੌਲ 'ਚ ਕੋਈ ਤਬਦੀਲੀ ਨਹੀਂ ਆਈ। ਇੱਕ ਦਿਲ ਕੰਬਾਊ ਘਟਨਾ 23 ਮਾਰਚ 2008 ਦੀ। ਐਤਵਾਰ ਦਾ ਦਿਨ ਹੈ, ਸ਼ਾਮ ਦੇ 7 ਵਜੇ ਹਨ। ਸਟੱਡੀ ਸਰਕਲ ਦੀ ਕੀਰਤਨ ਲੜੀ ਵਿੱਚ ਜਾਣ ਲਈ ਘਰੋਂ ਨਿਕਲਦੇ ਹਾਂ। ਸਟੱਡੀ ਸਰਕਲ ਦੇ ਬਾਹਰ ਸਨੂਕਰ ਦੇ ਕੋਲ ਇੱਕ ਕਾਰ ਪਾਰਕ ਹੁੰਦੀ ਹੈ, ਜਿਸ ਦੇ ਸ਼ੀਸ਼ੇ ਕਾਲੇ ਹਨ। ਇਹ ਕਾਰ ਆਪਣੇ ਆਪ ਹਿਲਦੀ ਹੈ। ਸਰਦਾਰ ਪ੍ਰਭਜੋਤ ਸਿੰਘ, ਬੀਬੀ ਚੰਦਦੀਪ ਕੌਰ ਕੀਰਤਨ ਲੜੀ 'ਤੇ ਜਾਣ ਲਈ ਸਟੱਡੀ ਸਰਕਲ ਪਹੁੰਚ ਜਾਂਦੇ ਹਨ। ਉਹ ਵੀ ਇਹੋ ਕੁਝ ਦੇਖਦੇ ਹਨ। ਗਸ਼ਤ ਕਰਨ ਵਾਲੀ ਪੁਲਿਸ ਪਾਰਟੀ ਆ ਕੇ ਕਾਰ ਨੂੰ ਘੇਰਦੀ ਹੈ। ਕਾਰ ਵਾਲਾ ਕਾਰ ਦੀ ਬਾਰੀ ਨਹੀਂ ਖੋਲ੍ਹਦਾ। ਆਰਾਮ ਨਾਲ ਕਾਰ ਦੇ ਅੰਦਰੋਂ ਇੱਕ ਫੋਨ ਕਰਦਾ ਹੈ, ਜਿਸ ਦਾ ਪਤਾ ਫੋਨ ਸੈੱਟ ਦੀ ਲਾਈਟ ਜਗਣ 'ਤੇ ਲੱਗਦਾ ਹੈ। ਲਾਈਟ ਜਗਣ ਕਾਰਨ ਪੁਲਿਸ ਵਾਲਾ ਇਤਰਾਜ਼ਯੋਗ ਹਾਲਤ ਵਿੱਚ ਇੱਕ ਲੜਕੀ ਨੂੰ ਵੇਖਦਾ ਹੈ। ਕਾਰ ਇੱਕਦਮ ਸਟਾਰਟ ਹੁੰਦੀ ਹੈ। ਕਾਰ ਬੈਕ ਹੋ ਕੇ ਪੁਲਿਸ ਵਾਲੇ ਦੇ ਵੱਜਦੀ ਹੈ। ਪੁਲਿਸ ਵਾਲਾ ਲੁੜਕ ਕੇ ਆਪਣੇ ਮੋਟਰਸਾਈਕਲ ਨਾਲ ਵੱਜਦਾ ਹੈ। ਕਾਰ ਵਾਲਾ ਕਾਰ ਭਜਾ ਕੇ ਲੈ ਜਾਂਦਾ ਹੈ। ਇਸ ਰੌਲੇ 'ਚ ਲੋਕਾਂ ਦੀ ਭੀੜ ਇਕੱਠੀ ਹੁੰਦੀ ਹੈ। ਪੁਲਿਸ ਵਾਲੇ ਉੱਥੇ ਰੌਲਾ ਪਾਈ ਜਾਂਦੇ ਹਨ, ਕਾਰ ਦੇ ਪਿੱਛੇ ਨਹੀਂ ਭੱਜਦੇ। ਰੋਜ਼ਾਨਾ ਅਜੀਤ ਅਖਬਾਰ ਦੇ ਸਟਾਫ ਰਿਪੋਰਟਰ ਸਰਦਾਰ ਗੁਰਿੰਦਰ ਸਿੰਘ ਹੋਰੀ ਮਾਲਟਾਊਨ ਥਾਣੇ ਤੋਂ ਇਸ ਘਟਨਾ ਬਾਰੇ ਪੁੱਛਦੇ ਹਨ ਤਾਂ ਜਵਾਬ ਮਿਲਦਾ ਹੈ, ਇੱਕ ਕਾਰ ਕਾਲੇ ਸ਼ੀਸ਼ੇ ਵਾਲੀ ਖੜੀ ਸੀ। ਸਾਡੀ ਗਸ਼ਤ ਪਾਰਟੀ ਨੇ ਉਹਦਾ ਬੂਹਾ ਖੁਲਵਾ ਕੇ ਚੈੱਕ ਕੀਤਾ ਕਿ ਲੜਕਾ ਤੇ ਲੜਕੀ ਆਮ ਹਾਲਤਾਂ 'ਚ ਬੈਠੇ ਗੱਲਾਂ ਕਰ ਰਹੇ ਸਨ। ਕੋਈ ਇਤਰਾਜ਼ਯੋਗ ਗੱਲ ਨਹੀਂ ਸੀ। ਇਸ ਤਰ੍ਹਾਂ ਪੁਲਿਸ ਦੀ ਮਿਲੀ ਭੁਗਤ ਨਾਲ ਇਹ ਗੰਭੀਰ ਮਾਮਲਾ ਰਫਾ ਦਫਾ ਹੋ ਗਿਆ। ਇਹ ਗੱਲ ਮੈਂ ਮਾਲਟਾਊਨ ਦੇ SHO ਦੇ ਧਿਆਨ ਵਿੱਚ ਵੀ ਲਿਆਂਦੀ, ਪਰ ਇੱਥੇ ਪੁਲਿਸ ਦਾ ਪਹਿਰਾ ਫਿਰ ਵੀ ਨਹੀਂ ਲੱਗਿਆ। ਪਤਾ ਨਹੀਂ ਕਿਸ ਅਭਾਗੇ ਬਾਪ ਦੀ ਉਹ ਧੀ ਸੀ ਤੇ ਹੋਰ ਕਿੰਨੀਆਂ ਧੀਆਂ ਦੀ ਇੱਜ਼ਤ ਸੜਕਾਂ ਤੇ ਕਾਰਾਂ 'ਚ ਰੁਲ ਰਹੀ ਹੈ। ਕਾਲੇ ਸ਼ੀਸ਼ੇ ਵਾਲੀਆਂ ਕਾਰਾਂ ਤੇ ਪਾਬੰਦੀ ਦੇ ਮਤੇ ਅਖਬਾਰਾਂ 'ਚ ਪ੍ਰਕਾਸ਼ਿਤ ਹੋਏ, ਪਰ ਪ੍ਰਸ਼ਾਸਨ ਫਿਰ ਵੀ ਕੁੰਭ ਕਰਨ ਦੀ ਨੀਂਦ ਸੁੱਤਾ ਹੈ। ਅਖਬਾਰਾਂ ਵਿੱਚ ਲੁਧਿਆਣੇ ਦੇ ਹਾਲਾਤਾਂ ਬਾਰੇ ਕਈ ਵਾਰ ਸਟੋਰੀਆਂ ਛਪ ਚੁੱਕੀਆਂ ਹਨ, ਪਰ ਰਖਵਾਲੀਆਂ ਨੂੰ ਕੋਈ ਫਿਕਰ ਨਹੀਂ। ਕਿੱਥੇ ਪੰਜਾਬ ਦਾ ਗੱਭਰੂ ਹਿੰਦੁਸਤਾਨ ਦੀ ਇੱਜ਼ਤ ਨੂੰ ਗਜ਼ਨੀ ਦੇ ਬਾਜ਼ਾਰਾਂ 'ਚੋਂ ਛੁਡਵਾ ਕੇ ਭੈਣ ਕਹਿ ਕੇ ਪਤਾ ਪੁੱਛ ਕੇ ਘਰ ਛੱਡ ਕੇ ਆਉਂਦਾ ਸੀ, ਤੇ ਕਿੱਥੇ ਅੱਜ ਪੰਜਾਬ ਦਾ ਗੱਭਰੂ ਕਾਰਾਂ 'ਚ ਮੁਟਿਆਰਾਂ ਦੀ ਇੱਜ਼ਤ ਨਾਲ ਖੇਡ ਰਿਹਾ। ਪਰ ਸਾਡਾ ਸਮਾਜ, ਆਗੂ, ਮਾਪੇ, ਪ੍ਰਸ਼ਾਸਨ ਪੂਰੀ ਤਰ੍ਹਾਂ ਖਾਮੋਸ਼ ਹਨ। ਇਸ ਮਾਨਸਿਕ ਪੀੜਾ ਨੇ 1 ਸਾਲ ਤੋਂ ਕਾਫੀ ਪਰੇਸ਼ਾਨ ਕੀਤਾ ਹੈ। ਮੈਨੂੰ ਸਮਝਾਉਣ ਵਾਲੇ ਬਹੁਤ ਹਨ। ਕੋਈ ਕਹਿੰਦਾ ਇਹ ਸਾਡਾ ਕੰਮ ਨਹੀਂ, ਪੁਲਿਸ ਦਾ ਕੰਮ ਹੈ। ਕੋਈ ਕਹਿੰਦਾ ਤੁਸੀਂ ਬਾਲ ਬੱਚਿਆਂ ਵਾਲੇ ਹੋ, ਜ਼ਰਾ ਸੰਭਲ ਕੇ। ਕੋਈ ਕਹਿੰਦਾ ਕੁੜੀਆਂ ਆਪਣੀ ਮਰਜ਼ੀ ਨਾਲ ਕਾਰਾਂ ਵਿੱਚ ਬੈਠਦੀਆਂ ਹਨ, ਇਸ ਪਾਸੇ ਅੱਖਾਂ ਬੰਦ ਕਰ ਲਓ। ਹੋਰ ਬਥੇਰੇ ਕੰਮ ਹਨ ਕਰਨ ਵਾਲੇ। ਜਗਤ ਤਮਾਸ਼ੇ ਵਿੱਚ ਇਸ ਭੈੜੇ ਤਮਾਸ਼ੇ ਨੂੰ ਬੰਦ ਕਰਨ ਲਈ ਜੇ ਸਮਾਜ ਦਰਦੀ ਨਾ ਜਾਗੇ ਤਾਂ ਇਸ ਸਮਾਜ ਵਿੱਚ ਸਾਹ ਲੈਣਾ ਹਰੇਕ ਲਈ ਔਖਾ ਹੋ ਜਾਏਗਾ। ਹੋਰ
ਔਰ ਕਿਸੇ ਦੀ ਵੀ ਧੀ ਭੈਣ ਸੁਰੱਖਿਅਤ ਨਹੀਂ ਰਹੇਗੀ। ਭਵਿੱਖ ਸਾਨੂੰ ਕਦੇ ਵੀ ਮਾਫ਼ ਨਹੀਂ ਕਰੇਗਾ। ਅਸੀਂ ਸ਼ਰਮਸਾਰ ਹੋਵਾਂਗੇ, ਸਾਡੀਆਂ ਅੱਖਾਂ ਨੀਵੀਆਂ ਹੋਣਗੀਆਂ। ਇਹ ਸਾਰਾ ਕੁਝ ਭਾਈ ਰਣਧੀਰ ਸਿੰਘ ਨਗਰ, ਸਰਾਭਾ ਨਗਰ ਮਾਰਕੀਟ, ਮਾਲ ਰੋਡ, ਮਾਲ ਟਾਊਨ ਐਕਸਟੈਂਸ਼ਨ ਮਾਰਕੀਟ, ਲੁਧਿਆਣੇ ਦੇ ਵੱਖ-ਵੱਖ ਪਾਰਕਾਂ ਤੇ ਮੁਹੱਲਿਆਂ ਵਿਚਲੇ ਖਾਲੀ ਪਲਾਟਾਂ 'ਚ ਵਾਪਰ ਰਿਹਾ। ਅੱਖਾਂ ਖੋਲ੍ਹ ਕੇ ਵੇਖਿਆ, ਹਰੇਕ ਨੂੰ ਨਜ਼ਰ ਆਏਗਾ, ਪਰ ਪਤਾ ਨਹੀਂ ਅਸੀਂ ਕਦ ਜਾਗਰੂਕ ਹੋਵਾਂਗੇ। ਮੇਰੀ ਕੈਨੇਡਾ ਫੇਰੀ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇੰਟਰਨੈਸ਼ਨਲ ਕੋਆਰਡੀਨੇਸ਼ਨ ਡਾਇਰੈਕਟੋਰੇਟ ਦੇ ਜੁਆਇੰਟ ਡਾਇਰੈਕਟਰ ਸਰਦਾਰ ਗੁਰਲਾਲ ਸਿੰਘ ਹੋਰਾਂ ਦੀ ਰੀਝ ਸੀ ਕਿ ਮੈਂ ਕੈਨੇਡਾ ਉਹਨਾਂ ਪਾਸ ਜਾ ਕੇ ਉੱਥੋਂ ਦੇ ਜਥੇਬੰਦਕ ਕਾਰਜਕਰਤਾਵਾਂ ਦੀ ਸਕੂਲਿੰਗ ਓਰੀਐਂਟੇਸ਼ਨ ਕਰਨ ਲਈ ਕਾਰਜਸ਼ਾਲਾਵਾਂ ਲਗਾਵਾਂ। ਜਥੇਬੰਦੀ ਦੇ ਚੀਫ ਸਕੱਤਰ ਡਾਕਟਰ ਚਰਨ ਕਮਲ ਸਿੰਘ ਹੋਰਾਂ ਵੀ ਮੈਨੂੰ ਇਸ ਯੋਗ ਸਮਝਿਆ ਤੇ ਸਰਦਾਰ ਗੁਰਲਾਲ ਸਿੰਘ ਦੀ ਬੇਨਤੀ ਤੇ ਸਪਾਂਸਰਸ਼ਿਪ ਤੇ ਮੈਨੂੰ ਕੈਨੇਡਾ ਜਾਣ ਹਿੱਤ ਵੀਜ਼ਾ ਅਪਲਾਈ ਕਰਨ ਲਈ ਕਿਹਾ। 7 ਅਪ੍ਰੈਲ ਕੇਂਦਰੀ ਦਫ਼ਤਰ ਲੁਧਿਆਣਾ ਵਿਖੇ ਚੀਫ ਸਕੱਤਰ ਡਾਕਟਰ ਚਰਨ ਕਮਲ ਸਿੰਘ ਹੋਰਾਂ ਮੈਨੂੰ ਸੈਂਡ ਆਫ ਕਰਨ ਲਈ ਇਕੱਤਰਤਾ ਦੀ ਅਗਵਾਈ ਕੀਤੀ ਤੇ ਥਾਪੜੇ ਦਿੱਤੇ। ਉੱਥੇ ਕੇਂਦਰੀ ਦਫ਼ਤਰ ਦੇ ਸਟਾਫ, ਸਮੂਹ ਡਾਇਰੈਕਟਰ, ਜੁਆਇੰਟ ਡਾਇਰੈਕਟਰ ਤੇ ਵੱਖ-ਵੱਖ ਕਾਲਜਾਂ ਦੇ ਯੂਨਿਟ ਅਹੁਦੇਦਾਰ ਵਿਦਿਆਰਥੀਆਂ ਨੇ ਸ਼ਮੂਲੀਅਤ ਕਰਕੇ ਮੇਰੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। 8 ਅਪ੍ਰੈਲ ਨੂੰ ਸਵੇਰੇ 3 ਵਜੇ ਮੈਂ ਘਰੋਂ ਰਵਾਨਾ ਹੋਣਾ ਸੀ ਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਸਵੇਰੇ 3 ਵਜੇ ਮੁੜ ਇਕੱਤਰ ਹੋਣ ਲਈ ਤਿਆਰ ਸੀ, ਪਰ ਮੈਂ ਸਭ ਨੂੰ ਮਨ੍ਹਾ ਕੀਤਾ। ਸਵੇਰੇ 3 ਵਜੇ ਤੋਂ 3:30 ਵਜੇ ਤੱਕ ਵਿਦਿਆਰਥੀਆਂ ਨੇ ਫੋਨਾਂ ਰਾਹੀਂ ਆਪਣੇ ਘਰਾਂ ਤੋਂ ਜੈਕਾਰੇ ਛੱਡੇ। ਖਾਸ ਕਰਕੇ GNIMT ਲੁਧਿਆਣਾ ਦੇ ਰਮਨਪ੍ਰੀਤ ਸਿੰਘ ਨੇ 5 ਜੈਕਾਰੇ ਛੱਡ ਕੇ ਮੈਨੂੰ ਵਿਦਾ ਕੀਤਾ। ਸਰਦਾਰ ਗੁਰਲਾਲ ਸਿੰਘ ਹੋਰਾਂ ਵੈਨਕੂਵਰ ਕੈਨੇਡਾ ਦੇ ਏਅਰਪੋਰਟ ਤੇ ਮੇਰਾ ਨਿੱਘਾ ਸਵਾਗਤ ਕੀਤਾ। ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿਖੇ 3 ਜਥੇਬੰਦਕ ਕਾਰਜਸ਼ਾਲਾਵਾਂ, ਵੱਖ-ਵੱਖ ਗੁਰਦੁਆਰਿਆਂ 'ਚ ਲੈਕਚਰ, ਸਲਾਈਡ ਸ਼ੋਅ, ਵਿਸਾਖੀ ਪੁਰਬ ਨੂੰ ਸਮਰਪਿਤ ਸਰੀ ਦੇ ਨਗਰ ਕੀਰਤਨ ਵਿੱਚ ਵਿਸ਼ੇਸ਼ ਲੈਕਚਰ, ਸਰੀ ਵਿਖੇ ਅੰਤਰਰਾਸ਼ਟਰੀ ਦਸਤਾਰ ਮੁਕਾਬਲੇ ਸਮੇਂ ਵਿਸ਼ੇਸ਼ ਲੈਕਚਰ, ਸੈਮੀਨਾਰ, ਵੱਖ-ਵੱਖ ਰੇਡੀਓ ਤੇ ਟਾਕ ਸ਼ੋਅ ਰਾਹੀਂ ਸੇਵਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਉੱਥੇ ਬ੍ਰਿਟਿਸ਼ ਕੋਲੰਬੀਆ ਸਟੇਟ ਵੱਲੋਂ ਮੈਨੂੰ ਮਾਨ ਸਨਮਾਨ ਦਿੰਦਿਆਂ ਗੈਟ ਟੂਗੈਦਰ ਡਿਨਰ ਦਾ ਵਿਸ਼ੇਸ਼ ਪ੍ਰੋਗਰਾਮ ਬਾਲੀਵੁੱਡ ਬੈਂਕਟ ਹਾਲ ਸਰੀ 'ਚ ਕੀਤਾ ਗਿਆ, ਜਿਸ ਵਿੱਚ ਕੈਨੇਡਾ ਦੇ MP ਸੁਖ ਧਾਲੀਵਾਲ ਤੇ MLA ਜਗਰੂਪ ਬਰਾੜ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।